ਬਰਲਾਰੀ ਕੇ ਪੇਲੁਕਨ ਅਯਾ ਇੱਕ ਛੋਟਾ ਜਿਹਾ ਡਰਾਮਾ ਹੈ, ਪਰ ਇਸ ਦਾ ਅਸਰ ਦਿਲ ਤੇ ਡੂੰਘਾ ਉਤਰ ਜਾਂਦਾ ਹੈ। ਇਹ ਉਹਨਾਂ ਦਿਲਾਂ ਦੀ ਕਹਾਣੀ ਹੈ ਜੋ ਦੂਰੀਆਂ ਵਿੱਚ ਵੀ ਨੇੜੇ ਹੁੰਦੇ ਹਨ, ਉਹਨਾਂ ਅੱਖਾਂ ਦੀ ਜ਼ੁਬਾਨ ਜੋ ਬਿਨਾਂ ਕੁਝ ਕਹੇ ਸਭ ਕੁਝ ਆਖ ਜਾਂਦੀਆਂ ਹਨ, ਅਤੇ ਉਸ ਇੱਕ ਗਲੇ ਦੀ ਤਾਕਤ ਜੋ ਸਾਰੇ ਦਰਦ, ਸਾਰੇ ਗੁੱਸੇ, ਸਾਰੇ ਸਵਾਲਾਂ ਨੂੰ ਇੱਕ ਪਲ ਵਿੱਚ ਖਤਮ ਕਰ ਦਿੰਦੀ ਹੈ। ਇਸ ਡਰਾਮੇ ਦੀ ਸ਼ੁਰੂਆਤ ਇੱਕ ਆਮ ਜਿਹੇ ਪਰ ਬੇਚੈਨ ਦਰਿਸ਼ ਨਾਲ ਹੁੰਦੀ ਹੈ। ਕਿਰਦਾਰ ਆਪਣੀ ਮਾਂ ਨਾਲ ਰਹਿੰਦੀ ਇੱਕ ਨੌਜਵਾਨ ਕੁੜੀ ਹੈ। ਉਸਦੀ ਜ਼ਿੰਦਗੀ ਵਿੱਚ ਪਿਤਾ ਦਾ ਨਾਂ ਹੈ ਤਾਂ ਪਰ ਉਸਦੀ ਹੋਂਦ ਮਹਿਸੂਸ ਨਹੀਂ ਹੁੰਦੀ। ਉਸਦੇ ਕਮਰੇ ਵਿੱਚ ਪਿਤਾ ਦੀ ਪੁਰਾਣੀ ਤਸਵੀਰ ਲੱਗੀ ਹੈ, ਜਿਸ ਨੂੰ ਉਹ ਘੂਰਦੀ ਰਹਿੰਦੀ ਹੈ, ਜਿਵੇਂ ਉਸ ਤੋਂ ਉਹ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸਨੂੰ ਕਦੇ ਮਿਲੇ ਹੀ ਨਹੀਂ। ਇਹ ਤਸਵੀਰ ਉਸਦੀ ਬੇਚੈਨੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਤਾਂ ਗੱਲਾਂ ਵਿੱਚ ਤਲਖੀ ਹੈ, ਸ਼ਬਦਾਂ ਵਿੱਚ ਉਹ ਦਰਦ ਹੈ ਜੋ ਸਾਲਾਂ ਤੋਂ ਦਬਿਆ ਹੋਇਆ ਹੈ। ਮਾਂ ਕੁਝ ਜ਼ਿਆਦਾ ਨਹੀਂ ਦੱਸਦੀ, ਸਿਰਫ ਇੰਨਾ ਕਹਿੰਦੀ ਹੈ ਕਿ ਉਸਦੇ ਪਿਤਾ ਨੇ ਉਹਨਾਂ ਨੂੰ ਛੱਡਿਆ ਸੀ, ਪਰ ਕਿਉਂ, ਇਹ ਇੱਕ ਰਾਜ਼ ਹੈ ਜੋ ਉਸਦੇ ਨਾਲ ਹੀ ਦੱਬਿਆ ਜਾਪਦਾ ਹੈ। ਇੱਕ ਦਿਨ, ਇੱਕ ਫੋਨ ਆਉਂਦਾ ਹੈ। ਇੱਕ ਆਦਮੀ ਨੇ ਉਸ ਨੂੰ ਮਿਲਣਾ ਹੈ। ਉਹ ਆਦਮੀ ਕੋਈ ਹੋਰ ਨਹੀਂ, ਉਸਦਾ ਪਿਤਾ ਹੈ। ਪਹਿਲਾਂ ਤਾਂ ਉਸਦੇ ਮਨ ਵਿੱਚ ਗੁੱਸਾ ਹੈ, ਨਾ ਕਰਨ ਦਾ ਮਨ ਕਰਦਾ ਹੈ। ਪਰ ਅੰਦਰੋਂ ਉਹ ਬੇਚੈਨੀ, ਉਹ ਕੁਤੂਹਲ, ਉਹ ਖਲਾ ਉਸਨੂੰ ਖਿੱਚ ਲੈਂਦਾ ਹੈ। ਉਹ ਮਿਲਣ ਲਈ ਰਾਜ਼ੀ ਹੋ ਜਾਂਦੀ ਹੈ। ਮਿਲਣੀ ਇੱਕ ਸਾਦੀ ਜਿਹੀ ਥਾਂ ਤੇ ਰੱਖੀ ਜਾਂਦੀ ਹੈ, ਜਿਵੇਂ ਇੱਕ ਪਾਰਕ ਜਾਂ ਕਿਸੇ ਕਾਫੀ ਹਾਊਸ ਦਾ ਪਿਛਾੜ ਵਾਲਾ ਹਿੱਸਾ। ਦਰਿਸ਼ ਦੀ ਸਾਦਗੀ ਦਰਸ਼ਕ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਇਹ ਮੁਲਾਕਾਤ ਸਾਰੇ ਲਹਿਜ਼ੇ ਠਾਠ ਤੋਂ ਉੱਪਰ ਹੈ। ਇਹ ਸਿਰਫ ਦੋ ਜ਼ਖਮਾਂ ਦਾ ਆਹਮੋ ਸਾਹਮਣਾ ਹੈ। ਜਦੋਂ ਪਿਤਾ ਆਉਂਦਾ ਹੈ, ਤਾਂ ਉਸਦੇ ਚਿਹਰੇ ਤੇ ਬੁਢਾਪਾ ਅਤੇ ਪਛਤਾਵਾ ਸਾਫ਼ ਲਿਖਿਆ ਹੁੰਦਾ ਹੈ। ਉਸਦੀਆਂ ਅੱਖਾਂ ਝੁਕੀਆਂ ਹਨ, ਹੱਥ ਕੰਬਦੇ ਹਨ। ਉਹ ਲੰਬੇ ਸਮੇਂ ਤੋਂ ਇਸ ਪਲ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਜਦੋਂ ਪਲ ਆਣ ਖੜ੍ਹਾ ਹੈ, ਤਾਂ ਉਸਦੇ ਮੂੰਹੋਂ ਸ਼ਬਦ ਨਹੀਂ ਨਿਕਲਦੇ। ਧੀ ਉਸਨੂੰ ਘੂਰਦੀ ਹੈ। ਉਸਦੇ ਵਿਹਾਰ ਵਿੱਚ ਨਫ਼ਰਤ ਹੈ, ਪਰ ਅੱਖਾਂ ਦੇ ਕੋਨਿਆਂ ਵਿੱਚ ਉਹ ਬੱਚੀ ਵੀ ਹੈ ਜਿਸਨੇ ਸਾਲਾਂ ਬਿਤਾ ਦਿੱਤੇ ਇਸ ਪਲ ਨੂੰ ਜਿਉਂਦੇ ਹੋਏ। ਪਹਿਲਾਂ ਤਾਂ ਉਹ ਗੱਲ ਸਿੱਧੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂ ਛੱਡਿਆ ਸਾਨੂੰ? ਪਰ ਪਿਤਾ ਜਵਾਬ ਦੇਣ ਦੀ ਬਜਾਏ ਚੁੱਪ ਰਹਿੰਦਾ ਹੈ। ਉਸਦੀ ਚੁੱਪ ਹੋਰ ਗੁੱਸਾ ਦਿਵਾਉਂਦੀ ਹੈ। ਉਹ ਉੱਠ ਕੇ ਜਾਣ ਲੱਗਦੀ ਹੈ, ਪਰ ਪਿਤਾ ਦਾ ਇੱਕ ਹੱਥ ਉਸਦੇ ਹੱਥ ਨੂੰ ਫੜ ਲੈਂਦਾ ਹੈ। ਉਹ ਮੁੜ ਕੇ ਦੇਖਦੀ ਹੈ, ਉਸਦੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਹਨ। ਨਾ ਗੁੱਸੇ ਦੇ, ਨਾ ਦਰਦ ਦੇ, ਸਗੋਂ ਉਸ ਇਕੱਲੇਪਣ ਦੇ ਜੋ ਉਹਨਾਂ ਸਾਰਿਆਂ ਸਾਲਾਂ ਵਿੱਚ ਉਸਨੇ ਅੰਦਰ ਹੀ ਅੰਦਰ ਭੁਗਤਿਆ। ਉਹ ਦੱਸਦਾ ਹੈ ਕਿ ਉਸਨੇ ਘਰ ਇਸ ਲਈ ਛੱਡਿਆ ਕਿਉਂਕਿ ਉਸਨੂੰ ਲੱਗਿਆ ਕਿ ਉਹ ਅਸਫਲ ਹੈ, ਕਿ ਉਹ ਘਰ ਵਾਲਿਆਂ ਨੂੰ ਕੁਝ ਨਹੀਂ ਦੇ ਸਕੇਗਾ, ਕਿ ਉਸਦੀ ਹੋਂਦ ਹੀ ਬੋਝ ਹੈ। ਉਹ ਦੱਸਦਾ ਹੈ ਕਿ ਉਸਨੇ ਕਿੰਨੀਆਂ ਰਾਤਾਂ ਸੜਕਾਂ ਤੇ ਕੱਟੀਆਂ, ਕਿੰਨੇ ਕੰਮ ਕੀਤੇ, ਕਿੰਨੀਆਂ ਵਾਰੀ ਉਹ ਮਰਨਾ ਚਾਹਿਆ, ਪਰ ਹਰ ਵਾਰ ਉਸਦੀ ਧੀ ਦਾ ਚਿਹਰਾ ਉਸਨੂੰ ਜਿਉਂਦਾ ਰੱਖਦਾ ਰਿਹਾ। ਇਹ ਸਭ ਸੁਣ ਕੇ ਧੀ ਦਾ ਗੁੱਸਾ ਇੱਕ ਵਿਰਲਾਪ ਵਿੱਚ ਬਦਲ ਜਾਂਦਾ ਹੈ। ਉਹ ਰੋਂਦੀ ਹੈ, ਉਹ ਆਪਣੇ ਪਿਤਾ ਦੇ ਸਾਹਮਣੇ ਬਹੁਤ ਛੋਟੀ ਹੋ ਜਾਂਦੀ ਹੈ। ਪਲ ਪਲ ਬਦਲਦਾ ਹੈ। ਉਹ ਉੱਠਦੀ ਹੈ, ਪਹਿਲਾਂ ਥੋੜੀ ਝਿਜਕਦੀ ਹੈ, ਫਿਰ ਇੱਕ ਛੋਟਾ ਜਿਹਾ ਕਦਮ, ਫਿਰ ਦੌੜਦੀ ਹੈ, ਦੌੜ ਕੇ ਆਪਣੇ ਪਿਤਾ ਦੀ ਬਾਂਹ ਵਿੱਚ ਜਾ ਡਿੱਗਦੀ ਹੈ। ਇਹ ਦਰਿਸ਼ ਡਰਾਮੇ ਦਾ ਸਭ ਤੋਂ ਭਾਵੁਕ ਤੇ ਸਭ ਤੋਂ ਮਾਰਕ ਹੈ। ਇੱਥੇ ਕੋਈ ਸ਼ਬਦ ਨਹੀਂ, ਕੋਈ ਡਾਇਲਾਗ ਨਹੀਂ, ਸਿਰਫ ਦੋ ਜਿਸਮ, ਦੋ ਜ਼ਖਮ, ਦੋ ਅਸ਼ਕ ਇੱਕ ਦੂਜੇ ਨੂੰ ਫੜੀ ਬੈਠੇ ਹਨ। ਇਹ ਗਲੇ ਦਾ ਉਹ ਸਾਦਾ ਪਰ ਗਹਿਰਾ ਅਹਿਸਾਸ ਹੈ, ਜਿਸ ਵਿੱਚ ਸਾਰੇ ਸਾਲਾਂ ਦੀ ਉਦਾਸੀ, ਗੁੱਸਾ, ਅਧੂਰਾਪਨ ਸਭ ਕੁਝ ਘੁਲ ਜਾਂਦਾ ਹੈ। ਡਰਾਮੇ ਦੀ ਕਹਾਣੀ ਭਾਵੇਂ ਛੋਟੀ ਹੈ, ਪਰ ਇਸ ਦੀਆਂ ਪਰਤਾਂ ਬਹੁਤ ਡੂੰਘੀਆਂ ਹਨ। ਸਤਾਤੇ ਇਹ ਇੱਕ ਧੀ ਅਤੇ ਪਿਤਾ ਦੇ ਮਿਲਾਪ ਦੀ ਕਹਾਣੀ ਹੈ, ਪਰ ਅੰਦਰ ਅੰਦਰ ਇਹ ਕਹਾਣੀ ਹੈ ਉਹਨਾਂ ਸਾਰਿਆਂ ਲੋਕਾਂ ਦੀ, ਜਿਨ੍ਹਾਂ ਨੂੰ ਕਦੇ ਆਪਣੇ ਮਾਂ-ਪਿਓ ਦਾ ਪਿਆਰ ਨਹੀਂ ਮਿਲਿਆ। ਇਹ ਕਹਾਣੀ ਹੈ ਉਸ ਪੀੜ੍ਹੀ ਦੀ, ਜਿਸਨੇ ਮਾਨਸਿਕ ਸਿਹਤ ਨੂੰ ਕਮਜ਼ੋਰੀ ਸਮਝਿਆ ਅਤੇ ਆਪਣੇ ਦਰਦ ਨੂੰ ਘਰ ਵਿੱਚ ਹੀ ਦੱਬ ਕੇ ਰੱਖਿਆ। ਪਿਤਾ ਦਾ ਕਿਰਦਾਰ ਭਾਵੇਂ ਡਰਾਮੇ ਵਿੱਚ ਦੇਰ ਨਾਲ ਆਉਂਦਾ ਹੈ, ਪਰ ਉਸਦੀ ਮੌਜੂਦਗੀ ਹਰ ਦਰਿਸ਼ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਉਹਨਾਂ ਮਾਪਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਆਪਣੇ ਬੱਚਿਆਂ ਤੋਂ ਦੂਰ ਹੋ ਗਏ, ਪਰ ਉਹਨਾਂ ਦੀ ਯਾਦ ਵਿੱਚ ਰੋਜ਼ ਮਰਦੇ ਰਹੇ। ਅਦਾਕਾਰੀ ਦੀ ਗੱਲ ਕਰੀਏ ਤਾਂ ਧੀ ਦੇ ਕਿਰਦਾਰ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ। ਉਸਦੀਆਂ ਅੱਖਾਂ ਨੇ ਪੂਰਾ ਡਰਾਮਾ ਆਪਣੇ ਉੱਪਰ ਚੁੱਕ ਲਿਆ ਹੈ। ਉਸਦੇ ਗੁੱਸੇ ਵਿੱਚ ਵੀ ਇੱਕ ਕਚਰਾਟ ਹੈ, ਉਸਦੇ ਸਵਾਲਾਂ ਵਿੱਚ ਵੀ ਇੱਕ ਨਮੀ ਹੈ। ਉਹ ਬਹੁਤ ਜ਼ਿਆਦਾ ਬੋਲਦੀ ਨਹੀਂ, ਪਰ ਜੋ ਬੋਲਦੀ ਹੈ, ਹਰ ਸ਼ਬਦ ਦਿਲ ਵਿੱਚ ਉਤਰਦਾ ਹੈ। ਪਿਤਾ ਦਾ ਕਿਰਦਾਰ ਉਸ ਮਰਦ ਦੀ ਬੁਲੰਦੀ ਨੂੰ ਤੋੜਦਾ ਹੈ ਜੋ ਸਮਾਜ ਵਿੱਚ ਹਮੇਸ਼ਾ ਮਜ਼ਬੂਤ ਰਹਿਣ ਲਈ ਬਣਿਆ ਹੁੰਦਾ ਹੈ। ਇੱਕ ਦਰਿਸ਼ ਵਿੱਚ, ਜਦੋਂ ਉਹ ਆਪਣੇ ਹੱਥ ਫੈਲਾਉਂਦਾ ਹੈ, ਤਾਂ ਉਹ ਉਹੀ ਹੱਥ ਹੁੰਦੇ ਹਨ ਜੋ ਕਦੇ ਆਪਣੀ ਧੀ ਨੂੰ ਚੂਲਾ ਚਲਾਉਂਦੇ ਸਨ, ਉਹੀ ਹੱਥ ਜਿਨ੍ਹਾਂ ਤੇ ਕਦੇ ਉਸਦਾ ਸਾਰਾ ਸੰਸਾਰ ਟਿਕਿਆ ਹੁੰਦਾ ਸੀ। ਹੁਣ ਉਹ ਹੱਥ ਕੰਬਦੇ ਹਨ, ਪਰ ਫਿਰ ਵੀ ਉਨੀ ਤਾਕਤ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਿਰਦਾਰ ਅਸਲੀ ਤਜਰਬਿਆਂ ਤੋਂ ਪ੍ਰੇਰਿਤ ਹਨ। ਡਰਾਮੇ ਦਾ ਸੰਵਾਦ ਬਹੁਤ ਘੱਟ ਹੈ, ਪਰ ਜੋ ਕੁਝ ਕਿਹਾ ਗਿਆ ਹੈ, ਉਹ ਹੀਰਾ ਬਣ ਕੇ ਨਿਖਰਦਾ ਹੈ।
ਇੱਕ ਲਾਈਨ ਮੈਨੂੰ ਖਾਸ ਤੌਰ ਤੇ ਯਾਦ ਹੈ, ਜਦੋਂ ਪਿਤਾ ਕਹਿੰਦਾ ਹੈ, ਮੈਂ ਤੈਨੂੰ ਛੱਡ ਕੇ ਨਹੀਂ ਗਿਆ ਸੀ, ਮੈਂ ਆਪਣੇ ਤੋਂ ਡਰ ਕੇ ਗਿਆ ਸੀ। ਇਸ ਇੱਕ ਵਾਕ ਨੇ ਸਾਰੇ ਡਰਾਮੇ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ। ਇਹ ਸੰਵਾਦ ਉਹਨਾਂ ਸਾਰੇ ਮਾਪਿਆਂ ਲਈ ਸੱਚ ਹੈ, ਜਿਹੜੇ ਅਸਫਲਤਾ, ਮਾਨਸਿਕ ਬਿਮਾਰੀ ਜਾਂ ਸਮਾਜਿਕ ਦਬਾਅ ਕਾਰਨ ਆਪਣੇ ਬੱਚਿਆਂ ਤੋਂ ਦੂਰ ਹੋ ਗਏ। ਡਰਾਮੇ ਦੇ ਨਿਰਦੇਸ਼ਨ ਤੇ ਗੌਰ ਕਰੀਏ ਤਾਂ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਾਦਗੀ ਹੈ। ਕੋਈ ਵੱਡੇ ਸੈਟ ਨਹੀਂ, ਕੋਈ ਭੜਕੀਲੇ ਕੱਪੜੇ ਨਹੀਂ। ਕੈਮਰਾ ਹਰ ਵੇਲੇ ਕਿਰਦਾਰਾਂ ਦੇ ਚਿਹਰਿਆਂ ਅਤੇ ਅੱਖਾਂ ਤੇ ਟਿਕਿਆ ਰਹਿੰਦਾ ਹੈ। ਕਲੋਜ਼-ਅਪ ਸ਼ਾਟਸ ਨੇ ਡਰਾਮੇ ਦੀ ਰੂਹ ਨੂੰ ਕੈਦ ਕਰ ਲਿਆ ਹੈ। ਜਦੋਂ ਧੀ ਦੇ ਹੱਥ ਕੰਬਦੇ ਹਨ ਤਾਂ ਕੈਮਰਾ ਉਹਨਾਂ ਹੱਥਾਂ ਤੇ ਹੁੰਦਾ ਹੈ। ਜਦੋਂ ਪਿਤਾ ਦੀ ਠੋਡੀ ਹਿਲਦੀ ਹੈ ਤਾਂ ਉਸ ਤੇ ਫੋਕਸ ਹੁੰਦਾ ਹੈ। ਸੰਗੀਤ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ, ਅਤੇ ਜਦੋਂ ਕੀਤੀ ਗਈ ਹੈ ਤਾਂ ਉਹ ਸਿਰਫ ਪਿਆਨੋ ਦੇ ਕੁਝ ਨੋਟ ਹਨ, ਕਾਫੀ ਨਹੀਂ, ਬਹੁਤ ਜ਼ਿਆਦਾ ਵੀ ਨਹੀਂ। ਬਿਲਕੁਲ ਸਹੀ ਮਾਤਰਾ ਵਿੱਚ। ਰੌਸ਼ਨੀ ਡਰਾਮੇ ਵਿੱਚ ਇੱਕ ਹੋਰ ਕਿਰਦਾਰ ਵਾਂਗ ਹੈ। ਸ਼ੁਰੂਆਤ ਵਿੱਚ ਧੀ ਦੇ ਦ੍ਰਿਸ਼ਾਂ ਵਿੱਚ ਠੰਡੇ, ਨੀਲੇ ਅਤੇ ਸਲੇਟੀ ਸ਼ੇਡ ਹਨ, ਜੋ ਉਸ ਦੇ ਅੰਦਰਲੇ ਖਲਾਅ ਨੂੰ ਦਰਸਾਉਂਦੇ ਹਨ। ਜਿਉਂ-ਜਿਉਂ ਉਹ ਪਿਤਾ ਦੇ ਨੇੜੇ ਆਉਂਦੀ ਹੈ, ਰੌਸ਼ਨੀ ਹੌਲੀ-ਹੌਲੀ ਗਰਮ ਰੰਗਾਂ ਵਿੱਚ ਬਦਲਦੀ ਜਾਂਦੀ ਹੈ। ਅੰਤ ਦਾ ਗਲੇ ਲੱਗਣ ਦਾ ਦ੍ਰਿਸ਼ ਸੁਨਹਿਰੀ ਰੋਸ਼ਨੀ ਵਿੱਚ ਨਹਾਇਆ ਹੁੰਦਾ ਹੈ, ਜਿਵੇਂ ਕੋਈ ਸੂਰਜ ਡੁੱਬਣ ਤੋਂ ਪਹਿਲਾਂ ਆਖਰੀ ਕਿਰਨਾਂ ਦੇ ਰਿਹਾ ਹੋਵੇ, ਜਾਂ ਕੋਈ ਅਜਿਹਾ ਸੂਰਜ ਜੋ ਹਨੇਰੇ ਵਿੱਚ ਡੁੱਬਦੇ ਵੀ ਕੋਈ ਆਸ ਦੇ ਜਾਂਦਾ ਹੈ। ਡਰਾਮੇ ਦਾ ਸਮਾਂ ਸੀਮਾ ਵੀ ਬਹੁਤ ਮਹੱਤਵਪੂਰਨ ਹੈ। 30 ਤੋਂ 35 ਮਿੰਟਾਂ ਦੀ ਇਹ ਛੋਟੀ ਜਿਹੀ ਕਹਾਣੀ ਦਰਸ਼ਕ ਨੂੰ ਇੰਨਾ ਜਕੜ ਕੇ ਰੱਖਦੀ ਹੈ ਕਿ ਅੰਤ ਵਿੱਚ ਅੱਖਾਂ ਤਰ ਹੋ ਜਾਂਦੀਆਂ ਹਨ। 1 ਘੰਟੇ ਦਾ ਡਰਾਮਾ ਹੋਰ ਵੀ ਵੇਰਵੇ ਦੇ ਸਕਦਾ ਸੀ, ਪਰ ਫਿਰ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਸੀ। 30 ਮਿੰਟਾਂ ਵਿੱਚ ਇਸ ਨੇ ਜੋ ਸੰਘਣਾ ਅਹਿਸਾਸ ਦਿੱਤਾ ਹੈ, ਉਹ ਘੱਟ ਸਮੇਂ ਦੀ ਇੱਕ ਵੱਡੀ ਜਿੱਤ ਹੈ। ਇਹ ਡਰਾਮਾ ਦਿਖਾਉਂਦਾ ਹੈ ਕਿ ਵਧੀਆ ਕਹਾਣੀ ਲਈ ਲੰਮਾ ਸਮਾਂ ਨਹੀਂ, ਸਗੋਂ ਸੋਚੀ ਸਮਝੀ ਕਹਾਣੀ ਚਾਹੀਦੀ ਹੈ। ਇਸ ਡਰਾਮੇ ਵਿੱਚ ਇੱਕ ਵੀ ਬੇਲੋੜਾ ਦ੍ਰਿਸ਼ ਨਹੀਂ ਹੈ। ਹਰ ਦ੍ਰਿਸ਼ ਅੱਗੇ ਦੀ ਕਹਾਣੀ ਲਈ ਜ਼ਰੂਰੀ ਹੈ। ਹਰ ਪਾਤਰ ਜਾਂ ਤਾਂ ਦਰਦ ਵਧਾਉਂਦਾ ਹੈ ਜਾਂ ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਸ ਡਰਾਮੇ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕਿਸੇ ਇੱਕ ਪਾਤਰ ਨੂੰ ਗਲਤ ਸਾਬਤ ਨਹੀਂ ਕਰਦਾ। ਪਿਤਾ ਦੂਰ ਹੋਇਆ, ਪਰ ਇਸ ਨੂੰ ਇੱਕ ਕਾਇਰਤਾ ਜਾਂ ਬੇਪਰਵਾਹੀ ਵਜੋਂ ਪੇਸ਼ ਨਹੀਂ ਕੀਤਾ ਗਿਆ। ਉਸ ਦੇ ਕੋਲ ਆਪਣੀ ਅਸਫਲਤਾ ਦਾ ਡਰ ਸੀ, ਅਤੇ ਇਸ ਡਰ ਕਾਰਨ ਉਸਨੇ ਉਹ ਗਲਤੀ ਕਰ ਦਿੱਤੀ। ਪਰ ਉਸਨੇ ਆਪਣੀ ਗਲਤੀ ਮੰਨੀ, ਅਤੇ ਉਸ ਗਲਤੀ ਨੂੰ ਸੁਧਾਰਨ ਲਈ ਉਹ ਆਪਣੇ ਗੁਰੂਰ ਨੂੰ ਤੋੜ ਕੇ ਧੀ ਦੇ ਸਾਹਮਣੇ ਆ ਖੜਾ ਹੋਇਆ। ਧੀ ਦੇ ਗੁੱਸੇ ਨੂੰ ਵੀ ਨਿਆਂ ਮਿਲਦਾ ਹੈ। ਉਹ ਬਿਲਕੁਲ ਸਹੀ ਸੀ ਆਪਣੇ ਗੁੱਸੇ ਵਿੱਚ, ਪਰ ਉਹ ਇੰਨੀ ਸਿਆਣੀ ਸੀ ਕਿ ਇਹ ਸਮਝ ਸਕੀ ਕਿ ਗੁੱਸੇ ਨਾਲ ਸਿਰਫ ਹੋਰ ਦੂਰੀਆਂ ਵਧਦੀਆਂ ਹਨ। ਅਖੀਰ 'ਚ ਜਦੋਂ ਉਹ ਦੌੜਦੀ ਹੈ ਤਾਂ ਉਹ ਦੌੜ ਗੁੱਸੇ ਨੂੰ ਪਿੱਛੇ ਛੱਡਣ ਦੀ ਦੌੜ ਹੈ। ਸਮਾਜਿਕ ਤੌਰ ਤੇ ਇਹ ਡਰਾਮਾ ਇੱਕ ਬਹੁਤ ਮਹੱਤਵਪੂਰਨ ਸੁਨੇਹਾ ਦਿੰਦਾ ਹੈ। ਸਾਡੇ ਸਮਾਜ ਵਿੱਚ ਆਦਮੀਆਂ ਨੂੰ ਰੋਣਾ, ਕਮਜ਼ੋਰ ਹੋਣਾ, ਆਪਣੇ ਅੰਦਰਲੇ ਜਜ਼ਬਾਤ ਨੂੰ ਦੱਸਣਾ ਮਨਾ ਹੈ। ਮਰਦ ਨਹੀਂ ਰੋਂਦਾ ਇਹ ਇੱਕ ਜ਼ਹਿਰੀਲਾ ਸੁਨੇਹਾ ਹੈ, ਜਿਸ ਨੇ ਪੀੜ੍ਹੀਆਂ ਨੂੰ ਆਪਣੇ ਦਰਦ ਨਾਲ ਇਕੱਲੇ ਹੀ ਮਰਨ ਲਈ ਛੱਡ ਦਿੱਤਾ ਹੈ। ਇਹ ਡਰਾਮਾ ਉਸ ਮੂਰਤੀ ਨੂੰ ਤੋੜਦਾ ਹੈ। ਪਿਤਾ ਦਾ ਰੋਣਾ ਇੱਕ ਮਹਾਕਾਵਿ ਹੈ। ਉਹ ਰੋ ਕੇ ਸਾਫ਼ ਕਰ ਦਿੰਦਾ ਹੈ ਕਿ ਉਹ ਵੀ ਇੱਕ ਇਨਸਾਨ ਹੈ, ਉਸਨੇ ਵੀ ਗਲਤੀਆਂ ਕੀਤੀਆਂ, ਉਹ ਵੀ ਡਰਦਾ ਸੀ, ਉਹ ਵੀ ਆਪਣੀ ਧੀ ਨੂੰ ਮਿਲਣ ਲਈ ਸਾਲਾਂ ਤਰਸਦਾ ਰਿਹਾ। ਇਹ ਦ੍ਰਿਸ਼ ਹਰ ਉਸ ਆਦਮੀ ਲਈ ਖੁੱਲ੍ਹੇ ਦਰਵਾਜ਼ੇ ਵਰਗਾ ਹੈ, ਜਿਸਨੇ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਆਪਣੇ ਅੰਦਰ ਹੀ ਇੱਕ ਕਬਰ ਬਣਾ ਲਈ। ਅਜਿਹੇ ਦ੍ਰਿਸ਼ ਕੁਝ ਹੀ ਡਰਾਮੇ ਲਿਖ ਪਾਉਂਦੇ ਹਨ। ਇੱਕ ਹੋਰ ਪਹਿਲੂ ਹੈ ਔਰਤਾਂ ਦੀ ਆਵਾਜ਼। ਧੀ ਨੇ ਹੀ ਪਹਿਲ ਕੀਤੀ। ਜਦੋਂ ਪਿਤਾ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ, ਤਾਂ ਧੀ ਨੇ ਪੁੱਛਿਆ, ਧੀ ਨੇ ਐਲਾਨ ਕੀਤਾ ਕਿ ਉਹ ਦਰਦ ਨੂੰ ਹੁਣ ਨਹੀਂ ਢੋ ਸਕਦੀ। ਭਾਰਤੀ ਅਤੇ ਪੰਜਾਬੀ ਸੰਦਰਭ ਵਿੱਚ ਔਰਤਾਂ ਨੂੰ ਅਕਸਰ ਘਰ ਵਿੱਚ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਪਰ ਇਹ ਡਰਾਮਾ ਉਸ ਰਵਾਇਤ ਨੂੰ ਤੋੜਦਾ ਹੈ। ਇਹ ਦਿਖਾਉਂਦਾ ਹੈ ਕਿ ਜਜ਼ਬਾਤਾਂ ਦਾ ਇਜ਼ਹਾਰ ਲਿੰਗ ਨਹੀਂ ਦੇਖਦਾ, ਨਾ ਹੀ ਦਰਦ ਦੇਖਦਾ ਹੈ, ਨਾ ਹੀ ਪਿਆਰ। ਡਰਾਮੇ ਵਿੱਚ ਕੁਝ ਪਲ ਇੱਦਾਂ ਦੇ ਹਨ ਜੋ ਬਹੁਤ ਘੱਟ ਲੇਖਕ ਲਿਖ ਪਾਉਂਦੇ ਹਨ। ਜਿਵੇਂ ਕਿ ਜਦੋਂ ਧੀ ਪਿਤਾ ਨੂੰ ਪੁੱਛਦੀ ਹੈ, ਤੁਸੀਂ ਮੈਨੂੰ ਜਨਮਦਿਨ ਤੇ ਕਦੇ ਫੋਨ ਕਿਉਂ ਨਹੀਂ ਕੀਤਾ? ਪਿਤਾ ਦਾ ਜਵਾਬ ਹੈ, ਤੂੰ ਦੱਸ ਕਿ ਜਨਮਦਿਨ ਕਿਹੜਾ ਦਿਨ ਹੁੰਦਾ ਹੈ? ਇਹ ਸਵਾਲ ਲਗਭਗ ਇੱਕ ਕਬਰ ਵਿੱਚ ਦੇਣ ਵਾਲਾ ਹੈ। ਉਹ ਨਹੀਂ ਜਾਣਦਾ ਕਿ ਉਸ ਦੇ ਲਹੂ ਦਾ ਲਹੂ ਦੁਨੀਆ ਵਿੱਚ ਕਿਹੜੇ ਦਿਨ ਆਇਆ ਸੀ। ਉਹ ਸ਼ਰਮਿੰਦਾ ਹੁੰਦਾ ਹੈ, ਉਸ ਦਾ ਸਿਰ ਝੁਕ ਜਾਂਦਾ ਹੈ। ਉਹ ਨਹੀਂ ਦੱਸ ਸਕਦਾ ਕਿ ਉਹ ਹਰ ਸਾਲ ਉਸ ਦਿਨ ਉਸੇ ਬੱਸ ਸਟੈਂਡ ਤੇ ਬੈਠਾ ਰੋਂਦਾ ਸੀ, ਉਸੇ ਰੁੱਖ ਹੇਠਾਂ ਜਿੱਥੇ ਉਹਨਾਂ ਨੇ ਆਖਰੀ ਵਾਰੀ ਇਕੱਠੇ ਆਈਸਕ੍ਰੀਮ ਖਾਧੀ ਸੀ। ਪਰ ਇਹ ਗੱਲਾਂ ਉਹ ਕਹਿ ਨਹੀਂ ਸਕਦਾ। ਇਹ ਡਰਾਮਾ ਸਿਰਫ ਦਿਖਾਉਂਦਾ ਨਹੀਂ, ਸਗੋਂ ਦਿਲਾਂ ਨੂੰ ਛੂਹਦਾ ਹੈ। ਇਸ ਦਾ ਲੇਖਣ ਪਿਆਰ ਨਾਲ ਕੀਤਾ ਗਿਆ ਹੈ। ਹਰ ਜਗ੍ਹਾ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਆਪਣੇ ਅੰਦਰ ਕਿਤੇ ਨਾ ਕਿਤੇ ਇਹੀ ਦਰਦ ਜਲਿਆ ਹੈ। ਇਹ ਡਰਾਮਾ ਇੱਕ ਸਮੂਹਿਕ ਸੱਚ ਨੂੰ ਛੂਹ ਲੈਂਦਾ ਹੈ। ਪੰਜਾਬ ਵਿੱਚ, ਜਿੱਥੇ ਪ੍ਰਵਾਸ ਦਾ ਦਰਦ, ਅਰਥ ਵਿਵਸਥਾ ਦਾ ਦਬਾਅ,
ਅਤੇ ਪੀੜ੍ਹੀਆਂ ਵਿਚਕਾਰਲੀਆਂ ਖਾਈਆਂ ਡੂੰਘੀਆਂ ਹੋ ਰਹੀਆਂ ਹਨ। ਇਹ ਡਰਾਮਾ ਇੱਕ ਦਰਪਣ ਵਾਂਗ ਹੈ। ਬਹੁਤ ਸਾਰੇ ਬੱਚੇ ਅੱਜ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਹਿਸੂਸ ਕਰ ਪਾਉਂਦੇ, ਭਾਵੇਂ ਉਹ ਪਿਤਾ ਉਹਨਾਂ ਦੇ ਸਾਹਮਣੇ ਖੜਾ ਹੀ ਕਿਉਂ ਨਾ ਹੋਵੇ। ਬਹੁਤ ਸਾਰੇ ਪਿਤਾ ਆਪਣੇ ਬੱਚੇ ਦਾ ਪਿਆਰ ਲੈਣ ਲਈ ਤਰਸਦੇ ਹਨ, ਪਰ ਆਪਣੇ ਗੁਰੂਰ ਜਾਂ ਸ਼ਰਮ ਕਾਰਨ ਮਿਲ ਨਹੀਂ ਪਾਉਂਦੇ। ਇਹ ਡਰਾਮਾ ਰੌਣਕਾਂ ਤੋਂ ਉੱਤਰ ਕੇ ਅਸਲੀਅਤ ਤੱਕ ਪਹੁੰਚਦਾ ਹੈ। ਡਰਾਮੇ ਦਾ ਅੰਤ ਨਿਸ਼ਚਿਤ ਤੌਰ ਤੇ ਉੱਚਾ ਹੈ, ਪਰ ਇਹ ਝੂਠਾ ਨਹੀਂ ਲੱਗਦਾ। ਧੀ ਪਿਤਾ ਦੇ ਘਰ ਨਹੀਂ ਆ ਜਾਂਦੀ, ਪਿਤਾ ਕੋਲ ਵਾਪਸ ਨਹੀਂ ਚਲਾ ਜਾਂਦਾ। ਉਹ ਚਲੇ ਜਾਂਦੇ ਹਨ, ਪਰ ਇੱਕ ਵਾਅਦੇ ਨਾਲ ਕਿ ਉਹ ਦੁਬਾਰਾ ਮਿਲਣਗੇ, ਉਹ ਗੱਲ ਕਰਨਗੇ ਅਤੇ ਉਹ ਦਰਦ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਢੋਣਗੇ। ਇਹ ਅੰਤ ਸੱਚਾ ਹੈ। ਡਰਾਮਾ ਇਹ ਨਹੀਂ ਕਹਿੰਦਾ ਕਿ ਸਭ ਕੁਝ ਠੀਕ ਹੋ ਗਿਆ, ਇਹ ਕਹਿੰਦਾ ਹੈ ਕਿ ਹੁਣ ਸ਼ੁਰੂਆਤ ਹੋਈ ਹੈ, ਅਤੇ ਇਹ ਸ਼ਾਇਦ ਸਭ ਤੋਂ ਸੁੰਦਰ ਸੰਦੇਸ਼ ਹੈ। ਸਾਡੇ ਜ਼ਖਮ ਭਰਨ ਵਿੱਚ ਸਮਾਂ ਲੱਗਦਾ ਹੈ, ਪਰ ਪਹਿਲਾ ਕਦਮ, ਉਹ ਇੱਕ ਦੌੜ, ਉਹ ਇੱਕ ਗਲਵਕੜੀ ਸਭ ਕੁਝ ਠੀਕ ਕਰਨ ਦੀ ਤਾਕਤ ਰੱਖਦੀ ਹੈ। ਅਖੀਰ ਵਿੱਚ ਡਰਾਮੇ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇਹ ਇੱਕ ਕਲਾ ਕਿਰਤ ਹੋਣ ਦੇ ਨਾਲ ਇੱਕ ਤਜਰਬਾ ਹੈ। ਤੁਸੀਂ ਇਸ ਨੂੰ ਦੇਖਦੇ ਹੋ ਤਾਂ ਲੱਗਦਾ ਹੈ ਕਿ ਕੋਈ ਤੁਹਾਡੀ ਹੀ ਕਹਾਣੀ ਸੁਣਾ ਰਿਹਾ ਹੈ। ਕੋਈ ਉਹ ਸਭ ਕੁਝ ਬੋਲ ਰਿਹਾ ਹੈ ਜੋ ਤੁਸੀਂ ਸਾਲਾਂ ਤੋਂ ਆਪਣੇ ਮਾਂ-ਪਿਓ ਨੂੰ ਕਹਿਣਾ ਚਾਹੁੰਦੇ ਸੀ, ਜਾਂ ਉਹ ਸਭ ਕੁਝ ਸੁਣ ਰਹੇ ਹੋ ਜੋ ਤੁਸੀਂ ਆਪਣੇ ਬੱਚੇ ਨੂੰ ਕਦੇ ਨਹੀਂ ਕਹਿ ਸਕੇ। ਇਸੇ ਲਈ ਇਹ ਡਰਾਮਾ ਛੋਟਾ ਹੁੰਦੇ ਹੋਏ ਵੀ ਅਮਰ ਹੈ। ਇਹ ਸ਼ਬਦਾਂ ਤੋਂ ਵੱਧ, ਡਾਇਲਾਗਾਂ ਤੋਂ ਵੱਧ, ਸੀਨਾਂ ਤੋਂ ਵੱਧ ਇੱਕ ਅਹਿਸਾਸ ਹੈ। ਜਿਸ ਕਿਸੇ ਦਾ ਵੀ ਕਦੇ ਕਿਸੇ ਨਾਲ ਕੋਈ ਅਧੂਰਾ ਰਿਸ਼ਤਾ ਰਿਹਾ ਹੈ, ਉਸ ਨੂੰ ਇਹ ਡਰਾਮਾ ਰੋਣ, ਹੱਸਣ, ਮਿਲਣ, ਵਿਛੋੜਨ ਅਤੇ ਸਭ ਤੋਂ ਵੱਧ ਮਾਫ਼ ਕਰਨ ਦੀ ਤਾਕਤ ਦੇਵੇਗਾ। ਬਰਲਾਰੀ ਕੇ ਪੇਲੁਕਨ ਅਯਾ ਸਿਰਫ ਇੱਕ ਡਰਾਮਾ ਨਹੀਂ ਹੈ, ਇਹ ਉਹਨਾਂ ਸਾਰੇ ਬੱਚਿਆਂ ਦੀ ਇੱਕ ਸੰਗੀਤ ਹੈ ਜਿਨ੍ਹਾਂ ਨੇ ਆਪਣੇ ਪਿਤਾ ਦੀ ਉਡੀਕ ਵਿੱਚ ਵਰ੍ਹੇ ਬਿਤਾ ਦਿੱਤੇ। ਅਤੇ ਇਹ ਉਹਨਾਂ ਸਾਰੇ ਪਿਤਾਵਾਂ ਨੂੰ ਵੀ ਸਲਾਮ ਕਰਦਾ ਹੈ ਜੋ ਦੂਰ ਰਹਿ ਕੇ ਵੀ ਪਿਆਰ ਕਰਦੇ ਰਹੇ, ਪਰ ਇਸ ਪਿਆਰ ਨੂੰ ਸ਼ਬਦ ਦੇਣ ਦੀ ਬਜਾਏ ਉਹ ਖਾਮੋਸ਼ ਰਹੇ। ਜੇ ਇੱਕ ਡਰਾਮੇ ਤੋਂ ਇੱਕ ਸਿੱਖਿਆ ਲੈਣੀ ਹੋਵੇ ਤਾਂ ਉਹ ਇਹ ਹੈ, ਜੇ ਕੋਈ ਤੁਹਾਡਾ ਆਪਾ ਹੈ, ਜੇ ਤੁਹਾਡੇ ਅੰਦਰ ਕੋਈ ਦਰਦ ਹੈ, ਤਾਂ ਜਾਓ, ਦੌੜੋ, ਉਸ ਨੂੰ ਗਲੇ ਲਗਾਓ। ਸਮਾਂ ਬਹੁਤ ਹੱਥੋਂ ਨਾ ਨਿਕਲ ਜਾਵੇ। ਇਹ ਡਰਾਮਾ ਉਸੇ ਇੱਕ ਦੌੜ ਦਾ ਦਸਤਾਵੇਜ਼ ਹੈ। ਬਰਲਾਰੀ ਕੇ ਪੇਲੁਕਨ ਅਯਾ ਇੱਕ ਛੋਟਾ ਜਿਹਾ ਡਰਾਮਾ ਹੈ, ਪਰ ਇਸ ਦਾ ਅਸਰ ਦਿਲ ਤੇ ਡੂੰਘਾ ਉਤਰ ਜਾਂਦਾ ਹੈ। ਇਹ ਉਹਨਾਂ ਦਿਲਾਂ ਦੀ ਕਹਾਣੀ ਹੈ ਜੋ ਦੂਰੀਆਂ ਵਿੱਚ ਵੀ ਨੇੜੇ ਹੁੰਦੇ ਹਨ, ਉਹਨਾਂ ਅੱਖਾਂ ਦੀ ਜ਼ੁਬਾਨ ਜੋ ਬਿਨਾਂ ਕੁਝ ਕਹੇ ਸਭ ਕੁਝ ਆਖ ਜਾਂਦੀਆਂ ਹਨ, ਅਤੇ ਉਸ ਇੱਕ ਗਲੇ ਦੀ ਤਾਕਤ ਜੋ ਸਾਰੇ ਦਰਦ, ਸਾਰੇ ਗੁੱਸੇ, ਸਾਰੇ ਸਵਾਲਾਂ ਨੂੰ ਇੱਕ ਪਲ ਵਿੱਚ ਖਤਮ ਕਰ ਦਿੰਦੀ ਹੈ। ਇਸ ਡਰਾਮੇ ਦੀ ਸ਼ੁਰੂਆਤ ਇੱਕ ਆਮ ਜਿਹੇ ਪਰ ਬੇਚੈਨ ਦਰਿਸ਼ ਨਾਲ ਹੁੰਦੀ ਹੈ। ਕਿਰਦਾਰ ਆਪਣੀ ਮਾਂ ਨਾਲ ਰਹਿੰਦੀ ਇੱਕ ਨੌਜਵਾਨ ਕੁੜੀ ਹੈ। ਉਸ ਦੀ ਜ਼ਿੰਦਗੀ ਵਿੱਚ ਪਿਤਾ ਦਾ ਨਾਂ ਹੈ ਤਾਂ, ਪਰ ਉਸ ਦੀ ਹੋਂਦ ਮਹਿਸੂਸ ਨਹੀਂ ਹੁੰਦੀ। ਉਸ ਦੇ ਕਮਰੇ ਵਿੱਚ ਪਿਤਾ ਦੀ ਪੁਰਾਣੀ ਤਸਵੀਰ ਲੱਗੀ ਹੈ, ਜਿਸ ਨੂੰ ਉਹ ਘੂਰਦੀ ਰਹਿੰਦੀ ਹੈ, ਜਿਵੇਂ ਉਸ ਤੋਂ ਉਹ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸ ਨੂੰ ਕਦੇ ਮਿਲੇ ਹੀ ਨਹੀਂ। ਇਹ ਤਸਵੀਰ ਉਸ ਦੀ ਬੇਚੈਨੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਤਾਂ ਗੱਲਾਂ ਵਿੱਚ ਤਲਖੀ ਹੈ, ਸ਼ਬਦਾਂ ਵਿੱਚ ਉਹ ਦਰਦ ਹੈ ਜੋ ਸਾਲਾਂ ਤੋਂ ਦਬਿਆ ਹੋਇਆ ਹੈ। ਮਾਂ ਕੁਝ ਜ਼ਿਆਦਾ ਨਹੀਂ ਦੱਸਦੀ, ਸਿਰਫ ਇੰਨਾ ਕਹਿੰਦੀ ਹੈ ਕਿ ਉਸ ਦੇ ਪਿਤਾ ਨੇ ਉਹਨਾਂ ਨੂੰ ਛੱਡਿਆ ਸੀ, ਪਰ ਕਿਉਂ, ਇਹ ਇੱਕ ਰਾਜ਼ ਹੈ ਜੋ ਉਸ ਦੇ ਨਾਲ ਹੀ ਦੱਬਿਆ ਜਾਪਦਾ ਹੈ। ਇੱਕ ਦਿਨ, ਇੱਕ ਫੋਨ ਆਉਂਦਾ ਹੈ। ਇੱਕ ਆਦਮੀ ਨੇ ਉਸ ਨੂੰ ਮਿਲਣਾ ਹੈ। ਉਹ ਆਦਮੀ ਕੋਈ ਹੋਰ ਨਹੀਂ, ਉਸ ਦਾ ਪਿਤਾ ਹੈ। ਪਹਿਲਾਂ ਤਾਂ ਉਸ ਦੇ ਮਨ ਵਿੱਚ ਗੁੱਸਾ ਹੈ, ਨਾ ਕਰਨ ਦਾ ਮਨ ਕਰਦਾ ਹੈ, ਪਰ ਅੰਦਰੋਂ ਉਹ ਬੇਚੈਨੀ, ਉਹ ਕੁਤੂਹਲ, ਉਹ ਖਲਾ ਉਸ ਨੂੰ ਖਿੱਚ ਲੈਂਦਾ ਹੈ। ਉਹ ਮਿਲਣ ਲਈ ਰਾਜ਼ੀ ਹੋ ਜਾਂਦੀ ਹੈ। ਮਿਲਣੀ ਇੱਕ ਸਾਦੀ ਜਿਹੀ ਥਾਂ ਤੇ ਰੱਖੀ ਜਾਂਦੀ ਹੈ, ਜਿਵੇਂ ਇੱਕ ਪਾਰਕ ਜਾਂ ਕਿਸੇ ਕਾਫੀ ਹਾਊਸ ਦਾ ਪਿਛਾੜ ਵਾਲਾ ਹਿੱਸਾ। ਦਰਿਸ਼ ਦੀ ਸਾਦਗੀ ਦਰਸ਼ਕ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਇਹ ਮੁਲਾਕਾਤ ਸਾਰੇ ਲਹਿਜ਼ੇ ਠਾਠ ਤੋਂ ਉੱਪਰ ਹੈ। ਇਹ ਸਿਰਫ ਦੋ ਜ਼ਖਮਾਂ ਦਾ ਆਹਮੋ ਸਾਹਮਣਾ ਹੈ। ਜਦੋਂ ਪਿਤਾ ਆਉਂਦਾ ਹੈ ਤਾਂ ਉਸ ਦੇ ਚਿਹਰੇ ਤੇ ਬੁਢਾਪਾ ਅਤੇ ਪਛਤਾਵਾ ਸਾਫ਼ ਲਿਖਿਆ ਹੁੰਦਾ ਹੈ। ਉਸ ਦੀਆਂ ਅੱਖਾਂ ਝੁਕੀਆਂ ਹਨ, ਹੱਥ ਕੰਬਦੇ ਹਨ। ਉਹ ਲੰਬੇ ਸਮੇਂ ਤੋਂ ਇਸ ਪਲ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਜਦੋਂ ਪਲ ਆਣ ਖੜਾ ਹੈ ਤਾਂ ਉਸ ਦੇ ਮੂੰਹੋਂ ਸ਼ਬਦ ਨਹੀਂ ਨਿਕਲਦੇ। ਧੀ ਉਸ ਨੂੰ ਘੂਰਦੀ ਹੈ। ਉਸ ਦੇ ਵਿਹਾਰ ਵਿੱਚ ਨਫ਼ਰਤ ਹੈ, ਪਰ ਅੱਖਾਂ ਦੇ ਕੋਨਿਆਂ ਵਿੱਚ ਉਹ ਬੱਚੀ ਵੀ ਹੈ ਜਿਸ ਨੇ ਸਾਲਾਂ ਬਿਤਾ ਦਿੱਤੇ ਇਸ ਪਲ ਨੂੰ ਜਿਉਂਦੇ ਹੋਏ। ਪਹਿਲਾਂ ਤਾਂ ਉਹ ਗੱਲ ਸਿੱਧੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂ ਛੱਡਿਆ ਸਾਨੂੰ? ਪਰ ਪਿਤਾ ਜਵਾਬ ਦੇਣ ਦੀ ਬਜਾਏ ਚੁੱਪ ਰਹਿੰਦਾ ਹੈ। ਉਸ ਦੀ ਚੁੱਪ ਹੋਰ ਗੁੱਸਾ ਦਿਵਾਉਂਦੀ ਹੈ। ਉਹ ਉੱਠ ਕੇ ਜਾਣ ਲੱਗਦੀ ਹੈ, ਪਰ ਪਿਤਾ ਦਾ ਇੱਕ ਹੱਥ ਉਸ ਦੇ ਹੱਥ ਨੂੰ ਫੜ ਲੈਂਦਾ ਹੈ। ਉਹ ਮੁੜ ਕੇ ਦੇਖਦੀ ਹੈ, ਉਸ ਦੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਹਨ। ਨਾ ਗੁੱਸੇ ਦੇ, ਨਾ ਦਰਦ ਦੇ, ਸਗੋਂ ਉਸ ਇਕੱਲੇਪਣ ਦੇ ਜੋ ਉਹਨਾਂ ਸਾਰਿਆਂ ਸਾਲਾਂ ਵਿੱਚ ਉਸਨੇ ਅੰਦਰ ਹੀ ਅੰਦਰ ਭੁਗਤਿਆ। ਉਹ ਦੱਸਦਾ ਹੈ ਕਿ ਉਸਨੇ ਘਰ ਇਸ ਲਈ ਛੱਡਿਆ ਕਿਉਂਕਿ ਉਸਨੂੰ ਲੱਗਿਆ ਕਿ ਉਹ ਅਸਫਲ ਹੈ, ਕਿ ਉਹ ਘਰ ਵਾਲਿਆਂ ਨੂੰ ਕੁਝ ਨਹੀਂ ਦੇ ਸਕੇਗਾ, ਕਿ ਉਸਦੀ ਹੋਂਦ ਹੀ ਬੋਝ ਹੈ। ਉਹ ਦੱਸਦਾ ਹੈ ਕਿ ਉਸਨੇ ਕਿੰਨੀਆਂ ਰਾਤਾਂ ਸੜਕਾਂ ਤੇ ਕੱਟੀਆਂ, ਕਿੰਨੇ ਕੰਮ ਕੀਤੇ,
ਕਿੰਨੀਆਂ ਵਾਰੀ ਉਹ ਮਰਨਾ ਚਾਹਿਆ, ਪਰ ਹਰ ਵਾਰ ਉਸਦੀ ਧੀ ਦਾ ਚਿਹਰਾ ਉਸਨੂੰ ਜਿਉਂਦਾ ਰੱਖਦਾ ਰਿਹਾ। ਇਹ ਸਭ ਸੁਣ ਕੇ ਧੀ ਦਾ ਗੁੱਸਾ ਇੱਕ ਵਿਰਲਾਪ ਵਿੱਚ ਬਦਲ ਜਾਂਦਾ ਹੈ। ਉਹ ਰੋਂਦੀ ਹੈ, ਉਹ ਆਪਣੇ ਪਿਤਾ ਦੇ ਸਾਹਮਣੇ ਬਹੁਤ ਛੋਟੀ ਹੋ ਜਾਂਦੀ ਹੈ। ਪਲ ਪਲ ਬਦਲਦਾ ਹੈ। ਉਹ ਉੱਠਦੀ ਹੈ, ਪਹਿਲਾਂ ਥੋੜੀ ਝਿਜਕਦੀ ਹੈ, ਫਿਰ ਇੱਕ ਛੋਟਾ ਜਿਹਾ ਕਦਮ, ਫਿਰ ਦੌੜਦੀ ਹੈ, ਦੌੜ ਕੇ ਆਪਣੇ ਪਿਤਾ ਦੀ ਬਾਂਹ ਵਿੱਚ ਜਾ ਡਿੱਗਦੀ ਹੈ। ਇਹ ਦ੍ਰਿਸ਼ ਡਰਾਮੇ ਦਾ ਸਭ ਤੋਂ ਭਾਵੁਕ ਤੇ ਸਭ ਤੋਂ ਮਾਰਕ ਹੈ। ਇੱਥੇ ਕੋਈ ਸ਼ਬਦ ਨਹੀਂ, ਕੋਈ ਡਾਇਲਾਗ ਨਹੀਂ, ਸਿਰਫ ਦੋ ਜਿਸਮ, ਦੋ ਜ਼ਖਮ, ਦੋ ਅਸ਼ਕ ਇੱਕ ਦੂਜੇ ਨੂੰ ਫੜੀ ਬੈਠੇ ਹਨ। ਇਹ ਗਲੇ ਦਾ ਉਹ ਸਾਦਾ ਪਰ ਗਹਿਰਾ ਅਹਿਸਾਸ ਹੈ, ਜਿਸ ਵਿੱਚ ਸਾਰੇ ਸਾਲਾਂ ਦੀ ਉਦਾਸੀ, ਗੁੱਸਾ, ਅਧੂਰਾਪਨ ਸਭ ਕੁਝ ਘੁਲ ਜਾਂਦਾ ਹੈ। ਡਰਾਮੇ ਦੀ ਕਹਾਣੀ ਭਾਵੇਂ ਛੋਟੀ ਹੈ, ਪਰ ਇਸ ਦੀਆਂ ਪਰਤਾਂ ਬਹੁਤ ਡੂੰਘੀਆਂ ਹਨ। ਸਤਾਤੇ ਇਹ ਇੱਕ ਧੀ ਅਤੇ ਪਿਤਾ ਦੇ ਮਿਲਾਪ ਦੀ ਕਹਾਣੀ ਹੈ, ਪਰ ਅੰਦਰ ਇਹ ਕਹਾਣੀ ਹੈ ਉਹਨਾਂ ਸਾਰਿਆਂ ਲੋਕਾਂ ਦੀ, ਜਿਨ੍ਹਾਂ ਨੂੰ ਕਦੇ ਆਪਣੇ ਮਾਂ-ਪਿਓ ਦਾ ਪਿਆਰ ਨਹੀਂ ਮਿਲਿਆ। ਇਹ ਕਹਾਣੀ ਹੈ ਉਸ ਪੀੜ੍ਹੀ ਦੀ, ਜਿਸਨੇ ਮਾਨਸਿਕ ਸਿਹਤ ਨੂੰ ਕਮਜ਼ੋਰੀ ਸਮਝਿਆ ਅਤੇ ਆਪਣੇ ਦਰਦ ਨੂੰ ਘਰ ਵਿੱਚ ਹੀ ਦਬ ਕੇ ਰੱਖਿਆ। ਪਿਤਾ ਦਾ ਕਿਰਦਾਰ ਭਾਵੇਂ ਡਰਾਮੇ ਵਿੱਚ ਦੇਰ ਨਾਲ ਆਉਂਦਾ ਹੈ, ਪਰ ਉਸਦੀ ਮੌਜੂਦਗੀ ਹਰ ਦ੍ਰਿਸ਼ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਉਹਨਾਂ ਮਾਪਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਆਪਣੇ ਬੱਚਿਆਂ ਤੋਂ ਦੂਰ ਹੋ ਗਏ, ਪਰ ਉਹਨਾਂ ਦੀ ਯਾਦ ਵਿੱਚ ਰੋਜ਼ ਮਰਦੇ ਰਹੇ। ਅਦਾਕਾਰੀ ਦੀ ਗੱਲ ਕਰੀਏ ਤਾਂ ਧੀ ਦੇ ਕਿਰਦਾਰ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ। ਉਸਦੀਆਂ ਅੱਖਾਂ ਨੇ ਪੂਰਾ ਡਰਾਮਾ ਆਪਣੇ ਉੱਪਰ ਚੁੱਕ ਲਿਆ ਹੈ। ਉਸਦੇ ਗੁੱਸੇ ਵਿੱਚ ਵੀ ਇੱਕ ਕਚਰਾਟ ਹੈ, ਉਸਦੇ ਸਵਾਲਾਂ ਵਿੱਚ ਵੀ ਇੱਕ ਨਮੀ ਹੈ। ਉਹ ਬਹੁਤ ਜ਼ਿਆਦਾ ਬੋਲਦੀ ਨਹੀਂ, ਪਰ ਜੋ ਬੋਲਦੀ ਹੈ, ਹਰ ਸ਼ਬਦ ਦਿਲ ਵਿੱਚ ਉਤਰਦਾ ਹੈ। ਪਿਤਾ ਦਾ ਕਿਰਦਾਰ ਉਸ ਮਰਦ ਦੀ ਬੁਲੰਦੀ ਨੂੰ ਤੋੜਦਾ ਹੈ ਜੋ ਸਮਾਜ ਵਿੱਚ ਹਮੇਸ਼ਾ ਮਜ਼ਬੂਤ ਰਹਿਣ ਲਈ ਬਣਿਆ ਹੁੰਦਾ ਹੈ। ਇੱਕ ਦ੍ਰਿਸ਼ ਵਿੱਚ ਜਦੋਂ ਉਹ ਆਪਣੇ ਹੱਥ ਫੈਲਾਉਂਦਾ ਹੈ, ਤਾਂ ਉਹ ਉਹੀ ਹੱਥ ਹੁੰਦੇ ਹਨ ਜੋ ਕਦੇ ਆਪਣੀ ਧੀ ਨੂੰ ਚੂਲਾ ਚਲਾਉਂਦੇ ਸਨ, ਉਹੀ ਹੱਥ ਜਿਨ੍ਹਾਂ ਤੇ ਕਦੇ ਉਸਦਾ ਸਾਰਾ ਸੰਸਾਰ ਟਿਕਿਆ ਹੁੰਦਾ ਸੀ। ਹੁਣ ਉਹ ਹੱਥ ਕੰਬਦੇ ਹਨ, ਪਰ ਫਿਰ ਵੀ ਉਨੀ ਤਾਕਤ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਿਰਦਾਰ ਅਸਲੀ ਤਜਰਬਿਆਂ ਤੋਂ ਪ੍ਰੇਰਿਤ ਹਨ। ਡਰਾਮੇ ਦਾ ਸੰਵਾਦ ਬਹੁਤ ਘੱਟ ਹੈ, ਪਰ ਜੋ ਕੁਝ ਕਿਹਾ ਗਿਆ ਹੈ, ਉਹ ਹੀਰਾ ਬਣ ਕੇ ਨਿਖਰਦਾ ਹੈ। ਇੱਕ ਲਾਈਨ ਮੈਨੂੰ ਖਾਸ ਤੌਰ ਤੇ ਯਾਦ ਹੈ, ਜਦੋਂ ਪਿਤਾ ਕਹਿੰਦਾ ਹੈ, ਮੈਂ ਤੈਨੂੰ ਛੱਡ ਕੇ ਨਹੀਂ ਗਿਆ ਸੀ, ਮੈਂ ਆਪਣੇ ਤੋਂ ਡਰ ਕੇ ਗਿਆ ਸੀ। ਇਸ ਇੱਕ ਵਾਕ ਨੇ ਸਾਰੇ ਡਰਾਮੇ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ। ਇਹ ਸੰਵਾਦ ਉਹਨਾਂ ਸਾਰੇ ਮਾਪਿਆਂ ਲਈ ਸੱਚ ਹੈ, ਜਿਹੜੇ ਅਸਫਲਤਾ, ਮਾਨਸਿਕ ਬਿਮਾਰੀ ਜਾਂ ਸਮਾਜਿਕ ਦਬਾਅ ਕਾਰਨ ਆਪਣੇ ਬੱਚਿਆਂ ਤੋਂ ਦੂਰ ਹੋ ਗਏ। ਡਰਾਮੇ ਦੇ ਨਿਰਦੇਸ਼ਨ ਤੇ ਗੌਰ ਕਰੀਏ ਤਾਂ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਾਦਗੀ ਹੈ। ਕੋਈ ਵੱਡੇ ਸੈਟ ਨਹੀਂ, ਕੋਈ ਭੜਕੀਲੇ ਕੱਪੜੇ ਨਹੀਂ। ਕੈਮਰਾ ਹਰ ਵੇਲੇ ਕਿਰਦਾਰਾਂ ਦੇ ਚਿਹਰਿਆਂ ਅਤੇ ਅੱਖਾਂ ਤੇ ਟਿਕਿਆ ਰਹਿੰਦਾ ਹੈ। ਕਲੋਜ਼-ਅਪ ਸ਼ਾਟਸ ਨੇ ਡਰਾਮੇ ਦੀ ਰੂਹ ਨੂੰ ਕੈਦ ਕਰ ਲਿਆ ਹੈ। ਜਦੋਂ ਧੀ ਦੇ ਹੱਥ ਕੰਬਦੇ ਹਨ, ਤਾਂ ਕੈਮਰਾ ਉਹਨਾਂ ਹੱਥਾਂ ਤੇ ਹੁੰਦਾ ਹੈ। ਜਦੋਂ ਪਿਤਾ ਦੀ ਠੋਡੀ ਹਿਲਦੀ ਹੈ, ਤਾਂ ਉਸ ਤੇ ਫੋਕਸ ਹੁੰਦਾ ਹੈ। ਸੰਗੀਤ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ, ਅਤੇ ਜਦੋਂ ਕੀਤੀ ਗਈ ਹੈ, ਤਾਂ ਉਹ ਸਿਰਫ ਪਿਆਨੋ ਦੇ ਕੁਝ ਨੋਟ ਹਨ, ਕਾਫੀ ਨਹੀਂ, ਬਹੁਤ ਜ਼ਿਆਦਾ ਵੀ ਨਹੀਂ। ਬਿਲਕੁਲ ਸਹੀ ਮਾਤਰਾ ਵਿੱਚ। ਰੌਸ਼ਨੀ ਡਰਾਮੇ ਵਿੱਚ ਇੱਕ ਹੋਰ ਕਿਰਦਾਰ ਵਾਂਗ ਹੈ। ਸ਼ੁਰੂਆਤ ਵਿੱਚ ਧੀ ਦੇ ਦ੍ਰਿਸ਼ਾਂ ਵਿੱਚ ਠੰਡੇ, ਨੀਲੇ ਅਤੇ ਸਲੇਟੀ ਸ਼ੇਡ ਹਨ, ਜੋ ਉਸ ਦੇ ਅੰਦਰਲੇ ਖਲਾ ਨੂੰ ਦਰਸਾਉਂਦੇ ਹਨ। ਜਿਉਂ ਉਹ ਪਿਤਾ ਦੇ ਨੇੜੇ ਆਉਂਦੀ ਹੈ, ਰੌਸ਼ਨੀ ਹੌਲੀ-ਹੌਲੀ ਗਰਮ ਰੰਗਾਂ ਵਿੱਚ ਬਦਲਦੀ ਜਾਂਦੀ ਹੈ। ਅੰਤ ਦਾ ਗਲੇ ਲੱਗਣ ਦਾ ਦ੍ਰਿਸ਼ ਸੁਨਹਿਰੀ ਰੋਸ਼ਨੀ ਵਿੱਚ ਨਹਾਇਆ ਹੁੰਦਾ ਹੈ, ਜਿਵੇਂ ਕੋਈ ਸੂਰਜ ਡੁੱਬਣ ਤੋਂ ਪਹਿਲਾਂ ਆਖਰੀ ਕਿਰਨਾਂ ਦੇ ਰਿਹਾ ਹੋਵੇ, ਜਾਂ ਕੋਈ ਅਜਿਹਾ ਸੂਰਜ ਜੋ ਹਨੇਰੇ ਵਿੱਚ ਡੁੱਬਦੇ ਵੀ ਕੋਈ ਆਸ ਦੇ ਜਾਂਦਾ ਹੈ। ਡਰਾਮੇ ਦਾ ਸਮਾਂ ਸੀਮਾ ਵੀ ਬਹੁਤ ਮਹੱਤਵਪੂਰਨ ਹੈ। 30 ਤੋਂ 35 ਮਿੰਟਾਂ ਦੀ ਇਹ ਛੋਟੀ ਜਿਹੀ ਕਹਾਣੀ ਦਰਸ਼ਕ ਨੂੰ ਇੰਨਾ ਜਕੜ ਕੇ ਰੱਖਦੀ ਹੈ ਕਿ ਅੰਤ ਵਿੱਚ ਅੱਖਾਂ ਤਰ ਹੋ ਜਾਂਦੀਆਂ ਹਨ। 1 ਘੰਟੇ ਦਾ ਡਰਾਮਾ ਹੋਰ ਵੀ ਵੇਰਵੇ ਦੇ ਸਕਦਾ ਸੀ, ਪਰ ਫਿਰ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਸੀ। 30 ਮਿੰਟਾਂ ਵਿੱਚ ਇਸ ਨੇ ਜੋ ਸੰਘਣਾ ਅਹਿਸਾਸ ਦਿੱਤਾ ਹੈ, ਉਹ ਘੱਟ ਸਮੇਂ ਦੀ ਇੱਕ ਵੱਡੀ ਜਿੱਤ ਹੈ। ਇਹ ਡਰਾਮਾ ਦਿਖਾਉਂਦਾ ਹੈ ਕਿ ਵਧੀਆ ਕਹਾਣੀ ਲਈ ਲੰਮਾ ਸਮਾਂ ਨਹੀਂ, ਸਗੋਂ ਸੋਚੀ ਸਮਝੀ ਕਹਾਣੀ ਚਾਹੀਦੀ ਹੈ। ਇਸ ਡਰਾਮੇ ਵਿੱਚ ਇੱਕ ਵੀ ਬੇਲੋੜਾ ਦ੍ਰਿਸ਼ ਨਹੀਂ ਹੈ। ਹਰ ਦ੍ਰਿਸ਼ ਅੱਗੇ ਦੀ ਕਹਾਣੀ ਲਈ ਜ਼ਰੂਰੀ ਹੈ। ਹਰ ਪਾਤਰ ਜਾਂ ਤਾਂ ਦਰਦ ਵਧਾਉਂਦਾ ਹੈ, ਜਾਂ ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਸ ਡਰਾਮੇ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕਿਸੇ ਇੱਕ ਪਾਤਰ ਨੂੰ ਗਲਤ ਸਾਬਤ ਨਹੀਂ ਕਰਦਾ। ਪਿਤਾ ਦੂਰ ਹੋਇਆ, ਪਰ ਇਸ ਨੂੰ ਇੱਕ ਕਾਇਰਤਾ ਜਾਂ ਬੇਪਰਵਾਹੀ ਵਜੋਂ ਪੇਸ਼ ਨਹੀਂ ਕੀਤਾ ਗਿਆ। ਉਸਦੇ ਕੋਲ ਆਪਣੀ ਅਸਫਲਤਾ ਦਾ ਡਰ ਸੀ, ਅਤੇ ਇਸ ਡਰ ਕਾਰਨ ਉਸਨੇ ਉਹ ਗਲਤੀ ਕਰ ਦਿੱਤੀ। ਪਰ ਉਸਨੇ ਆਪਣੀ ਗਲਤੀ ਮੰਨੀ, ਅਤੇ ਉਸ ਗਲਤੀ ਨੂੰ ਸੁਧਾਰਨ ਲਈ ਉਹ ਆਪਣੇ ਗੁਰੂਰ ਨੂੰ ਤੋੜ ਕੇ ਧੀ ਦੇ ਸਾਹਮਣੇ ਆ ਖੜ੍ਹਾ ਹੋਇਆ। ਧੀ ਦੇ ਗੁੱਸੇ ਨੂੰ ਵੀ ਨਿਆਂ ਮਿਲਦਾ ਹੈ। ਉਹ ਬਿਲਕੁਲ ਸਹੀ ਸੀ ਆਪਣੇ ਗੁੱਸੇ ਵਿੱਚ, ਪਰ ਉਹ ਇੰਨੀ ਸਿਆਣੀ ਸੀ ਕਿ ਇਹ ਸਮਝ ਸਕੀ ਕਿ ਗੁੱਸੇ ਨਾਲ ਸਿਰਫ ਹੋਰ ਦੂਰੀਆਂ ਵੱਧਦੀਆਂ ਹਨ। ਅਖੀਰ 'ਚ ਜਦੋਂ ਉਹ ਦੌੜਦੀ ਹੈ,
ਤਾਂ ਉਹ ਦੌੜ ਗੁੱਸੇ ਨੂੰ ਪਿੱਛੇ ਛੱਡਣ ਦੀ ਦੌੜ ਹੈ। ਸਮਾਜਿਕ ਤੌਰ ਤੇ ਇਹ ਡਰਾਮਾ ਇੱਕ ਬਹੁਤ ਮਹੱਤਵਪੂਰਨ ਸੁਨੇਹਾ ਦਿੰਦਾ ਹੈ। ਸਾਡੇ ਸਮਾਜ ਵਿੱਚ ਆਦਮੀਆਂ ਨੂੰ ਰੋਣਾ, ਕਮਜ਼ੋਰ ਹੋਣਾ, ਆਪਣੇ ਅੰਦਰਲੇ ਜਜ਼ਬਾਤ ਨੂੰ ਦੱਸਣਾ ਮਨਾ ਹੈ। ਮਰਦ ਨਹੀਂ ਰੋਂਦਾ ਇਹ ਇੱਕ ਜ਼ਹਿਰੀਲਾ ਸੁਨੇਹਾ ਹੈ ਜਿਸ ਨੇ ਪੀੜ੍ਹੀਆਂ ਨੂੰ ਆਪਣੇ ਦਰਦ ਨਾਲ ਇਕੱਲੇ ਹੀ ਮਰਨ ਲਈ ਛੱਡ ਦਿੱਤਾ ਹੈ। ਇਹ ਡਰਾਮਾ ਉਸ ਮੂਰਤੀ ਨੂੰ ਤੋੜਦਾ ਹੈ। ਪਿਤਾ ਦਾ ਰੋਣਾ ਇੱਕ ਮਹਾਕਾਵਿ ਹੈ। ਉਹ ਰੋ ਕੇ ਸਾਫ਼ ਕਰ ਦਿੰਦਾ ਹੈ ਕਿ ਉਹ ਵੀ ਇੱਕ ਇਨਸਾਨ ਹੈ, ਉਸਨੇ ਵੀ ਗਲਤੀਆਂ ਕੀਤੀਆਂ, ਉਹ ਵੀ ਡਰਦਾ ਸੀ, ਉਹ ਵੀ ਆਪਣੀ ਧੀ ਨੂੰ ਮਿਲਣ ਲਈ ਸਾਲਾਂ ਤਰਸਦਾ ਰਿਹਾ। ਇਹ ਦ੍ਰਿਸ਼ ਹਰ ਉਸ ਆਦਮੀ ਲਈ ਖੁੱਲ੍ਹੇ ਦਰਵਾਜ਼ੇ ਵਰਗਾ ਹੈ ਜਿਸਨੇ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਆਪਣੇ ਅੰਦਰ ਹੀ ਇੱਕ ਕਬਰ ਬਣਾ ਲਈ। ਅਜਿਹੇ ਦ੍ਰਿਸ਼ ਕੁਝ ਹੀ ਡਰਾਮੇ ਲਿਖ ਪਾਉਂਦੇ ਹਨ। ਇੱਕ ਹੋਰ ਪਹਿਲੂ ਹੈ ਔਰਤਾਂ ਦੀ ਆਵਾਜ਼। ਧੀ ਨੇ ਹੀ ਪਹਿਲ ਕੀਤੀ। ਜਦੋਂ ਪਿਤਾ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ ਤਾਂ ਧੀ ਨੇ ਪੁੱਛਿਆ। ਧੀ ਨੇ ਐਲਾਨ ਕੀਤਾ ਕਿ ਉਹ ਦਰਦ ਨੂੰ ਹੁਣ ਨਹੀਂ ਢੋ ਸਕਦੀ। ਭਾਰਤੀ ਅਤੇ ਪੰਜਾਬੀ ਸੰਦਰਭ ਵਿੱਚ ਔਰਤਾਂ ਨੂੰ ਅਕਸਰ ਘਰ ਵਿੱਚ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਪਰ ਇਹ ਡਰਾਮਾ ਉਸ ਰਵਾਇਤ ਨੂੰ ਤੋੜਦਾ ਹੈ। ਇਹ ਦਿਖਾਉਂਦਾ ਹੈ ਕਿ ਜਜ਼ਬਾਤਾਂ ਦਾ ਇਜ਼ਹਾਰ ਲਿੰਗ ਨਹੀਂ ਦੇਖਦਾ, ਨਾ ਹੀ ਦਰਦ ਦੇਖਦਾ ਹੈ, ਨਾ ਹੀ ਪਿਆਰ। ਡਰਾਮੇ ਵਿੱਚ ਕੁਝ ਪਲ ਇੱਦਾਂ ਦੇ ਹਨ ਜੋ ਬਹੁਤ ਘੱਟ ਲੇਖਕ ਲਿਖ ਪਾਉਂਦੇ ਹਨ। ਜਿਵੇਂ ਕਿ ਜਦੋਂ ਧੀ ਪਿਤਾ ਨੂੰ ਪੁੱਛਦੀ ਹੈ, ਤੁਸੀਂ ਮੈਨੂੰ ਜਨਮਦਿਨ ਤੇ ਕਦੇ ਫੋਨ ਕਿਉਂ ਨਹੀਂ ਕੀਤਾ? ਪਿਤਾ ਦਾ ਜਵਾਬ ਹੈ, ਤੂੰ ਦੱਸ ਕਿ ਜਨਮਦਿਨ ਕਿਹੜਾ ਦਿਨ ਹੁੰਦਾ ਹੈ? ਇਹ ਸਵਾਲ ਲਗਭਗ ਇੱਕ ਕਬਰ ਵਿੱਚ ਦੇਣ ਵਾਲਾ ਹੈ। ਉਹ ਨਹੀਂ ਜਾਣਦਾ ਕਿ ਉਸਦੇ ਲਹੂ ਦਾ ਲਹੂ ਦੁਨੀਆ ਵਿੱਚ ਕਿਹੜੇ ਦਿਨ ਆਇਆ ਸੀ। ਉਹ ਸ਼ਰਮਿੰਦਾ ਹੁੰਦਾ ਹੈ, ਉਸਦਾ ਸਿਰ ਝੁਕ ਜਾਂਦਾ ਹੈ। ਉਹ ਨਹੀਂ ਦੱਸ ਸਕਦਾ ਕਿ ਉਹ ਹਰ ਸਾਲ ਉਸ ਦਿਨ ਉਸੇ ਬੱਸ ਸਟੈਂਡ ਤੇ ਬੈਠਾ ਰੋਂਦਾ ਸੀ, ਉਸੇ ਰੁੱਖ ਹੇਠਾਂ ਜਿੱਥੇ ਉਹਨਾਂ ਨੇ ਆਖਰੀ ਵਾਰੀ ਇਕੱਠੇ ਆਈਸਕ੍ਰੀਮ ਖਾਧੀ ਸੀ। ਪਰ ਇਹ ਗੱਲਾਂ ਉਹ ਕਹਿ ਨਹੀਂ ਸਕਦਾ। ਇਹ ਡਰਾਮਾ ਸਿਰਫ ਦਿਖਾਉਂਦਾ ਨਹੀਂ, ਸਗੋਂ ਦਿਲਾਂ ਨੂੰ ਛੂਹਦਾ ਹੈ। ਇਸ ਦਾ ਲੇਖਣ ਪਿਆਰ ਨਾਲ ਕੀਤਾ ਗਿਆ ਹੈ। ਹਰ ਜਗ੍ਹਾ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਆਪਣੇ ਅੰਦਰ ਕਿਤੇ ਨਾ ਕਿਤੇ ਇਹੀ ਦਰਦ ਝੱਲਿਆ ਹੈ। ਇਹ ਡਰਾਮਾ ਇੱਕ ਸਮੂਹਿਕ ਸੱਚ ਨੂੰ ਛੂਹ ਲੈਂਦਾ ਹੈ। ਪੰਜਾਬ ਵਿੱਚ, ਜਿੱਥੇ ਪ੍ਰਵਾਸ ਦਾ ਦਰਦ, ਅਰਥ ਵਿਵਸਥਾ ਦਾ ਦਬਾਅ ਅਤੇ ਪੀੜ੍ਹੀਆਂ ਵਿਚਕਾਰਲੀਆਂ ਅਣਖਾਈਆਂ ਡੂੰਘੀਆਂ ਹੋ ਰਹੀਆਂ ਹਨ, ਇਹ ਡਰਾਮਾ ਇੱਕ ਦਰਪਣ ਵਾਂਗ ਹੈ। ਬਹੁਤ ਸਾਰੇ ਬੱਚੇ ਅੱਜ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਹਿਸੂਸ ਕਰ ਪਾਉਂਦੇ, ਭਾਵੇਂ ਉਹ ਪਿਤਾ ਉਹਨਾਂ ਦੇ ਸਾਹਮਣੇ ਖੜ੍ਹਾ ਹੀ ਕਿਉਂ ਨਾ ਹੋਵੇ। ਬਹੁਤ ਸਾਰੇ ਪਿਤਾ ਆਪਣੇ ਬੱਚੇ ਦਾ ਪਿਆਰ ਲੈਣ ਲਈ ਤਰਸਦੇ ਹਨ, ਪਰ ਆਪਣੇ ਗੁਰੂਰ ਜਾਂ ਸ਼ਰਮ ਕਾਰਨ ਮਿਲ ਨਹੀਂ ਪਾਉਂਦੇ। ਇਹ ਡਰਾਮਾ ਰੌਣਕਾਂ ਤੋਂ ਉੱਤਰ ਕੇ ਅਸਲੀਅਤ ਤੱਕ ਪਹੁੰਚਦਾ ਹੈ। ਡਰਾਮੇ ਦਾ ਅੰਤ ਨਿਸ਼ਚਿਤ ਤੌਰ ਤੇ ਉੱਚਾ ਹੈ, ਪਰ ਇਹ ਝੂਠਾ ਨਹੀਂ ਲੱਗਦਾ। ਧੀ ਪਿਤਾ ਦੇ ਘਰ ਨਹੀਂ ਆ ਜਾਂਦੀ, ਪਿਤਾ ਕੋਲ ਵਾਪਸ ਨਹੀਂ ਚਲਾ ਜਾਂਦਾ। ਉਹ ਚਲੇ ਜਾਂਦੇ ਹਨ, ਪਰ ਇੱਕ ਵਾਅਦੇ ਨਾਲ ਕਿ ਉਹ ਦੁਬਾਰਾ ਮਿਲਣਗੇ, ਉਹ ਗੱਲ ਕਰਨਗੇ ਅਤੇ ਉਹ ਦਰਦ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਢੋਣਗੇ। ਇਹ ਅੰਤ ਸੱਚਾ ਹੈ। ਡਰਾਮਾ ਇਹ ਨਹੀਂ ਕਹਿੰਦਾ ਕਿ ਸਭ ਕੁਝ ਠੀਕ ਹੋ ਗਿਆ। ਇਹ ਕਹਿੰਦਾ ਹੈ ਕਿ ਹੁਣ ਸ਼ੁਰੂਆਤ ਹੋਈ ਹੈ, ਅਤੇ ਇਹ ਸ਼ਾਇਦ ਸਭ ਤੋਂ ਸੁੰਦਰ ਸੰਦੇਸ਼ ਹੈ। ਸਾਡੇ ਜ਼ਖਮ ਭਰਨ ਵਿੱਚ ਸਮਾਂ ਲੱਗਦਾ ਹੈ, ਪਰ ਪਹਿਲਾ ਕਦਮ, ਉਹ ਇੱਕ ਦੌੜ, ਉਹ ਇੱਕ ਗਲਵਕੜੀ ਸਭ ਕੁਝ ਠੀਕ ਕਰਨ ਦੀ ਤਾਕਤ ਰੱਖਦੀ ਹੈ। ਅਖੀਰ ਵਿੱਚ ਡਰਾਮੇ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇਹ ਇੱਕ ਕਲਾ ਕਿਰਤ ਹੋਣ ਦੇ ਨਾਲ ਇੱਕ ਤਜਰਬਾ ਹੈ। ਤੁਸੀਂ ਇਸ ਨੂੰ ਦੇਖਦੇ ਹੋ ਤਾਂ ਲੱਗਦਾ ਹੈ ਕਿ ਕੋਈ ਤੁਹਾਡੀ ਹੀ ਕਹਾਣੀ ਸੁਣਾ ਰਿਹਾ ਹੈ। ਕੋਈ ਉਹ ਸਭ ਕੁਝ ਬੋਲ ਰਿਹਾ ਹੈ ਜੋ ਤੁਸੀਂ ਸਾਲਾਂ ਤੋਂ ਆਪਣੇ ਮਾਂ-ਪਿਓ ਨੂੰ ਕਹਿਣਾ ਚਾਹੁੰਦੇ ਸੀ, ਜਾਂ ਉਹ ਸਭ ਕੁਝ ਸੁਣ ਰਹੇ ਹੋ ਜੋ ਤੁਸੀਂ ਆਪਣੇ ਬੱਚੇ ਨੂੰ ਕਦੇ ਨਹੀਂ ਕਹਿ ਸਕੇ। ਇਸੇ ਲਈ ਇਹ ਡਰਾਮਾ ਛੋਟਾ ਹੁੰਦੇ ਹੋਏ ਵੀ ਅਮਰ ਹੈ। ਇਹ ਸ਼ਬਦਾਂ ਤੋਂ ਵੱਧ, ਡਾਇਲਾਗਾਂ ਤੋਂ ਵੱਧ, ਸੀਨਾਂ ਤੋਂ ਵੱਧ ਇੱਕ ਅਹਿਸਾਸ ਹੈ। ਜਿਸ ਕਿਸੇ ਦਾ ਵੀ ਕਦੇ ਕਿਸੇ ਨਾਲ ਕੋਈ ਅਧੂਰਾ ਰਿਸ਼ਤਾ ਰਿਹਾ ਹੈ, ਉਸਨੂੰ ਇਹ ਡਰਾਮਾ ਰੋਣ, ਹੱਸਣ, ਮਿਲਣ, ਵਿਛੋੜਨ ਅਤੇ ਸਭ ਤੋਂ ਵੱਧ ਮਾਫ਼ ਕਰਨ ਦੀ ਤਾਕਤ ਦੇਵੇਗਾ। ਬਰਲਾਰੀ ਕੇ ਪੇਲੁਕਨ ਅਯਾ ਸਿਰਫ ਇੱਕ ਡਰਾਮਾ ਨਹੀਂ ਹੈ, ਇਹ ਉਹਨਾਂ ਸਾਰੇ ਬੱਚਿਆਂ ਦੀ ਇੱਕ ਸੰਗੀਤ ਹੈ ਜਿਨ੍ਹਾਂ ਨੇ ਆਪਣੇ ਪਿਤਾ ਦੀ ਉਡੀਕ ਵਿੱਚ ਵਰ੍ਹੇ ਬਿਤਾ ਦਿੱਤੇ। ਅਤੇ ਇਹ ਉਹਨਾਂ ਸਾਰੇ ਪਿਤਾਵਾਂ ਨੂੰ ਵੀ ਸਲਾਮ ਕਰਦਾ ਹੈ ਜੋ ਦੂਰ ਰਹਿ ਕੇ ਵੀ ਪਿਆਰ ਕਰਦੇ ਰਹੇ, ਪਰ ਇਸ ਪਿਆਰ ਨੂੰ ਸ਼ਬਦ ਦੇਣ ਦੀ ਬਜਾਏ ਉਹ ਖਾਮੋਸ਼ ਰਹੇ। ਜੇ ਇੱਕ ਡਰਾਮੇ ਤੋਂ ਇੱਕ ਸਿੱਖਿਆ ਲੈਣੀ ਹੋਵੇ ਤਾਂ ਉਹ ਇਹ ਹੈ, ਜੇ ਕੋਈ ਤੁਹਾਡਾ ਆਪਾ ਹੈ, ਜੇ ਤੁਹਾਡੇ ਅੰਦਰ ਕੋਈ ਦਰਦ ਹੈ, ਤਾਂ ਜਾਓ, ਦੌੜੋ, ਉਸਨੂੰ ਗਲੇ ਲਗਾਓ। ਸਮਾਂ ਬਹੁਤ ਹੱਥੋਂ ਨਾ ਨਿਕਲ ਜਾਵੇ। ਇਹ ਡਰਾਮਾ ਉਸੇ ਇੱਕ ਦੌੜ ਦਾ ਦਸਤਾਵੇਜ਼ ਹੈ। ਬਰਲਾਰੀ ਕੇ ਪੇਲੁਕਨ ਅਯਾ ਇੱਕ ਛੋਟਾ ਜਿਹਾ ਡਰਾਮਾ ਹੈ, ਪਰ ਇਸ ਦਾ ਅਸਰ ਦਿਲ ਤੇ ਡੂੰਘਾ ਉਤਰ ਜਾਂਦਾ ਹੈ। ਇਹ ਉਹਨਾਂ ਦਿਲਾਂ ਦੀ ਕਹਾਣੀ ਹੈ ਜੋ ਦੂਰੀਆਂ ਵਿੱਚ ਵੀ ਨੇੜੇ ਹੁੰਦੇ ਹਨ, ਉਹਨਾਂ ਅੱਖਾਂ ਦੀ ਜ਼ੁਬਾਨ ਜੋ ਬਿਨਾਂ ਕੁਝ ਕਹੇ ਸਭ ਕੁਝ ਆਖ ਜਾਂਦੀਆਂ ਹਨ, ਅਤੇ ਉਸ ਇੱਕ ਗਲੇ ਦੀ ਤਾਕਤ ਜੋ ਸਾਰੇ ਦਰਦ, ਸਾਰੇ ਗੁੱਸੇ, ਸਾਰੇ ਸਵਾਲਾਂ ਨੂੰ ਇੱਕ ਪਲ ਵਿੱਚ ਖਤਮ ਕਰ ਦਿੰਦੀ ਹੈ। ਇਸ ਡਰਾਮੇ ਦੀ ਸ਼ੁਰੂਆਤ ਇੱਕ ਆਮ ਜਿਹੇ ਪਰ ਬੇਚੈਨ ਦ੍ਰਿਸ਼ ਨਾਲ ਹੁੰਦੀ ਹੈ। ਕਿਰਦਾਰ ਆਪਣੀ ਮਾਂ ਨਾਲ ਰਹਿੰਦੀ ਇੱਕ ਨੌਜਵਾਨ ਕੁੜੀ ਹੈ। ਉਸਦੀ ਜ਼ਿੰਦਗੀ ਵਿੱਚ ਪਿਤਾ ਦਾ ਨਾਂ ਹੈ ਤਾਂ, ਪਰ ਉਸਦੀ ਹੋਂਦ ਮਹਿਸੂਸ ਨਹੀਂ ਹੁੰਦੀ।
ਉਸਦੇ ਕਮਰੇ ਵਿੱਚ ਪਿਤਾ ਦੀ ਪੁਰਾਣੀ ਤਸਵੀਰ ਲੱਗੀ ਹੈ, ਜਿਸ ਨੂੰ ਉਹ ਘੂਰਦੀ ਰਹਿੰਦੀ ਹੈ, ਜਿਵੇਂ ਉਸ ਤੋਂ ਉਹ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸਨੂੰ ਕਦੇ ਮਿਲੇ ਹੀ ਨਹੀਂ। ਇਹ ਤਸਵੀਰ ਉਸਦੀ ਬੇਚੈਨੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਤਾਂ ਗੱਲਾਂ ਵਿੱਚ ਤਲਖੀ ਹੈ, ਸ਼ਬਦਾਂ ਵਿੱਚ ਉਹ ਦਰਦ ਹੈ ਜੋ ਸਾਲਾਂ ਤੋਂ ਦਬਿਆ ਹੋਇਆ ਹੈ। ਮਾਂ ਕੁਝ ਜ਼ਿਆਦਾ ਨਹੀਂ ਦੱਸਦੀ, ਸਿਰਫ ਇੰਨਾ ਕਹਿੰਦੀ ਹੈ ਕਿ ਉਸਦੇ ਪਿਤਾ ਨੇ ਉਹਨਾਂ ਨੂੰ ਛੱਡਿਆ ਸੀ, ਪਰ ਕਿਉਂ, ਇਹ ਇੱਕ ਰਾਜ਼ ਹੈ ਜੋ ਉਸਦੇ ਨਾਲ ਹੀ ਦੱਬਿਆ ਜਾਪਦਾ ਹੈ। ਇੱਕ ਦਿਨ ਇੱਕ ਫੋਨ ਆਉਂਦਾ ਹੈ। ਇੱਕ ਆਦਮੀ ਨੇ ਉਸ ਨੂੰ ਮਿਲਣਾ ਹੈ। ਉਹ ਆਦਮੀ ਕੋਈ ਹੋਰ ਨਹੀਂ, ਉਸਦਾ ਪਿਤਾ ਹੈ। ਪਹਿਲਾਂ ਤਾਂ ਉਸਦੇ ਮਨ ਵਿੱਚ ਗੁੱਸਾ ਹੈ, ਨਾ ਕਰਨ ਦਾ ਮਨ ਕਰਦਾ ਹੈ, ਪਰ ਅੰਦਰੋਂ ਉਹ ਬੇਚੈਨੀ, ਉਹ ਕੁਤੂਹਲ, ਉਹ ਖਲਾ ਉਸਨੂੰ ਖਿੱਚ ਲੈਂਦਾ ਹੈ। ਉਹ ਮਿਲਣ ਲਈ ਰਾਜ਼ੀ ਹੋ ਜਾਂਦੀ ਹੈ। ਮਿਲਣੀ ਇੱਕ ਸਾਦੀ ਜਿਹੀ ਥਾਂ ਤੇ ਰੱਖੀ ਜਾਂਦੀ ਹੈ, ਜਿਵੇਂ ਇੱਕ ਪਾਰਕ ਜਾਂ ਕਿਸੇ ਕਾਫੀ ਹਾਊਸ ਦਾ ਪਿਛਾੜ ਵਾਲਾ ਹਿੱਸਾ। ਦਰਿਸ਼ ਦੀ ਸਾਦਗੀ ਦਰਸ਼ਕ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਇਹ ਮੁਲਾਕਾਤ ਸਾਰੇ ਲਹਿਜ਼ੇ ਠਾਠ ਤੋਂ ਉੱਪਰ ਹੈ। ਇਹ ਸਿਰਫ ਦੋ ਜ਼ਖਮਾਂ ਦਾ ਆਹਮੋ ਸਾਹਮਣਾ ਹੈ। ਜਦੋਂ ਪਿਤਾ ਆਉਂਦਾ ਹੈ ਤਾਂ ਉਸਦੇ ਚਿਹਰੇ ਤੇ ਬੁਢਾਪਾ ਅਤੇ ਪਛਤਾਵਾ ਸਾਫ਼ ਲਿਖਿਆ ਹੁੰਦਾ ਹੈ। ਉਸਦੀਆਂ ਅੱਖਾਂ ਝੁਕੀਆਂ ਹਨ, ਹੱਥ ਕੰਬਦੇ ਹਨ। ਉਹ ਲੰਬੇ ਸਮੇਂ ਤੋਂ ਇਸ ਪਲ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਜਦੋਂ ਪਲ ਆਣ ਖੜ੍ਹਾ ਹੈ ਤਾਂ ਉਸਦੇ ਮੂੰਹੋਂ ਸ਼ਬਦ ਨਹੀਂ ਨਿਕਲਦੇ। ਧੀ ਉਸਨੂੰ ਘੂਰਦੀ ਹੈ। ਉਸਦੇ ਵਿਹਾਰ ਵਿੱਚ ਨਫ਼ਰਤ ਹੈ, ਪਰ ਅੱਖਾਂ ਦੇ ਕੋਨਿਆਂ ਵਿੱਚ ਉਹ ਬੱਚੀ ਵੀ ਹੈ ਜਿਸਨੇ ਸਾਲਾਂ ਬਿਤਾ ਦਿੱਤੇ ਇਸ ਪਲ ਨੂੰ ਜਿਉਂਦੇ ਹੋਏ। ਪਹਿਲਾਂ ਤਾਂ ਉਹ ਗੱਲ ਸਿੱਧੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂ ਛੱਡਿਆ ਸਾਨੂੰ? ਪਰ ਪਿਤਾ ਜਵਾਬ ਦੇਣ ਦੀ ਬਜਾਏ ਚੁੱਪ ਰਹਿੰਦਾ ਹੈ। ਉਸਦੀ ਚੁੱਪ ਹੋਰ ਗੁੱਸਾ ਦਿਵਾਉਂਦੀ ਹੈ। ਉਹ ਉੱਠ ਕੇ ਜਾਣ ਲੱਗਦੀ ਹੈ, ਪਰ ਪਿਤਾ ਦਾ ਇੱਕ ਹੱਥ ਉਸਦੇ ਹੱਥ ਨੂੰ ਫੜ ਲੈਂਦਾ ਹੈ। ਉਹ ਮੁੜ ਕੇ ਦੇਖਦੀ ਹੈ, ਉਸਦੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਹਨ। ਨਾ ਗੁੱਸੇ ਦੇ, ਨਾ ਦਰਦ ਦੇ, ਸਗੋਂ ਉਸ ਇਕੱਲੇਪਣ ਦੇ ਜੋ ਉਹਨਾਂ ਸਾਰਿਆਂ ਸਾਲਾਂ ਵਿੱਚ ਉਸਨੇ ਅੰਦਰ ਹੀ ਅੰਦਰ ਭੁਗਤਿਆ। ਉਹ ਦੱਸਦਾ ਹੈ ਕਿ ਉਸਨੇ ਘਰ ਇਸ ਲਈ ਛੱਡਿਆ ਕਿਉਂਕਿ ਉਸਨੂੰ ਲੱਗਿਆ ਕਿ ਉਹ ਅਸਫਲ ਹੈ, ਕਿ ਉਹ ਘਰ ਵਾਲਿਆਂ ਨੂੰ ਕੁਝ ਨਹੀਂ ਦੇ ਸਕੇਗਾ, ਕਿ ਉਸਦੀ ਹੋਂਦ ਹੀ ਬੋਝ ਹੈ। ਉਹ ਦੱਸਦਾ ਹੈ ਕਿ ਉਸਨੇ ਕਿੰਨੀਆਂ ਰਾਤਾਂ ਸੜਕਾਂ ਤੇ ਕੱਟੀਆਂ, ਕਿੰਨੇ ਕੰਮ ਕੀਤੇ, ਕਿੰਨੀਆਂ ਵਾਰੀ ਉਹ ਮਰਨਾ ਚਾਹਿਆ, ਪਰ ਹਰ ਵਾਰ ਉਸਦੀ ਧੀ ਦਾ ਚਿਹਰਾ ਉਸਨੂੰ ਜਿਉਂਦਾ ਰੱਖਦਾ ਰਿਹਾ। ਇਹ ਸਭ ਸੁਣ ਕੇ ਧੀ ਦਾ ਗੁੱਸਾ ਇੱਕ ਵਿਰਲਾਪ ਵਿੱਚ ਬਦਲ ਜਾਂਦਾ ਹੈ। ਉਹ ਰੋਂਦੀ ਹੈ, ਉਹ ਆਪਣੇ ਪਿਤਾ ਦੇ ਸਾਹਮਣੇ ਬਹੁਤ ਛੋਟੀ ਹੋ ਜਾਂਦੀ ਹੈ। ਪਲ ਪਲ ਬਦਲਦਾ ਹੈ। ਉਹ ਉੱਠਦੀ ਹੈ, ਪਹਿਲਾਂ ਥੋੜੀ ਝਿਜਕਦੀ ਹੈ, ਫਿਰ ਇੱਕ ਛੋਟਾ ਜਿਹਾ ਕਦਮ, ਫਿਰ ਦੌੜਦੀ ਹੈ, ਦੌੜ ਕੇ ਆਪਣੇ ਪਿਤਾ ਦੀ ਬਾਹ ਵਿੱਚ ਜਾ ਡਿੱਗਦੀ ਹੈ। ਇਹ ਦਰਿਸ਼ ਡਰਾਮੇ ਦਾ ਸਭ ਤੋਂ ਭਾਵੁਕ ਤੇ ਸਭ ਤੋਂ ਮਾਰਕ ਹੈ। ਇੱਥੇ ਕੋਈ ਸ਼ਬਦ ਨਹੀਂ, ਕੋਈ ਡਾਇਲਾਗ ਨਹੀਂ, ਸਿਰਫ ਦੋ ਜਿਸਮ, ਦੋ ਜ਼ਖਮ, ਦੋ ਅਸ਼ਕ ਇੱਕ ਦੂਜੇ ਨੂੰ ਫੜੀ ਬੈਠੇ ਹਨ। ਇਹ ਗਲੇ ਦਾ ਉਹ ਸਾਦਾ ਪਰ ਗਹਿਰਾ ਅਹਿਸਾਸ ਹੈ, ਜਿਸ ਵਿੱਚ ਸਾਰੇ ਸਾਲਾਂ ਦੀ ਉਦਾਸੀ, ਗੁੱਸਾ, ਅਧੂਰਾਪਨ ਸਭ ਕੁਝ ਘੁਲ ਜਾਂਦਾ ਹੈ। ਡਰਾਮੇ ਦੀ ਕਹਾਣੀ ਭਾਵੇਂ ਛੋਟੀ ਹੈ, ਪਰ ਇਸ ਦੀਆਂ ਪਰਤਾਂ ਬਹੁਤ ਡੂੰਘੀਆਂ ਹਨ। ਸਤਾਤੇ ਇਹ ਇੱਕ ਧੀ ਅਤੇ ਪਿਤਾ ਦੇ ਮਿਲਾਪ ਦੀ ਕਹਾਣੀ ਹੈ, ਪਰ ਅੰਦਰ ਅੰਦਰ ਇਹ ਕਹਾਣੀ ਹੈ ਉਹਨਾਂ ਸਾਰਿਆਂ ਲੋਕਾਂ ਦੀ, ਜਿਨ੍ਹਾਂ ਨੂੰ ਕਦੇ ਆਪਣੇ ਮਾਂ-ਪਿਓ ਦਾ ਪਿਆਰ ਨਹੀਂ ਮਿਲਿਆ। ਇਹ ਕਹਾਣੀ ਹੈ ਉਸ ਪੀੜ੍ਹੀ ਦੀ, ਜਿਸਨੇ ਮਾਨਸਿਕ ਸਿਹਤ ਨੂੰ ਕਮਜ਼ੋਰੀ ਸਮਝਿਆ ਅਤੇ ਆਪਣੇ ਦਰਦ ਨੂੰ ਘਰ ਵਿੱਚ ਹੀ ਦੱਬ ਕੇ ਰੱਖਿਆ। ਪਿਤਾ ਦਾ ਕਿਰਦਾਰ ਭਾਵੇਂ ਡਰਾਮੇ ਵਿੱਚ ਦੇਰ ਨਾਲ ਆਉਂਦਾ ਹੈ, ਪਰ ਉਸਦੀ ਮੌਜੂਦਗੀ ਹਰ ਦਰਿਸ਼ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਉਹਨਾਂ ਮਾਪਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਆਪਣੇ ਬੱਚਿਆਂ ਤੋਂ ਦੂਰ ਹੋ ਗਏ, ਪਰ ਉਹਨਾਂ ਦੀ ਯਾਦ ਵਿੱਚ ਰੋਜ਼ ਮਰਦੇ ਰਹੇ। ਅਦਾਕਾਰੀ ਦੀ ਗੱਲ ਕਰੀਏ ਤਾਂ ਧੀ ਦੇ ਕਿਰਦਾਰ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ। ਉਸਦੀਆਂ ਅੱਖਾਂ ਨੇ ਪੂਰਾ ਡਰਾਮਾ ਆਪਣੇ ਉੱਪਰ ਚੁੱਕ ਲਿਆ ਹੈ। ਉਸਦੇ ਗੁੱਸੇ ਵਿੱਚ ਵੀ ਇੱਕ ਕਚਰਾਟ ਹੈ, ਉਸਦੇ ਸਵਾਲਾਂ ਵਿੱਚ ਵੀ ਇੱਕ ਨਮੀ ਹੈ। ਉਹ ਬਹੁਤ ਜ਼ਿਆਦਾ ਬੋਲਦੀ ਨਹੀਂ, ਪਰ ਜੋ ਬੋਲਦੀ ਹੈ, ਹਰ ਸ਼ਬਦ ਦਿਲ ਵਿੱਚ ਉਤਰਦਾ ਹੈ। ਪਿਤਾ ਦਾ ਕਿਰਦਾਰ ਉਸ ਮਰਦ ਦੀ ਬੁਲੰਦੀ ਨੂੰ ਤੋੜਦਾ ਹੈ ਜੋ ਸਮਾਜ ਵਿੱਚ ਹਮੇਸ਼ਾ ਮਜ਼ਬੂਤ ਰਹਿਣ ਲਈ ਬਣਿਆ ਹੁੰਦਾ ਹੈ। ਇੱਕ ਦਰਿਸ਼ ਵਿੱਚ ਜਦੋਂ ਉਹ ਆਪਣੇ ਹੱਥ ਫੈਲਾਉਂਦਾ ਹੈ ਤਾਂ ਉਹ ਉਹੀ ਹੱਥ ਹੁੰਦੇ ਹਨ ਜੋ ਕਦੇ ਆਪਣੀ ਧੀ ਨੂੰ ਚੂਲਾ ਚਲਾਉਂਦੇ ਸਨ, ਉਹੀ ਹੱਥ ਜਿਨ੍ਹਾਂ ਤੇ ਕਦੇ ਉਸਦਾ ਸਾਰਾ ਸੰਸਾਰ ਟਿਕਿਆ ਹੁੰਦਾ ਸੀ। ਹੁਣ ਉਹ ਹੱਥ ਕੰਬਦੇ ਹਨ, ਪਰ ਫਿਰ ਵੀ ਉਨੀ ਤਾਕਤ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਿਰਦਾਰ ਅਸਲੀ ਤਜਰਬਿਆਂ ਤੋਂ ਪ੍ਰੇਰਿਤ ਹਨ। ਡਰਾਮੇ ਦਾ ਸੰਵਾਦ ਬਹੁਤ ਘੱਟ ਹੈ, ਪਰ ਜੋ ਕੁਝ ਕਿਹਾ ਗਿਆ ਹੈ, ਉਹ ਹੀਰਾ ਬਣ ਕੇ ਨਿਖਰਦਾ ਹੈ। ਇੱਕ ਲਾਈਨ ਮੈਨੂੰ ਖਾਸ ਤੌਰ ਤੇ ਯਾਦ ਹੈ, ਜਦੋਂ ਪਿਤਾ ਕਹਿੰਦਾ ਹੈ, ਮੈਂ ਤੈਨੂੰ ਛੱਡ ਕੇ ਨਹੀਂ ਗਿਆ ਸੀ, ਮੈਂ ਆਪਣੇ ਤੋਂ ਡਰ ਕੇ ਗਿਆ ਸੀ। ਇਸ ਇੱਕ ਵਾਕ ਨੇ ਸਾਰੇ ਡਰਾਮੇ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ। ਇਹ ਸੰਵਾਦ ਉਹਨਾਂ ਸਾਰੇ ਮਾਪਿਆਂ ਲਈ ਸੱਚ ਹੈ, ਜਿਹੜੇ ਅਸਫਲਤਾ, ਮਾਨਸਿਕ ਬਿਮਾਰੀ ਜਾਂ ਸਮਾਜਿਕ ਦਬਾਅ ਕਾਰਨ ਆਪਣੇ ਬੱਚਿਆਂ ਤੋਂ ਦੂਰ ਹੋ ਗਏ। ਡਰਾਮੇ ਦੇ ਨਿਰਦੇਸ਼ਨ ਤੇ ਗੌਰ ਕਰੀਏ ਤਾਂ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਾਦਗੀ ਹੈ। ਕੋਈ ਵੱਡੇ ਸੈਟ ਨਹੀਂ, ਕੋਈ ਭੜਕੀਲੇ ਕੱਪੜੇ ਨਹੀਂ। ਕੈਮਰਾ ਹਰ ਵੇਲੇ ਕਿਰਦਾਰਾਂ ਦੇ ਚਿਹਰਿਆਂ ਅਤੇ ਅੱਖਾਂ ਤੇ ਟਿਕਿਆ ਰਹਿੰਦਾ ਹੈ।
ਕਲੋਜ਼ ਅਪ ਸ਼ਾਟਸ ਨੇ ਡਰਾਮੇ ਦੀ ਰੂਹ ਨੂੰ ਕੈਦ ਕਰ ਲਿਆ ਹੈ। ਜਦੋਂ ਧੀ ਦੇ ਹੱਥ ਕੰਬਦੇ ਹਨ ਤਾਂ ਕੈਮਰਾ ਉਹਨਾਂ ਹੱਥਾਂ 'ਤੇ ਹੁੰਦਾ ਹੈ। ਜਦੋਂ ਪਿਤਾ ਦੀ ਠੋਡੀ ਹਿਲਦੀ ਹੈ ਤਾਂ ਉਸ 'ਤੇ ਫੋਕਸ ਹੁੰਦਾ ਹੈ। ਸੰਗੀਤ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ ਅਤੇ ਜਦੋਂ ਕੀਤੀ ਗਈ ਹੈ ਤਾਂ ਉਹ ਸਿਰਫ ਪਿਆਨੋ ਦੇ ਕੁਝ ਨੋਟ ਹਨ, ਕਾਫੀ ਨਹੀਂ, ਬਹੁਤ ਜ਼ਿਆਦਾ ਵੀ ਨਹੀਂ। ਬਿਲਕੁਲ ਸਹੀ ਮਾਤਰਾ ਵਿੱਚ। ਰੌਸ਼ਨੀ ਡਰਾਮੇ ਵਿੱਚ ਇੱਕ ਹੋਰ ਕਿਰਦਾਰ ਵਾਂਗ ਹੈ। ਸ਼ੁਰੂਆਤ ਵਿੱਚ ਧੀ ਦੇ ਦ੍ਰਿਸ਼ਾਂ ਵਿੱਚ ਠੰਡੇ, ਨੀਲੇ ਅਤੇ ਸਲੇਟੀ ਸ਼ੇਡ ਹਨ ਜੋ ਉਸ ਦੇ ਅੰਦਰਲੇ ਖਲਾ ਨੂੰ ਦਰਸਾਉਂਦੇ ਹਨ। ਜਿਉਂ-ਜਿਉਂ ਉਹ ਪਿਤਾ ਦੇ ਨੇੜੇ ਆਉਂਦੀ ਹੈ, ਰੌਸ਼ਨੀ ਹੌਲੀ-ਹੌਲੀ ਗਰਮ ਰੰਗਾਂ ਵਿੱਚ ਬਦਲਦੀ ਜਾਂਦੀ ਹੈ। ਅੰਤ ਦਾ ਗਲੇ ਲੱਗਣ ਦਾ ਦ੍ਰਿਸ਼ ਸੁਨਹਿਰੀ ਰੋਸ਼ਨੀ ਵਿੱਚ ਨਹਾਇਆ ਹੁੰਦਾ ਹੈ, ਜਿਵੇਂ ਕੋਈ ਸੂਰਜ ਡੁੱਬਣ ਤੋਂ ਪਹਿਲਾਂ ਆਖਰੀ ਕਿਰਨਾਂ ਦੇ ਰਿਹਾ ਹੋਵੇ, ਜਾਂ ਕੋਈ ਅਜਿਹਾ ਸੂਰਜ ਜੋ ਹਨੇਰੇ ਵਿੱਚ ਡੁੱਬਦੇ-ਡੁੱਬਦੇ ਵੀ ਕੋਈ ਆਸ ਦੇ ਜਾਂਦਾ ਹੈ। ਡਰਾਮੇ ਦਾ ਸਮਾਂ ਸੀਮਾ ਵੀ ਬਹੁਤ ਮਹੱਤਵਪੂਰਨ ਹੈ। 30 ਤੋਂ 35 ਮਿੰਟਾਂ ਦੀ ਇਹ ਛੋਟੀ ਜਿਹੀ ਕਹਾਣੀ ਦਰਸ਼ਕ ਨੂੰ ਇੰਨਾ ਜਕੜ ਕੇ ਰੱਖਦੀ ਹੈ ਕਿ ਅੰਤ ਵਿੱਚ ਅੱਖਾਂ ਤਰ ਹੋ ਜਾਂਦੀਆਂ ਹਨ। 1 ਘੰਟੇ ਦਾ ਡਰਾਮਾ ਹੋਰ ਵੀ ਵੇਰਵੇ ਦੇ ਸਕਦਾ ਸੀ, ਪਰ ਫਿਰ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਸੀ। 30 ਮਿੰਟਾਂ ਵਿੱਚ ਇਸ ਨੇ ਜੋ ਸੰਘਣਾ ਅਹਿਸਾਸ ਦਿੱਤਾ ਹੈ, ਉਹ ਘੱਟ ਸਮੇਂ ਦੀ ਇੱਕ ਵੱਡੀ ਜਿੱਤ ਹੈ। ਇਹ ਡਰਾਮਾ ਦਿਖਾਉਂਦਾ ਹੈ ਕਿ ਵਧੀਆ ਕਹਾਣੀ ਲਈ ਲੰਮਾ ਸਮਾਂ ਨਹੀਂ, ਸਗੋਂ ਸੋਚੀ ਸਮਝੀ ਕਹਾਣੀ ਚਾਹੀਦੀ ਹੈ। ਇਸ ਡਰਾਮੇ ਵਿੱਚ ਇੱਕ ਵੀ ਬੇਲੋੜਾ ਦ੍ਰਿਸ਼ ਨਹੀਂ ਹੈ। ਹਰ ਦ੍ਰਿਸ਼ ਅੱਗੇ ਦੀ ਕਹਾਣੀ ਲਈ ਜ਼ਰੂਰੀ ਹੈ। ਹਰ ਪਾਤਰ ਜਾਂ ਤਾਂ ਦਰਦ ਵਧਾਉਂਦਾ ਹੈ ਜਾਂ ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਸ ਡਰਾਮੇ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕਿਸੇ ਇੱਕ ਪਾਤਰ ਨੂੰ ਗਲਤ ਸਾਬਤ ਨਹੀਂ ਕਰਦਾ। ਪਿਤਾ ਦੂਰ ਹੋਇਆ, ਪਰ ਇਸ ਨੂੰ ਇੱਕ ਕਾਇਰਤਾ ਜਾਂ ਬੇਪਰਵਾਹੀ ਵਜੋਂ ਪੇਸ਼ ਨਹੀਂ ਕੀਤਾ ਗਿਆ। ਉਸ ਦੇ ਕੋਲ ਆਪਣੀ ਅਸਫਲਤਾ ਦਾ ਡਰ ਸੀ ਅਤੇ ਇਸ ਡਰ ਕਾਰਨ ਉਸਨੇ ਉਹ ਗਲਤੀ ਕਰ ਦਿੱਤੀ। ਪਰ ਉਸਨੇ ਆਪਣੀ ਗਲਤੀ ਮੰਨੀ ਅਤੇ ਉਸ ਗਲਤੀ ਨੂੰ ਸੁਧਾਰਨ ਲਈ ਉਹ ਆਪਣੇ ਗੁਰੂਰ ਨੂੰ ਤੋੜ ਕੇ ਧੀ ਦੇ ਸਾਹਮਣੇ ਆ ਖੜਾ ਹੋਇਆ। ਧੀ ਦੇ ਗੁੱਸੇ ਨੂੰ ਵੀ ਨਿਆਂ ਮਿਲਦਾ ਹੈ। ਉਹ ਬਿਲਕੁਲ ਸਹੀ ਸੀ ਆਪਣੇ ਗੁੱਸੇ ਵਿੱਚ, ਪਰ ਉਹ ਇੰਨੀ ਸਿਆਣੀ ਸੀ ਕਿ ਇਹ ਸਮਝ ਸਕੀ ਕਿ ਗੁੱਸੇ ਨਾਲ ਸਿਰਫ ਹੋਰ ਦੂਰੀਆਂ ਵਧਦੀਆਂ ਹਨ। ਅਖੀਰ 'ਚ ਜਦੋਂ ਉਹ ਦੌੜਦੀ ਹੈ ਤਾਂ ਉਹ ਦੌੜ ਗੁੱਸੇ ਨੂੰ ਪਿੱਛੇ ਛੱਡਣ ਦੀ ਦੌੜ ਹੈ। ਸਮਾਜਿਕ ਤੌਰ 'ਤੇ ਇਹ ਡਰਾਮਾ ਇੱਕ ਬਹੁਤ ਮਹੱਤਵਪੂਰਨ ਸੁਨੇਹਾ ਦਿੰਦਾ ਹੈ। ਸਾਡੇ ਸਮਾਜ ਵਿੱਚ ਆਦਮੀਆਂ ਨੂੰ ਰੋਣਾ, ਕਮਜ਼ੋਰ ਹੋਣਾ, ਆਪਣੇ ਅੰਦਰਲੇ ਜਜ਼ਬਾਤ ਨੂੰ ਦੱਸਣਾ ਮਨਾ ਹੈ। ਮਰਦ ਨਹੀਂ ਰੋਂਦਾ ਇਹ ਇੱਕ ਜ਼ਹਿਰੀਲਾ ਸੁਨੇਹਾ ਹੈ ਜਿਸ ਨੇ ਪੀੜ੍ਹੀਆਂ ਨੂੰ ਆਪਣੇ ਦਰਦ ਨਾਲ ਇਕੱਲੇ ਹੀ ਮਰਨ ਲਈ ਛੱਡ ਦਿੱਤਾ ਹੈ। ਇਹ ਡਰਾਮਾ ਉਸ ਮੂਰਤੀ ਨੂੰ ਤੋੜਦਾ ਹੈ। ਪਿਤਾ ਦਾ ਰੋਣਾ ਇੱਕ ਮਹਾਕਾਵਿ ਹੈ। ਉਹ ਰੋ ਕੇ ਸਾਫ਼ ਕਰ ਦਿੰਦਾ ਹੈ ਕਿ ਉਹ ਵੀ ਇੱਕ ਇਨਸਾਨ ਹੈ, ਉਸਨੇ ਵੀ ਗਲਤੀਆਂ ਕੀਤੀਆਂ, ਉਹ ਵੀ ਡਰਦਾ ਸੀ, ਉਹ ਵੀ ਆਪਣੀ ਧੀ ਨੂੰ ਮਿਲਣ ਲਈ ਸਾਲਾਂ ਤਰਸਦਾ ਰਿਹਾ। ਇਹ ਦ੍ਰਿਸ਼ ਹਰ ਉਸ ਆਦਮੀ ਲਈ ਖੁੱਲ੍ਹੇ ਦਰਵਾਜ਼ੇ ਵਰਗਾ ਹੈ ਜਿਸਨੇ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਆਪਣੇ ਅੰਦਰ ਹੀ ਇੱਕ ਕਬਰ ਬਣਾ ਲਈ। ਅਜਿਹੇ ਦ੍ਰਿਸ਼ ਕੁਝ ਹੀ ਡਰਾਮੇ ਲਿਖ ਪਾਉਂਦੇ ਹਨ। ਇੱਕ ਹੋਰ ਪਹਿਲੂ ਹੈ ਔਰਤਾਂ ਦੀ ਆਵਾਜ਼। ਧੀ ਨੇ ਹੀ ਪਹਿਲ ਕੀਤੀ। ਜਦੋਂ ਪਿਤਾ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ ਤਾਂ ਧੀ ਨੇ ਪੁੱਛਿਆ। ਧੀ ਨੇ ਐਲਾਨ ਕੀਤਾ ਕਿ ਉਹ ਦਰਦ ਨੂੰ ਹੁਣ ਨਹੀਂ ਢੋ ਸਕਦੀ। ਭਾਰਤੀ ਅਤੇ ਪੰਜਾਬੀ ਸੰਦਰਭ ਵਿੱਚ ਔਰਤਾਂ ਨੂੰ ਅਕਸਰ ਘਰ ਵਿੱਚ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਪਰ ਇਹ ਡਰਾਮਾ ਉਸ ਰਵਾਇਤ ਨੂੰ ਤੋੜਦਾ ਹੈ। ਇਹ ਦਿਖਾਉਂਦਾ ਹੈ ਕਿ ਜਜ਼ਬਾਤਾਂ ਦਾ ਇਜ਼ਹਾਰ ਲਿੰਗ ਨਹੀਂ ਦੇਖਦਾ, ਨਾ ਹੀ ਦਰਦ ਦੇਖਦਾ ਹੈ, ਨਾ ਹੀ ਪਿਆਰ। ਡਰਾਮੇ ਵਿੱਚ ਕੁਝ ਪਲ ਇੱਦਾਂ ਦੇ ਹਨ ਜੋ ਬਹੁਤ ਘੱਟ ਲੇਖਕ ਲਿਖ ਪਾਉਂਦੇ ਹਨ। ਜਿਵੇਂ ਕਿ ਜਦੋਂ ਧੀ ਪਿਤਾ ਨੂੰ ਪੁੱਛਦੀ ਹੈ, ਤੁਸੀਂ ਮੈਨੂੰ ਜਨਮਦਿਨ ਤੇ ਕਦੇ ਫੋਨ ਕਿਉਂ ਨਹੀਂ ਕੀਤਾ? ਪਿਤਾ ਦਾ ਜਵਾਬ ਹੈ, ਤੂੰ ਦੱਸ ਕਿ ਜਨਮਦਿਨ ਕਿਹੜਾ ਦਿਨ ਹੁੰਦਾ ਹੈ? ਇਹ ਸਵਾਲ ਲਗਭਗ ਇੱਕ ਕਬਰ ਵਿੱਚ ਦੇਣ ਵਾਲਾ ਹੈ। ਉਹ ਨਹੀਂ ਜਾਣਦਾ ਕਿ ਉਸ ਦੇ ਲਹੂ ਦਾ ਲਹੂ ਦੁਨੀਆ ਵਿੱਚ ਕਿਹੜੇ ਦਿਨ ਆਇਆ ਸੀ। ਉਹ ਸ਼ਰਮਿੰਦਾ ਹੁੰਦਾ ਹੈ, ਉਸ ਦਾ ਸਿਰ ਝੁਕ ਜਾਂਦਾ ਹੈ। ਉਹ ਨਹੀਂ ਦੱਸ ਸਕਦਾ ਕਿ ਉਹ ਹਰ ਸਾਲ ਉਸ ਦਿਨ ਉਸੇ ਬੱਸ ਸਟੈਂਡ ਤੇ ਬੈਠਾ ਰੋਂਦਾ ਸੀ, ਉਸੇ ਰੁੱਖ ਹੇਠਾਂ ਜਿੱਥੇ ਉਹਨਾਂ ਨੇ ਆਖਰੀ ਵਾਰੀ ਇਕੱਠੇ ਆਈਸਕ੍ਰੀਮ ਖਾਧੀ ਸੀ। ਪਰ ਇਹ ਗੱਲਾਂ ਉਹ ਕਹਿ ਨਹੀਂ ਸਕਦਾ। ਇਹ ਡਰਾਮਾ ਸਿਰਫ ਦਿਖਾਉਂਦਾ ਨਹੀਂ, ਸਗੋਂ ਦਿਲਾਂ ਨੂੰ ਛੂਹਦਾ ਹੈ। ਇਸ ਦਾ ਲੇਖਣ ਪਿਆਰ ਨਾਲ ਕੀਤਾ ਗਿਆ ਹੈ। ਹਰ ਜਗ੍ਹਾ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਆਪਣੇ ਅੰਦਰ ਕਿਤੇ ਨਾ ਕਿਤੇ ਇਹੀ ਦਰਦ ਝੱਲਿਆ ਹੈ। ਇਹ ਡਰਾਮਾ ਇੱਕ ਸਮੂਹਿਕ ਸੱਚ ਨੂੰ ਛੂਹ ਲੈਂਦਾ ਹੈ। ਪੰਜਾਬ ਵਿੱਚ, ਜਿੱਥੇ ਪ੍ਰਵਾਸ ਦਾ ਦਰਦ, ਅਰਥ ਵਿਵਸਥਾ ਦਾ ਦਬਾਅ ਅਤੇ ਪੀੜ੍ਹੀਆਂ ਵਿਚਕਾਰਲੀਆਂ ਖਾਈਆਂ ਡੂੰਘੀਆਂ ਹੋ ਰਹੀਆਂ ਹਨ, ਇਹ ਡਰਾਮਾ ਇੱਕ ਦਰਪਣ ਵਾਂਗ ਹੈ। ਬਹੁਤ ਸਾਰੇ ਬੱਚੇ ਅੱਜ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਹਿਸੂਸ ਕਰ ਪਾਉਂਦੇ, ਭਾਵੇਂ ਉਹ ਪਿਤਾ ਉਹਨਾਂ ਦੇ ਸਾਹਮਣੇ ਖੜਾ ਹੀ ਕਿਉਂ ਨਾ ਹੋਵੇ। ਬਹੁਤ ਸਾਰੇ ਪਿਤਾ ਆਪਣੇ ਬੱਚੇ ਦਾ ਪਿਆਰ ਲੈਣ ਲਈ ਤਰਸਦੇ ਹਨ, ਪਰ ਆਪਣੇ ਗੁਰੂਰ ਜਾਂ ਸ਼ਰਮ ਕਾਰਨ ਮਿਲ ਨਹੀਂ ਪਾਉਂਦੇ। ਇਹ ਡਰਾਮਾ ਰੌਣਕਾਂ ਤੋਂ ਉੱਤਰ ਕੇ ਅਸਲੀਅਤ ਤੱਕ ਪਹੁੰਚਦਾ ਹੈ। ਡਰਾਮੇ ਦਾ ਅੰਤ ਨਿਸ਼ਚਿਤ ਤੌਰ ਤੇ ਉੱਚਾ ਹੈ, ਪਰ ਇਹ ਝੂਠਾ ਨਹੀਂ ਲੱਗਦਾ। ਧੀ ਪਿਤਾ ਦੇ ਘਰ ਨਹੀਂ ਆ ਜਾਂਦੀ, ਪਿਤਾ ਕੋਲ ਵਾਪਸ ਨਹੀਂ ਚਲਾ ਜਾਂਦਾ। ਉਹ ਚਲੇ ਜਾਂਦੇ ਹਨ, ਪਰ ਇੱਕ ਵਾਅਦੇ ਨਾਲ ਕਿ ਉਹ ਦੁਬਾਰਾ ਮਿਲਣਗੇ,
ਉਹ ਗੱਲ ਕਰਨਗੇ ਅਤੇ ਉਹ ਦਰਦ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਢੋਣਗੇ। ਇਹ ਅੰਤ ਸੱਚਾ ਹੈ। ਡਰਾਮਾ ਇਹ ਨਹੀਂ ਕਹਿੰਦਾ ਕਿ ਸਭ ਕੁਝ ਠੀਕ ਹੋ ਗਿਆ, ਇਹ ਕਹਿੰਦਾ ਹੈ ਕਿ ਹੁਣ ਸ਼ੁਰੂਆਤ ਹੋਈ ਹੈ, ਅਤੇ ਇਹ ਸ਼ਾਇਦ ਸਭ ਤੋਂ ਸੁੰਦਰ ਸੰਦੇਸ਼ ਹੈ। ਸਾਡੇ ਜ਼ਖਮ ਭਰਨ ਵਿੱਚ ਸਮਾਂ ਲੱਗਦਾ ਹੈ, ਪਰ ਪਹਿਲਾ ਕਦਮ, ਉਹ ਇੱਕ ਦੌੜ, ਉਹ ਇੱਕ ਗਲਵਕੜੀ ਸਭ ਕੁਝ ਠੀਕ ਕਰਨ ਦੀ ਤਾਕਤ ਰੱਖਦੀ ਹੈ। ਅਖੀਰ ਵਿੱਚ ਡਰਾਮੇ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇਹ ਇੱਕ ਕਲਾ ਕਿਰਤ ਹੋਣ ਦੇ ਨਾਲ ਇੱਕ ਤਜਰਬਾ ਹੈ। ਤੁਸੀਂ ਇਸ ਨੂੰ ਦੇਖਦੇ ਹੋ ਤਾਂ ਲੱਗਦਾ ਹੈ ਕਿ ਕੋਈ ਤੁਹਾਡੀ ਹੀ ਕਹਾਣੀ ਸੁਣਾ ਰਿਹਾ ਹੈ। ਕੋਈ ਉਹ ਸਭ ਕੁਝ ਬੋਲ ਰਿਹਾ ਹੈ ਜੋ ਤੁਸੀਂ ਸਾਲਾਂ ਤੋਂ ਆਪਣੇ ਮਾਂ-ਪਿਓ ਨੂੰ ਕਹਿਣਾ ਚਾਹੁੰਦੇ ਸੀ, ਜਾਂ ਉਹ ਸਭ ਕੁਝ ਸੁਣ ਰਹੇ ਹੋ ਜੋ ਤੁਸੀਂ ਆਪਣੇ ਬੱਚੇ ਨੂੰ ਕਦੇ ਨਹੀਂ ਕਹਿ ਸਕੇ। ਇਸੇ ਲਈ ਇਹ ਡਰਾਮਾ ਛੋਟਾ ਹੁੰਦੇ ਹੋਏ ਵੀ ਅਮਰ ਹੈ। ਇਹ ਸ਼ਬਦਾਂ ਤੋਂ ਵੱਧ, ਡਾਇਲਾਗਾਂ ਤੋਂ ਵੱਧ, ਸੀਨਾਂ ਤੋਂ ਵੱਧ ਇੱਕ ਅਹਿਸਾਸ ਹੈ। ਜਿਸ ਕਿਸੇ ਦਾ ਵੀ ਕਦੇ ਕਿਸੇ ਨਾਲ ਕੋਈ ਅਧੂਰਾ ਰਿਸ਼ਤਾ ਰਿਹਾ ਹੈ, ਉਸ ਨੂੰ ਇਹ ਡਰਾਮਾ ਰੋਣ, ਹੱਸਣ, ਮਿਲਣ, ਵਿਛੋੜਨ ਅਤੇ ਸਭ ਤੋਂ ਵੱਧ ਮਾਫ਼ ਕਰਨ ਦੀ ਤਾਕਤ ਦੇਵੇਗਾ। ਬਰਲਾਰੀ ਕੀ ਪੇਲੁਕਨਇਆ ਸਿਰਫ ਇੱਕ ਡਰਾਮਾ ਨਹੀਂ ਹੈ, ਇਹ ਉਹਨਾਂ ਸਾਰੇ ਬੱਚਿਆਂ ਦੀ ਇੱਕ ਸੰਗੀਤ ਹੈ ਜਿਨ੍ਹਾਂ ਨੇ ਆਪਣੇ ਪਿਤਾ ਦੀ ਉਡੀਕ ਵਿੱਚ ਵਰ੍ਹੇ ਬਿਤਾ ਦਿੱਤੇ। ਅਤੇ ਇਹ ਉਹਨਾਂ ਸਾਰੇ ਪਿਤਾਵਾਂ ਨੂੰ ਵੀ ਸਲਾਮ ਕਰਦਾ ਹੈ ਜੋ ਦੂਰ ਰਹਿ ਕੇ ਵੀ ਪਿਆਰ ਕਰਦੇ ਰਹੇ, ਪਰ ਇਸ ਪਿਆਰ ਨੂੰ ਸ਼ਬਦ ਦੇਣ ਦੀ ਬਜਾਏ ਉਹ ਖਾਮੋਸ਼ ਰਹੇ। ਜੇ ਇੱਕ ਡਰਾਮੇ ਤੋਂ ਇੱਕ ਸਿੱਖਿਆ ਲੈਣੀ ਹੋਵੇ ਤਾਂ ਉਹ ਇਹ ਹੈ, ਜੇ ਕੋਈ ਤੁਹਾਡਾ ਆਪਾ ਹੈ, ਜੇ ਤੁਹਾਡੇ ਅੰਦਰ ਕੋਈ ਦਰਦ ਹੈ, ਤਾਂ ਜਾਓ, ਦੌੜੋ, ਉਸ ਨੂੰ ਗਲੇ ਲਗਾਓ। ਸਮਾਂ ਬਹੁਤ ਹੱਥੋਂ ਨਾ ਨਿਕਲ ਜਾਵੇ। ਇਹ ਡਰਾਮਾ ਉਸੇ ਇੱਕ ਦੌੜ ਦਾ ਦਸਤਾਵੇਜ਼ ਹੈ। ਬਰਲਾਰੀ ਕੀ ਪੇਲੁਕਨਇਆ ਇੱਕ ਛੋਟਾ ਜਿਹਾ ਡਰਾਮਾ ਹੈ, ਪਰ ਇਸ ਦਾ ਅਸਰ ਦਿਲ ਤੇ ਡੂੰਘਾ ਉਤਰ ਜਾਂਦਾ ਹੈ। ਇਹ ਉਹਨਾਂ ਦਿਲਾਂ ਦੀ ਕਹਾਣੀ ਹੈ ਜੋ ਦੂਰੀਆਂ ਵਿੱਚ ਵੀ ਨੇੜੇ ਹੁੰਦੇ ਹਨ, ਉਹਨਾਂ ਅੱਖਾਂ ਦੀ ਜ਼ੁਬਾਨ ਜੋ ਬਿਨਾਂ ਕੁਝ ਕਹੇ ਸਭ ਕੁਝ ਆਖ ਜਾਂਦੀਆਂ ਹਨ, ਅਤੇ ਉਸ ਇੱਕ ਗਲੇ ਦੀ ਤਾਕਤ ਜੋ ਸਾਰੇ ਦਰਦ, ਸਾਰੇ ਗੁੱਸੇ, ਸਾਰੇ ਸਵਾਲਾਂ ਨੂੰ ਇੱਕ ਪਲ ਵਿੱਚ ਖਤਮ ਕਰ ਦਿੰਦੀ ਹੈ। ਇਸ ਡਰਾਮੇ ਦੀ ਸ਼ੁਰੂਆਤ ਇੱਕ ਆਮ ਜਿਹੇ ਪਰ ਬੇਚੈਨ ਦ੍ਰਿਸ਼ ਨਾਲ ਹੁੰਦੀ ਹੈ। ਕਿਰਦਾਰ ਆਪਣੀ ਮਾਂ ਨਾਲ ਰਹਿੰਦੀ ਇੱਕ ਨੌਜਵਾਨ ਕੁੜੀ ਹੈ। ਉਸ ਦੀ ਜ਼ਿੰਦਗੀ ਵਿੱਚ ਪਿਤਾ ਦਾ ਨਾਂ ਹੈ ਤਾਂ ਪਰ ਉਸ ਦੀ ਹੋਂਦ ਮਹਿਸੂਸ ਨਹੀਂ ਹੁੰਦੀ। ਉਸ ਦੇ ਕਮਰੇ ਵਿੱਚ ਪਿਤਾ ਦੀ ਪੁਰਾਣੀ ਤਸਵੀਰ ਲੱਗੀ ਹੈ, ਜਿਸ ਨੂੰ ਉਹ ਘੂਰਦੀ ਰਹਿੰਦੀ ਹੈ, ਜਿਵੇਂ ਉਸ ਤੋਂ ਉਹ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸ ਨੂੰ ਕਦੇ ਮਿਲੇ ਹੀ ਨਹੀਂ। ਇਹ ਤਸਵੀਰ ਉਸ ਦੀ ਬੇਚੈਨੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਤਾਂ ਗੱਲਾਂ ਵਿੱਚ ਤਲਖੀ ਹੈ, ਸ਼ਬਦਾਂ ਵਿੱਚ ਉਹ ਦਰਦ ਹੈ ਜੋ ਸਾਲਾਂ ਤੋਂ ਦਬਿਆ ਹੋਇਆ ਹੈ। ਮਾਂ ਕੁਝ ਜ਼ਿਆਦਾ ਨਹੀਂ ਦੱਸਦੀ, ਸਿਰਫ ਇੰਨਾ ਕਹਿੰਦੀ ਹੈ ਕਿ ਉਸ ਦੇ ਪਿਤਾ ਨੇ ਉਹਨਾਂ ਨੂੰ ਛੱਡਿਆ ਸੀ, ਪਰ ਕਿਉਂ, ਇਹ ਇੱਕ ਰਾਜ਼ ਹੈ ਜੋ ਉਸ ਦੇ ਨਾਲ ਹੀ ਦੱਬਿਆ ਜਾਪਦਾ ਹੈ। ਇੱਕ ਦਿਨ, ਇੱਕ ਫੋਨ ਆਉਂਦਾ ਹੈ। ਇੱਕ ਆਦਮੀ ਨੇ ਉਸ ਨੂੰ ਮਿਲਣਾ ਹੈ। ਉਹ ਆਦਮੀ ਕੋਈ ਹੋਰ ਨਹੀਂ, ਉਸ ਦਾ ਪਿਤਾ ਹੈ। ਪਹਿਲਾਂ ਤਾਂ ਉਸ ਦੇ ਮਨ ਵਿੱਚ ਗੁੱਸਾ ਹੈ, ਨਾ ਕਰਨ ਦਾ ਮਨ ਕਰਦਾ ਹੈ, ਪਰ ਅੰਦਰੋਂ ਉਹ ਬੇਚੈਨੀ, ਉਹ ਕੁਤੂਹਲ, ਉਹ ਖਲਾ ਉਸ ਨੂੰ ਖਿੱਚ ਲੈਂਦਾ ਹੈ। ਉਹ ਮਿਲਣ ਲਈ ਰਾਜ਼ੀ ਹੋ ਜਾਂਦੀ ਹੈ। ਮਿਲਣੀ ਇੱਕ ਸਾਦੀ ਜਿਹੀ ਥਾਂ ਤੇ ਰੱਖੀ ਜਾਂਦੀ ਹੈ, ਜਿਵੇਂ ਇੱਕ ਪਾਰਕ ਜਾਂ ਕਿਸੇ ਕਾਫੀ ਹਾਊਸ ਦਾ ਪਿਛਾੜ ਵਾਲਾ ਹਿੱਸਾ। ਦ੍ਰਿਸ਼ ਦੀ ਸਾਦਗੀ ਦਰਸ਼ਕ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਇਹ ਮੁਲਾਕਾਤ ਸਾਰੇ ਲਹਿਜ਼ੇ ਠਾਠ ਤੋਂ ਉੱਪਰ ਹੈ। ਇਹ ਸਿਰਫ ਦੋ ਜ਼ਖਮਾਂ ਦਾ ਆਹਮੋ ਸਾਹਮਣਾ ਹੈ। ਜਦੋਂ ਪਿਤਾ ਆਉਂਦਾ ਹੈ ਤਾਂ ਉਸ ਦੇ ਚਿਹਰੇ ਤੇ ਬੁਢਾਪਾ ਅਤੇ ਪਛਤਾਵਾ ਸਾਫ਼ ਲਿਖਿਆ ਹੁੰਦਾ ਹੈ। ਉਸ ਦੀਆਂ ਅੱਖਾਂ ਝੁਕੀਆਂ ਹਨ, ਹੱਥ ਕੰਬਦੇ ਹਨ। ਉਹ ਲੰਬੇ ਸਮੇਂ ਤੋਂ ਇਸ ਪਲ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਜਦੋਂ ਪਲ ਆਣ ਖੜ੍ਹਾ ਹੈ ਤਾਂ ਉਸ ਦੇ ਮੂੰਹੋਂ ਸ਼ਬਦ ਨਹੀਂ ਨਿਕਲਦੇ। ਧੀ ਉਸ ਨੂੰ ਘੂਰਦੀ ਹੈ। ਉਸ ਦੇ ਵਿਹਾਰ ਵਿੱਚ ਨਫ਼ਰਤ ਹੈ, ਪਰ ਅੱਖਾਂ ਦੇ ਕੋਨਿਆਂ ਵਿੱਚ ਉਹ ਬੱਚੀ ਵੀ ਹੈ ਜਿਸਨੇ ਸਾਲਾਂ ਬਿਤਾ ਦਿੱਤੇ ਇਸ ਪਲ ਨੂੰ ਜਿਉਂਦੇ ਹੋਏ। ਪਹਿਲਾਂ ਤਾਂ ਉਹ ਗੱਲ ਸਿੱਧੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂ ਛੱਡਿਆ ਸਾਨੂੰ? ਪਰ ਪਿਤਾ ਜਵਾਬ ਦੇਣ ਦੀ ਬਜਾਏ ਚੁੱਪ ਰਹਿੰਦਾ ਹੈ। ਉਸ ਦੀ ਚੁੱਪ ਹੋਰ ਗੁੱਸਾ ਦਿਵਾਉਂਦੀ ਹੈ। ਉਹ ਉੱਠ ਕੇ ਜਾਣ ਲੱਗਦੀ ਹੈ, ਪਰ ਪਿਤਾ ਦਾ ਇੱਕ ਹੱਥ ਉਸ ਦੇ ਹੱਥ ਨੂੰ ਫੜ ਲੈਂਦਾ ਹੈ। ਉਹ ਮੁੜ ਕੇ ਦੇਖਦੀ ਹੈ, ਉਸ ਦੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਹਨ। ਨਾ ਗੁੱਸੇ ਦੇ, ਨਾ ਦਰਦ ਦੇ, ਸਗੋਂ ਉਸ ਇਕੱਲੇਪਣ ਦੇ ਜੋ ਉਹਨਾਂ ਸਾਰਿਆਂ ਸਾਲਾਂ ਵਿੱਚ ਉਸਨੇ ਅੰਦਰ ਹੀ ਅੰਦਰ ਭੁਗਤਿਆ। ਉਹ ਦੱਸਦਾ ਹੈ ਕਿ ਉਸਨੇ ਘਰ ਇਸ ਲਈ ਛੱਡਿਆ ਕਿਉਂਕਿ ਉਸਨੂੰ ਲੱਗਿਆ ਕਿ ਉਹ ਅਸਫਲ ਹੈ, ਕਿ ਉਹ ਘਰ ਵਾਲਿਆਂ ਨੂੰ ਕੁਝ ਨਹੀਂ ਦੇ ਸਕੇਗਾ, ਕਿ ਉਸਦੀ ਹੋਂਦ ਹੀ ਬੋਝ ਹੈ। ਉਹ ਦੱਸਦਾ ਹੈ ਕਿ ਉਸਨੇ ਕਿੰਨੀਆਂ ਰਾਤਾਂ ਸੜਕਾਂ ਤੇ ਕੱਟੀਆਂ, ਕਿੰਨੇ ਕੰਮ ਕੀਤੇ, ਕਿੰਨੀਆਂ ਵਾਰੀ ਉਹ ਮਰਨਾ ਚਾਹਿਆ, ਪਰ ਹਰ ਵਾਰ ਉਸਦੀ ਧੀ ਦਾ ਚਿਹਰਾ ਉਸਨੂੰ ਜਿਉਂਦਾ ਰੱਖਦਾ ਰਿਹਾ। ਇਹ ਸਭ ਸੁਣ ਕੇ ਧੀ ਦਾ ਗੁੱਸਾ ਇੱਕ ਵਿਰਲਾਪ ਵਿੱਚ ਬਦਲ ਜਾਂਦਾ ਹੈ। ਉਹ ਰੋਂਦੀ ਹੈ, ਉਹ ਆਪਣੇ ਪਿਤਾ ਦੇ ਸਾਹਮਣੇ ਬਹੁਤ ਛੋਟੀ ਹੋ ਜਾਂਦੀ ਹੈ। ਪਲ ਪਲ ਬਦਲਦਾ ਹੈ। ਉਹ ਉੱਠਦੀ ਹੈ, ਪਹਿਲਾਂ ਥੋੜੀ ਝਿਜਕਦੀ ਹੈ, ਫਿਰ ਇੱਕ ਛੋਟਾ ਜਿਹਾ ਕਦਮ, ਫਿਰ ਦੌੜਦੀ ਹੈ, ਦੌੜ ਕੇ ਆਪਣੇ ਪਿਤਾ ਦੀ ਬਾਂਹ ਵਿੱਚ ਜਾ ਡਿੱਗਦੀ ਹੈ। ਇਹ ਦ੍ਰਿਸ਼ ਡਰਾਮੇ ਦਾ ਸਭ ਤੋਂ ਭਾਵੁਕ ਤੇ ਸਭ ਤੋਂ ਮਾਰਕ ਹੈ। ਇੱਥੇ ਕੋਈ ਸ਼ਬਦ ਨਹੀਂ, ਕੋਈ ਡਾਇਲਾਗ ਨਹੀਂ, ਸਿਰਫ ਦੋ ਜਿਸਮ, ਦੋ ਜ਼ਖਮ, ਦੋ ਅਸ਼ਕ ਇੱਕ ਦੂਜੇ ਨੂੰ ਫੜੀ ਬੈਠੇ ਹਨ।
ਇਹ ਗਲੇ ਦਾ ਉਹ ਸਾਦਾ ਪਰ ਗਹਿਰਾ ਅਹਿਸਾਸ ਹੈ ਜਿਸ ਵਿੱਚ ਸਾਰੇ ਸਾਲਾਂ ਦੀ ਉਦਾਸੀ, ਗੁੱਸਾ, ਅਧੂਰਾਪਨ ਸਭ ਕੁਝ ਘੁਲ ਜਾਂਦਾ ਹੈ। ਡਰਾਮੇ ਦੀ ਕਹਾਣੀ ਭਾਵੇਂ ਛੋਟੀ ਹੈ ਪਰ ਇਸ ਦੀਆਂ ਪਰਤਾਂ ਬਹੁਤ ਡੂੰਘੀਆਂ ਹਨ। ਸਤਾਤੇ ਇਹ ਇੱਕ ਧੀ ਅਤੇ ਪਿਤਾ ਦੇ ਮਿਲਾਪ ਦੀ ਕਹਾਣੀ ਹੈ, ਪਰ ਅੰਦਰ ਇਹ ਕਹਾਣੀ ਹੈ ਉਹਨਾਂ ਸਾਰਿਆਂ ਲੋਕਾਂ ਦੀ ਜਿਨ੍ਹਾਂ ਨੂੰ ਕਦੇ ਆਪਣੇ ਮਾਂ-ਪਿਓ ਦਾ ਪਿਆਰ ਨਹੀਂ ਮਿਲਿਆ। ਇਹ ਕਹਾਣੀ ਹੈ ਉਸ ਪੀੜ੍ਹੀ ਦੀ ਜਿਸ ਨੇ ਮਾਨਸਿਕ ਸਿਹਤ ਨੂੰ ਕਮਜ਼ੋਰੀ ਸਮਝਿਆ ਅਤੇ ਆਪਣੇ ਦਰਦ ਨੂੰ ਘਰ ਵਿੱਚ ਹੀ ਦਬ ਕੇ ਰੱਖਿਆ। ਪਿਤਾ ਦਾ ਕਿਰਦਾਰ ਭਾਵੇਂ ਡਰਾਮੇ ਵਿੱਚ ਦੇਰ ਨਾਲ ਆਉਂਦਾ ਹੈ ਪਰ ਉਸ ਦੀ ਮੌਜੂਦਗੀ ਹਰ ਦ੍ਰਿਸ਼ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਉਹਨਾਂ ਮਾਪਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਆਪਣੇ ਬੱਚਿਆਂ ਤੋਂ ਦੂਰ ਹੋ ਗਏ ਪਰ ਉਹਨਾਂ ਦੀ ਯਾਦ ਵਿੱਚ ਰੋਜ਼ ਮਰਦੇ ਰਹੇ। ਅਦਾਕਾਰੀ ਦੀ ਗੱਲ ਕਰੀਏ ਤਾਂ ਧੀ ਦੇ ਕਿਰਦਾਰ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ। ਉਸ ਦੀਆਂ ਅੱਖਾਂ ਨੇ ਪੂਰਾ ਡਰਾਮਾ ਆਪਣੇ ਉੱਪਰ ਚੁੱਕ ਲਿਆ ਹੈ। ਉਸ ਦੇ ਗੁੱਸੇ ਵਿੱਚ ਵੀ ਇੱਕ ਕਚਰਾਟ ਹੈ, ਉਸ ਦੇ ਸਵਾਲਾਂ ਵਿੱਚ ਵੀ ਇੱਕ ਨਮੀ ਹੈ। ਉਹ ਬਹੁਤ ਜ਼ਿਆਦਾ ਬੋਲਦੀ ਨਹੀਂ, ਪਰ ਜੋ ਬੋਲਦੀ ਹੈ ਹਰ ਸ਼ਬਦ ਦਿਲ ਵਿੱਚ ਉਤਰਦਾ ਹੈ। ਪਿਤਾ ਦਾ ਕਿਰਦਾਰ ਉਸ ਮਰਦ ਦੀ ਬੁਲੰਦੀ ਨੂੰ ਤੋੜਦਾ ਹੈ ਜੋ ਸਮਾਜ ਵਿੱਚ ਹਮੇਸ਼ਾ ਮਜ਼ਬੂਤ ਰਹਿਣ ਲਈ ਬਣਿਆ ਹੁੰਦਾ ਹੈ। ਇੱਕ ਦ੍ਰਿਸ਼ ਵਿੱਚ ਜਦੋਂ ਉਹ ਆਪਣੇ ਹੱਥ ਫੈਲਾਉਂਦਾ ਹੈ ਤਾਂ ਉਹ ਉਹੀ ਹੱਥ ਹੁੰਦੇ ਹਨ ਜੋ ਕਦੇ ਆਪਣੀ ਧੀ ਨੂੰ ਚੂਲਾ ਚਲਾਉਂਦੇ ਸਨ, ਉਹੀ ਹੱਥ ਜਿਨ੍ਹਾਂ ਤੇ ਕਦੇ ਉਸ ਦਾ ਸਾਰਾ ਸੰਸਾਰ ਟਿਕਿਆ ਹੁੰਦਾ ਸੀ। ਹੁਣ ਉਹ ਹੱਥ ਕੰਬਦੇ ਹਨ ਪਰ ਫਿਰ ਵੀ ਉਨੀ ਤਾਕਤ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਿਰਦਾਰ ਅਸਲੀ ਤਜਰਬਿਆਂ ਤੋਂ ਪ੍ਰੇਰਿਤ ਹਨ। ਡਰਾਮੇ ਦਾ ਸੰਵਾਦ ਬਹੁਤ ਘੱਟ ਹੈ ਪਰ ਜੋ ਕੁਝ ਕਿਹਾ ਗਿਆ ਹੈ ਉਹ ਹੀਰਾ ਬਣ ਕੇ ਨਿਖਰਦਾ ਹੈ। ਇੱਕ ਲਾਈਨ ਮੈਨੂੰ ਖਾਸ ਤੌਰ ਤੇ ਯਾਦ ਹੈ ਜਦੋਂ ਪਿਤਾ ਕਹਿੰਦਾ ਹੈ, ਮੈਂ ਤੈਨੂੰ ਛੱਡ ਕੇ ਨਹੀਂ ਗਿਆ ਸੀ, ਮੈਂ ਆਪਣੇ ਤੋਂ ਡਰ ਕੇ ਗਿਆ ਸੀ। ਇਸ ਇੱਕ ਵਾਕ ਨੇ ਸਾਰੇ ਡਰਾਮੇ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ। ਇਹ ਸੰਵਾਦ ਉਹਨਾਂ ਸਾਰੇ ਮਾਪਿਆਂ ਲਈ ਸੱਚ ਹੈ ਜਿਹੜੇ ਅਸਫਲਤਾ, ਮਾਨਸਿਕ ਬਿਮਾਰੀ ਜਾਂ ਸਮਾਜਿਕ ਦਬਾਅ ਕਾਰਨ ਆਪਣੇ ਬੱਚਿਆਂ ਤੋਂ ਦੂਰ ਹੋ ਗਏ। ਡਰਾਮੇ ਦੇ ਨਿਰਦੇਸ਼ਨ ਤੇ ਗੌਰ ਕਰੀਏ ਤਾਂ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਾਦਗੀ ਹੈ। ਕੋਈ ਵੱਡੇ ਸੈਟ ਨਹੀਂ, ਕੋਈ ਭੜਕੀਲੇ ਕੱਪੜੇ ਨਹੀਂ। ਕੈਮਰਾ ਹਰ ਵੇਲੇ ਕਿਰਦਾਰਾਂ ਦੇ ਚਿਹਰਿਆਂ ਅਤੇ ਅੱਖਾਂ ਤੇ ਟਿਕਿਆ ਰਹਿੰਦਾ ਹੈ। ਕਲੋਜ਼-ਅਪ ਸ਼ਾਟਸ ਨੇ ਡਰਾਮੇ ਦੀ ਰੂਹ ਨੂੰ ਕੈਦ ਕਰ ਲਿਆ ਹੈ। ਜਦੋਂ ਧੀ ਦੇ ਹੱਥ ਕੰਬਦੇ ਹਨ ਤਾਂ ਕੈਮਰਾ ਉਹਨਾਂ ਹੱਥਾਂ ਤੇ ਹੁੰਦਾ ਹੈ। ਜਦੋਂ ਪਿਤਾ ਦੀ ਠੋਡੀ ਹਿਲਦੀ ਹੈ ਤਾਂ ਉਸ ਤੇ ਫੋਕਸ ਹੁੰਦਾ ਹੈ। ਸੰਗੀਤ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ ਅਤੇ ਜਦੋਂ ਕੀਤੀ ਗਈ ਹੈ ਤਾਂ ਉਹ ਸਿਰਫ ਪਿਆਨੋ ਦੇ ਕੁਝ ਨੋਟ ਹਨ, ਕਾਫੀ ਨਹੀਂ, ਬਹੁਤ ਜ਼ਿਆਦਾ ਵੀ ਨਹੀਂ। ਬਿਲਕੁਲ ਸਹੀ ਮਾਤਰਾ ਵਿੱਚ। ਰੌਸ਼ਨੀ ਡਰਾਮੇ ਵਿੱਚ ਇੱਕ ਹੋਰ ਕਿਰਦਾਰ ਵਾਂਗ ਹੈ। ਸ਼ੁਰੂਆਤ ਵਿੱਚ ਧੀ ਦੇ ਦ੍ਰਿਸ਼ਾਂ ਵਿੱਚ ਠੰਡੇ, ਨੀਲੇ ਅਤੇ ਸਲੇਟੀ ਸ਼ੇਡ ਹਨ ਜੋ ਉਸ ਦੇ ਅੰਦਰਲੇ ਖਲਾਅ ਨੂੰ ਦਰਸਾਉਂਦੇ ਹਨ। ਜਿਉਂ-ਜਿਉਂ ਉਹ ਪਿਤਾ ਦੇ ਨੇੜੇ ਆਉਂਦੀ ਹੈ, ਰੌਸ਼ਨੀ ਹੌਲੀ-ਹੌਲੀ ਗਰਮ ਰੰਗਾਂ ਵਿੱਚ ਬਦਲਦੀ ਜਾਂਦੀ ਹੈ। ਅੰਤ ਦਾ ਗਲੇ ਲੱਗਣ ਦਾ ਦ੍ਰਿਸ਼ ਸੁਨਹਿਰੀ ਰੋਸ਼ਨੀ ਵਿੱਚ ਨਹਾਇਆ ਹੁੰਦਾ ਹੈ, ਜਿਵੇਂ ਕੋਈ ਸੂਰਜ ਡੁੱਬਣ ਤੋਂ ਪਹਿਲਾਂ ਆਖਰੀ ਕਿਰਨਾਂ ਦੇ ਰਿਹਾ ਹੋਵੇ, ਜਾਂ ਕੋਈ ਅਜਿਹਾ ਸੂਰਜ ਜੋ ਹਨੇਰੇ ਵਿੱਚ ਡੁੱਬਦੇ ਵੀ ਕੋਈ ਆਸ ਦੇ ਜਾਂਦਾ ਹੈ। ਡਰਾਮੇ ਦਾ ਸਮਾਂ ਸੀਮਾ ਵੀ ਬਹੁਤ ਮਹੱਤਵਪੂਰਨ ਹੈ। 30 ਤੋਂ 35 ਮਿੰਟਾਂ ਦੀ ਇਹ ਛੋਟੀ ਜਿਹੀ ਕਹਾਣੀ ਦਰਸ਼ਕ ਨੂੰ ਇੰਨਾ ਜਕੜ ਕੇ ਰੱਖਦੀ ਹੈ ਕਿ ਅੰਤ ਵਿੱਚ ਅੱਖਾਂ ਤਰ ਹੋ ਜਾਂਦੀਆਂ ਹਨ। 1 ਘੰਟੇ ਦਾ ਡਰਾਮਾ ਹੋਰ ਵੀ ਵੇਰਵੇ ਦੇ ਸਕਦਾ ਸੀ, ਪਰ ਫਿਰ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਸੀ। 30 ਮਿੰਟਾਂ ਵਿੱਚ ਇਸ ਨੇ ਜੋ ਸੰਘਣਾ ਅਹਿਸਾਸ ਦਿੱਤਾ ਹੈ, ਉਹ ਘੱਟ ਸਮੇਂ ਦੀ ਇੱਕ ਵੱਡੀ ਜਿੱਤ ਹੈ। ਇਹ ਡਰਾਮਾ ਦਿਖਾਉਂਦਾ ਹੈ ਕਿ ਵਧੀਆ ਕਹਾਣੀ ਲਈ ਲੰਮਾ ਸਮਾਂ ਨਹੀਂ, ਸਗੋਂ ਸੋਚੀ ਸਮਝੀ ਕਹਾਣੀ ਚਾਹੀਦੀ ਹੈ। ਇਸ ਡਰਾਮੇ ਵਿੱਚ ਇੱਕ ਵੀ ਬੇਲੋੜਾ ਦ੍ਰਿਸ਼ ਨਹੀਂ ਹੈ। ਹਰ ਦ੍ਰਿਸ਼ ਅੱਗੇ ਦੀ ਕਹਾਣੀ ਲਈ ਜ਼ਰੂਰੀ ਹੈ। ਹਰ ਪਾਤਰ ਜਾਂ ਤਾਂ ਦਰਦ ਵਧਾਉਂਦਾ ਹੈ ਜਾਂ ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਸ ਡਰਾਮੇ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕਿਸੇ ਇੱਕ ਪਾਤਰ ਨੂੰ ਗਲਤ ਸਾਬਤ ਨਹੀਂ ਕਰਦਾ। ਪਿਤਾ ਦੂਰ ਹੋਇਆ, ਪਰ ਇਸ ਨੂੰ ਇੱਕ ਕਾਇਰਤਾ ਜਾਂ ਬੇਪਰਵਾਹੀ ਵਜੋਂ ਪੇਸ਼ ਨਹੀਂ ਕੀਤਾ ਗਿਆ। ਉਸ ਦੇ ਕੋਲ ਆਪਣੀ ਅਸਫਲਤਾ ਦਾ ਡਰ ਸੀ ਅਤੇ ਇਸ ਡਰ ਕਾਰਨ ਉਸਨੇ ਉਹ ਗਲਤੀ ਕਰ ਦਿੱਤੀ। ਪਰ ਉਸਨੇ ਆਪਣੀ ਗਲਤੀ ਮੰਨੀ ਅਤੇ ਉਸ ਗਲਤੀ ਨੂੰ ਸੁਧਾਰਨ ਲਈ ਉਹ ਆਪਣੇ ਗੁਰੂਰ ਨੂੰ ਤੋੜ ਕੇ ਧੀ ਦੇ ਸਾਹਮਣੇ ਆ ਖੜਾ ਹੋਇਆ। ਧੀ ਦੇ ਗੁੱਸੇ ਨੂੰ ਵੀ ਨਿਆਂ ਮਿਲਦਾ ਹੈ। ਉਹ ਬਿਲਕੁਲ ਸਹੀ ਸੀ ਆਪਣੇ ਗੁੱਸੇ ਵਿੱਚ, ਪਰ ਉਹ ਇੰਨੀ ਸਿਆਣੀ ਸੀ ਕਿ ਇਹ ਸਮਝ ਸਕੀ ਕਿ ਗੁੱਸੇ ਨਾਲ ਸਿਰਫ ਹੋਰ ਦੂਰੀਆਂ ਵਧਦੀਆਂ ਹਨ। ਅਖੀਰ 'ਚ ਜਦੋਂ ਉਹ ਦੌੜਦੀ ਹੈ ਤਾਂ ਉਹ ਦੌੜ ਗੁੱਸੇ ਨੂੰ ਪਿੱਛੇ ਛੱਡਣ ਦੀ ਦੌੜ ਹੈ। ਸਮਾਜਿਕ ਤੌਰ ਤੇ ਇਹ ਡਰਾਮਾ ਇੱਕ ਬਹੁਤ ਮਹੱਤਵਪੂਰਨ ਸੁਨੇਹਾ ਦਿੰਦਾ ਹੈ। ਸਾਡੇ ਸਮਾਜ ਵਿੱਚ ਆਦਮੀਆਂ ਨੂੰ ਰੋਣਾ, ਕਮਜ਼ੋਰ ਹੋਣਾ, ਆਪਣੇ ਅੰਦਰਲੇ ਜਜ਼ਬਾਤ ਨੂੰ ਦੱਸਣਾ ਮਨਾ ਹੈ। ਮਰਦ ਨਹੀਂ ਰੋਂਦਾ ਇਹ ਇੱਕ ਜ਼ਹਿਰੀਲਾ ਸੁਨੇਹਾ ਹੈ ਜਿਸ ਨੇ ਪੀੜ੍ਹੀਆਂ ਨੂੰ ਆਪਣੇ ਦਰਦ ਨਾਲ ਇਕੱਲੇ ਹੀ ਮਰਨ ਲਈ ਛੱਡ ਦਿੱਤਾ ਹੈ। ਇਹ ਡਰਾਮਾ ਉਸ ਮੂਰਤੀ ਨੂੰ ਤੋੜਦਾ ਹੈ। ਪਿਤਾ ਦਾ ਰੋਣਾ ਇੱਕ ਮਹਾਕਾਵਿ ਹੈ। ਉਹ ਰੋ ਕੇ ਸਾਫ਼ ਕਰ ਦਿੰਦਾ ਹੈ ਕਿ ਉਹ ਵੀ ਇੱਕ ਇਨਸਾਨ ਹੈ, ਉਸਨੇ ਵੀ ਗਲਤੀਆਂ ਕੀਤੀਆਂ, ਉਹ ਵੀ ਡਰਦਾ ਸੀ, ਉਹ ਵੀ ਆਪਣੀ ਧੀ ਨੂੰ ਮਿਲਣ ਲਈ ਸਾਲਾਂ ਤਰਸਦਾ ਰਿਹਾ।
ਇਹ ਦਰਿਸ਼ ਹਰ ਉਸ ਆਦਮੀ ਲਈ ਖੁੱਲ੍ਹੇ ਦਰਵਾਜ਼ੇ ਵਰਗਾ ਹੈ ਜਿਸਨੇ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਆਪਣੇ ਅੰਦਰ ਹੀ ਇੱਕ ਕਬਰ ਬਣਾ ਲਈ। ਅਜਿਹੇ ਦਰਿਸ਼ ਕੁਝ ਹੀ ਡਰਾਮੇ ਲਿਖ ਪਾਉਂਦੇ ਹਨ। ਇੱਕ ਹੋਰ ਪਹਿਲੂ ਹੈ ਔਰਤਾਂ ਦੀ ਆਵਾਜ਼। ਧੀ ਨੇ ਹੀ ਪਹਿਲ ਕੀਤੀ। ਜਦੋਂ ਪਿਤਾ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ ਤਾਂ ਧੀ ਨੇ ਪੁੱਛਿਆ। ਧੀ ਨੇ ਐਲਾਨ ਕੀਤਾ ਕਿ ਉਹ ਦਰਦ ਨੂੰ ਹੁਣ ਨਹੀਂ ਢੋ ਸਕਦੀ। ਭਾਰਤੀ ਅਤੇ ਪੰਜਾਬੀ ਸੰਦਰਭ ਵਿੱਚ ਔਰਤਾਂ ਨੂੰ ਅਕਸਰ ਘਰ ਵਿੱਚ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਪਰ ਇਹ ਡਰਾਮਾ ਉਸ ਰਵਾਇਤ ਨੂੰ ਤੋੜਦਾ ਹੈ। ਇਹ ਦਿਖਾਉਂਦਾ ਹੈ ਕਿ ਜਜ਼ਬਾਤਾਂ ਦਾ ਇਜ਼ਹਾਰ ਲਿੰਗ ਨਹੀਂ ਦੇਖਦਾ, ਨਾ ਹੀ ਦਰਦ ਦੇਖਦਾ ਹੈ, ਨਾ ਹੀ ਪਿਆਰ। ਡਰਾਮੇ ਵਿੱਚ ਕੁਝ ਪਲ ਇੱਦਾਂ ਦੇ ਹਨ ਜੋ ਬਹੁਤ ਘੱਟ ਲੇਖਕ ਲਿਖ ਪਾਉਂਦੇ ਹਨ। ਜਿਵੇਂ ਕਿ ਜਦੋਂ ਧੀ ਪਿਤਾ ਨੂੰ ਪੁੱਛਦੀ ਹੈ, ਤੁਸੀਂ ਮੈਨੂੰ ਜਨਮਦਿਨ ਤੇ ਕਦੇ ਫੋਨ ਕਿਉਂ ਨਹੀਂ ਕੀਤਾ? ਪਿਤਾ ਦਾ ਜਵਾਬ ਹੈ, ਤੂੰ ਦੱਸ ਕਿ ਜਨਮਦਿਨ ਕਿਹੜਾ ਦਿਨ ਹੁੰਦਾ ਹੈ। ਇਹ ਸਵਾਲ ਲਗਭਗ ਇੱਕ ਕਬਰ ਵਿੱਚ ਦੇਣ ਵਾਲਾ ਹੈ। ਉਹ ਨਹੀਂ ਜਾਣਦਾ ਕਿ ਉਸਦੇ ਲਹੂ ਦਾ ਲਹੂ ਦੁਨੀਆ ਵਿੱਚ ਕਿਹੜੇ ਦਿਨ ਆਇਆ ਸੀ। ਉਹ ਸ਼ਰਮਿੰਦਾ ਹੁੰਦਾ ਹੈ, ਉਸਦਾ ਸਿਰ ਝੁਕ ਜਾਂਦਾ ਹੈ। ਉਹ ਨਹੀਂ ਦੱਸ ਸਕਦਾ ਕਿ ਉਹ ਹਰ ਸਾਲ ਉਸ ਦਿਨ ਉਸੇ ਬੱਸ ਸਟੈਂਡ ਤੇ ਬੈਠਾ ਰੋਂਦਾ ਸੀ, ਉਸੇ ਰੁੱਖ ਹੇਠਾਂ ਜਿੱਥੇ ਉਹਨਾਂ ਨੇ ਆਖਰੀ ਵਾਰੀ ਇਕੱਠੇ ਆਈਸਕ੍ਰੀਮ ਖਾਧੀ ਸੀ। ਪਰ ਇਹ ਗੱਲਾਂ ਉਹ ਕਹਿ ਨਹੀਂ ਸਕਦਾ। ਇਹ ਡਰਾਮਾ ਸਿਰਫ ਦਿਖਾਉਂਦਾ ਨਹੀਂ, ਸਗੋਂ ਦਿਲਾਂ ਨੂੰ ਛੂਹਦਾ ਹੈ। ਇਸ ਦਾ ਲੇਖਣ ਪਿਆਰ ਨਾਲ ਕੀਤਾ ਗਿਆ ਹੈ। ਹਰ ਜਗ੍ਹਾ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਆਪਣੇ ਅੰਦਰ ਕਿਤੇ ਨਾ ਕਿਤੇ ਇਹੀ ਦਰਦ ਝੱਲਿਆ ਹੈ। ਇਹ ਡਰਾਮਾ ਇੱਕ ਸਮੂਹਿਕ ਸੱਚ ਨੂੰ ਛੂਹ ਲੈਂਦਾ ਹੈ। ਪੰਜਾਬ ਵਿੱਚ, ਜਿੱਥੇ ਪ੍ਰਵਾਸ ਦਾ ਦਰਦ, ਅਰਥ ਵਿਵਸਥਾ ਦਾ ਦਬਾਅ ਅਤੇ ਪੀੜ੍ਹੀਆਂ ਵਿਚਕਾਰਲੀਆਂ ਅਣਖਾਈਆਂ ਡੂੰਘੀਆਂ ਹੋ ਰਹੀਆਂ ਹਨ, ਇਹ ਡਰਾਮਾ ਇੱਕ ਦਰਪਣ ਵਾਂਗ ਹੈ। ਬਹੁਤ ਸਾਰੇ ਬੱਚੇ ਅੱਜ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਹਿਸੂਸ ਕਰ ਪਾਉਂਦੇ, ਭਾਵੇਂ ਉਹ ਪਿਤਾ ਉਹਨਾਂ ਦੇ ਸਾਹਮਣੇ ਖੜ੍ਹਾ ਹੀ ਕਿਉਂ ਨਾ ਹੋਵੇ। ਬਹੁਤ ਸਾਰੇ ਪਿਤਾ ਆਪਣੇ ਬੱਚੇ ਦਾ ਪਿਆਰ ਲੈਣ ਲਈ ਤਰਸਦੇ ਹਨ, ਪਰ ਆਪਣੇ ਗੁਰੂਰ ਜਾਂ ਸ਼ਰਮ ਕਾਰਨ ਮਿਲ ਨਹੀਂ ਪਾਉਂਦੇ। ਇਹ ਡਰਾਮਾ ਰੌਣਕਾਂ ਤੋਂ ਉੱਤਰ ਕੇ ਅਸਲੀਅਤ ਤੱਕ ਪਹੁੰਚਦਾ ਹੈ। ਡਰਾਮੇ ਦਾ ਅੰਤ ਨਿਸ਼ਚਿਤ ਤੌਰ ਤੇ ਉੱਚਾ ਹੈ, ਪਰ ਇਹ ਝੂਠਾ ਨਹੀਂ ਲੱਗਦਾ। ਧੀ ਪਿਤਾ ਦੇ ਘਰ ਨਹੀਂ ਆ ਜਾਂਦੀ, ਪਿਤਾ ਕੋਲ ਵਾਪਸ ਨਹੀਂ ਚਲਾ ਜਾਂਦਾ। ਉਹ ਚਲੇ ਜਾਂਦੇ ਹਨ, ਪਰ ਇੱਕ ਵਾਅਦੇ ਨਾਲ ਕਿ ਉਹ ਦੁਬਾਰਾ ਮਿਲਣਗੇ, ਉਹ ਗੱਲ ਕਰਨਗੇ ਅਤੇ ਉਹ ਦਰਦ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਢੋਣਗੇ। ਇਹ ਅੰਤ ਸੱਚਾ ਹੈ। ਡਰਾਮਾ ਇਹ ਨਹੀਂ ਕਹਿੰਦਾ ਕਿ ਸਭ ਕੁਝ ਠੀਕ ਹੋ ਗਿਆ। ਇਹ ਕਹਿੰਦਾ ਹੈ ਕਿ ਹੁਣ ਸ਼ੁਰੂਆਤ ਹੋਈ ਹੈ, ਅਤੇ ਇਹ ਸ਼ਾਇਦ ਸਭ ਤੋਂ ਸੁੰਦਰ ਸੰਦੇਸ਼ ਹੈ। ਸਾਡੇ ਜ਼ਖਮ ਭਰਨ ਵਿੱਚ ਸਮਾਂ ਲੱਗਦਾ ਹੈ, ਪਰ ਪਹਿਲਾ ਕਦਮ, ਉਹ ਇੱਕ ਦੌੜ, ਉਹ ਇੱਕ ਗਲਵਕੜੀ ਸਭ ਕੁਝ ਠੀਕ ਕਰਨ ਦੀ ਤਾਕਤ ਰੱਖਦੀ ਹੈ। ਅਖੀਰ ਵਿੱਚ ਡਰਾਮੇ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇਹ ਇੱਕ ਕਲਾ ਕਿਰਤ ਹੋਣ ਦੇ ਨਾਲ ਇੱਕ ਤਜਰਬਾ ਹੈ। ਤੁਸੀਂ ਇਸ ਨੂੰ ਦੇਖਦੇ ਹੋ ਤਾਂ ਲੱਗਦਾ ਹੈ ਕਿ ਕੋਈ ਤੁਹਾਡੀ ਹੀ ਕਹਾਣੀ ਸੁਣਾ ਰਿਹਾ ਹੈ। ਕੋਈ ਉਹ ਸਭ ਕੁਝ ਬੋਲ ਰਿਹਾ ਹੈ ਜੋ ਤੁਸੀਂ ਸਾਲਾਂ ਤੋਂ ਆਪਣੇ ਮਾਂ-ਪਿਓ ਨੂੰ ਕਹਿਣਾ ਚਾਹੁੰਦੇ ਸੀ, ਜਾਂ ਉਹ ਸਭ ਕੁਝ ਸੁਣ ਰਹੇ ਹੋ ਜੋ ਤੁਸੀਂ ਆਪਣੇ ਬੱਚੇ ਨੂੰ ਕਦੇ ਨਹੀਂ ਕਹਿ ਸਕੇ। ਇਸੇ ਲਈ ਇਹ ਡਰਾਮਾ ਛੋਟਾ ਹੁੰਦੇ ਹੋਏ ਵੀ ਅਮਰ ਹੈ। ਇਹ ਸ਼ਬਦਾਂ ਤੋਂ ਵੱਧ, ਡਾਇਲਾਗਾਂ ਤੋਂ ਵੱਧ, ਸੀਨਾਂ ਤੋਂ ਵੱਧ ਇੱਕ ਅਹਿਸਾਸ ਹੈ। ਜਿਸ ਕਿਸੇ ਦਾ ਵੀ ਕਦੇ ਕਿਸੇ ਨਾਲ ਕੋਈ ਅਧੂਰਾ ਰਿਸ਼ਤਾ ਰਿਹਾ ਹੈ, ਉਸਨੂੰ ਇਹ ਡਰਾਮਾ ਰੋਣ, ਹੱਸਣ, ਮਿਲਣ, ਵਿਛੋੜਨ ਅਤੇ ਸਭ ਤੋਂ ਵੱਧ ਮਾਫ਼ ਕਰਨ ਦੀ ਤਾਕਤ ਦੇਵੇਗਾ। ਬਰਲਾਰੀ ਕੇ ਪੇਲੁਕਨ ਅਯਾ ਸਿਰਫ ਇੱਕ ਡਰਾਮਾ ਨਹੀਂ ਹੈ, ਇਹ ਉਹਨਾਂ ਸਾਰੇ ਬੱਚਿਆਂ ਦੀ ਇੱਕ ਸੰਗੀਤ ਹੈ ਜਿਨ੍ਹਾਂ ਨੇ ਆਪਣੇ ਪਿਤਾ ਦੀ ਉਡੀਕ ਵਿੱਚ ਵਰ੍ਹੇ ਬਿਤਾ ਦਿੱਤੇ। ਅਤੇ ਇਹ ਉਹਨਾਂ ਸਾਰੇ ਪਿਤਾਵਾਂ ਨੂੰ ਵੀ ਸਲਾਮ ਕਰਦਾ ਹੈ ਜੋ ਦੂਰ ਰਹਿ ਕੇ ਵੀ ਪਿਆਰ ਕਰਦੇ ਰਹੇ, ਪਰ ਇਸ ਪਿਆਰ ਨੂੰ ਸ਼ਬਦ ਦੇਣ ਦੀ ਬਜਾਏ ਉਹ ਖਾਮੋਸ਼ ਰਹੇ। ਜੇ ਇੱਕ ਡਰਾਮੇ ਤੋਂ ਇੱਕ ਸਿੱਖਿਆ ਲੈਣੀ ਹੋਵੇ ਤਾਂ ਉਹ ਇਹ ਹੈ, ਜੇ ਕੋਈ ਤੁਹਾਡਾ ਆਪਾ ਹੈ, ਜੇ ਤੁਹਾਡੇ ਅੰਦਰ ਕੋਈ ਦਰਦ ਹੈ, ਤਾਂ ਜਾਓ, ਦੌੜੋ, ਉਸਨੂੰ ਗਲੇ ਲਗਾਓ। ਸਮਾਂ ਬਹੁਤ ਹੱਥੋਂ ਨਾ ਨਿਕਲ ਜਾਵੇ। ਇਹ ਡਰਾਮਾ ਉਸੇ ਇੱਕ ਦੌੜ ਦਾ ਦਸਤਾਵੇਜ਼ ਹੈ। ਬਰਲਾਰੀ ਕੇ ਪੇਲੁਕਨ ਅਯਾ ਇੱਕ ਛੋਟਾ ਜਿਹਾ ਡਰਾਮਾ ਹੈ, ਪਰ ਇਸ ਦਾ ਅਸਰ ਦਿਲ ਤੇ ਡੂੰਘਾ ਉਤਰ ਜਾਂਦਾ ਹੈ। ਇਹ ਉਹਨਾਂ ਦਿਲਾਂ ਦੀ ਕਹਾਣੀ ਹੈ ਜੋ ਦੂਰੀਆਂ ਵਿੱਚ ਵੀ ਨੇੜੇ ਹੁੰਦੇ ਹਨ, ਉਹਨਾਂ ਅੱਖਾਂ ਦੀ ਜ਼ੁਬਾਨ ਜੋ ਬਿਨਾਂ ਕੁਝ ਕਹੇ ਸਭ ਕੁਝ ਆਖ ਜਾਂਦੀਆਂ ਹਨ, ਅਤੇ ਉਸ ਇੱਕ ਗਲੇ ਦੀ ਤਾਕਤ ਜੋ ਸਾਰੇ ਦਰਦ, ਸਾਰੇ ਗੁੱਸੇ, ਸਾਰੇ ਸਵਾਲਾਂ ਨੂੰ ਇੱਕ ਪਲ ਵਿੱਚ ਖਤਮ ਕਰ ਦਿੰਦੀ ਹੈ। ਇਸ ਡਰਾਮੇ ਦੀ ਸ਼ੁਰੂਆਤ ਇੱਕ ਆਮ ਜਿਹੇ ਪਰ ਬੇਚੈਨ ਦਰਿਸ਼ ਨਾਲ ਹੁੰਦੀ ਹੈ। ਕਿਰਦਾਰ ਆਪਣੀ ਮਾਂ ਨਾਲ ਰਹਿੰਦੀ ਇੱਕ ਨੌਜਵਾਨ ਕੁੜੀ ਹੈ। ਉਸਦੀ ਜ਼ਿੰਦਗੀ ਵਿੱਚ ਪਿਤਾ ਦਾ ਨਾਂ ਹੈ ਤਾਂ, ਪਰ ਉਸਦੀ ਹੋਂਦ ਮਹਿਸੂਸ ਨਹੀਂ ਹੁੰਦੀ। ਉਸਦੇ ਕਮਰੇ ਵਿੱਚ ਪਿਤਾ ਦੀ ਪੁਰਾਣੀ ਤਸਵੀਰ ਲੱਗੀ ਹੈ, ਜਿਸ ਨੂੰ ਉਹ ਘੂਰਦੀ ਰਹਿੰਦੀ ਹੈ, ਜਿਵੇਂ ਉਸ ਤੋਂ ਉਹ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸਨੂੰ ਕਦੇ ਮਿਲੇ ਹੀ ਨਹੀਂ। ਇਹ ਤਸਵੀਰ ਉਸਦੀ ਬੇਚੈਨੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ ਤਾਂ ਗੱਲਾਂ ਵਿੱਚ ਤਲਖੀ ਹੈ, ਸ਼ਬਦਾਂ ਵਿੱਚ ਉਹ ਦਰਦ ਹੈ ਜੋ ਸਾਲਾਂ ਤੋਂ ਦਬਿਆ ਹੋਇਆ ਹੈ। ਮਾਂ ਕੁਝ ਜ਼ਿਆਦਾ ਨਹੀਂ ਦੱਸਦੀ, ਸਿਰਫ ਇੰਨਾ ਕਹਿੰਦੀ ਹੈ ਕਿ ਉਸਦੇ ਪਿਤਾ ਨੇ ਉਹਨਾਂ ਨੂੰ ਛੱਡਿਆ ਸੀ, ਪਰ ਕਿਉਂ, ਇਹ ਇੱਕ ਰਾਜ਼ ਹੈ ਜੋ ਉਸਦੇ ਨਾਲ ਹੀ ਦੱਬਿਆ ਜਾਪਦਾ ਹੈ। ਇੱਕ ਦਿਨ, ਇੱਕ ਫੋਨ ਆਉਂਦਾ ਹੈ। ਇੱਕ ਆਦਮੀ ਨੇ ਉਸ ਨੂੰ ਮਿਲਣਾ ਹੈ। ਉਹ ਆਦਮੀ ਕੋਈ ਹੋਰ ਨਹੀਂ, ਉਸਦਾ ਪਿਤਾ ਹੈ।
ਪਹਿਲਾਂ ਤਾਂ ਉਸਦੇ ਮਨ ਵਿੱਚ ਗੁੱਸਾ ਹੈ, ਨਾ ਕਰਨ ਦਾ ਮਨ ਕਰਦਾ ਹੈ। ਪਰ ਅੰਦਰੋਂ ਉਹ ਬੇਚੈਨੀ, ਉਹ ਕੁਤੂਹਲ, ਉਹ ਖਲਾ ਉਸਨੂੰ ਖਿੱਚ ਲੈਂਦਾ ਹੈ। ਉਹ ਮਿਲਣ ਲਈ ਰਾਜ਼ੀ ਹੋ ਜਾਂਦੀ ਹੈ। ਮਿਲਣੀ ਇੱਕ ਸਾਦੀ ਜਿਹੀ ਥਾਂ ਤੇ ਰੱਖੀ ਜਾਂਦੀ ਹੈ, ਜਿਵੇਂ ਇੱਕ ਪਾਰਕ ਜਾਂ ਕਿਸੇ ਕਾਫੀ ਹਾਊਸ ਦਾ ਪਿਛਾੜ ਵਾਲਾ ਹਿੱਸਾ। ਦਰਿਸ਼ ਦੀ ਸਾਦਗੀ ਦਰਸ਼ਕ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਇਹ ਮੁਲਾਕਾਤ ਸਾਰੇ ਲਹਿਜ਼ੇ ਠਾਠ ਤੋਂ ਉੱਪਰ ਹੈ। ਇਹ ਸਿਰਫ ਦੋ ਜ਼ਖਮਾਂ ਦਾ ਆਹਮੋ ਸਾਹਮਣਾ ਹੈ। ਜਦੋਂ ਪਿਤਾ ਆਉਂਦਾ ਹੈ ਤਾਂ ਉਸਦੇ ਚਿਹਰੇ ਤੇ ਬੁਢਾਪਾ ਅਤੇ ਪਛਤਾਵਾ ਸਾਫ਼ ਲਿਖਿਆ ਹੁੰਦਾ ਹੈ। ਉਸਦੀਆਂ ਅੱਖਾਂ ਝੁਕੀਆਂ ਹਨ, ਹੱਥ ਕੰਬਦੇ ਹਨ। ਉਹ ਲੰਬੇ ਸਮੇਂ ਤੋਂ ਇਸ ਪਲ ਦੀ ਉਡੀਕ ਕਰ ਰਿਹਾ ਸੀ, ਪਰ ਹੁਣ ਜਦੋਂ ਪਲ ਆਣ ਖੜ੍ਹਾ ਹੈ ਤਾਂ ਉਸਦੇ ਮੂੰਹੋਂ ਸ਼ਬਦ ਨਹੀਂ ਨਿਕਲਦੇ। ਧੀ ਉਸਨੂੰ ਘੂਰਦੀ ਹੈ। ਉਸਦੇ ਵਿਹਾਰ ਵਿੱਚ ਨਫ਼ਰਤ ਹੈ, ਪਰ ਅੱਖਾਂ ਦੇ ਕੋਨਿਆਂ ਵਿੱਚ ਉਹ ਬੱਚੀ ਵੀ ਹੈ ਜਿਸਨੇ ਸਾਲਾਂ ਬਿਤਾ ਦਿੱਤੇ ਇਸ ਪਲ ਨੂੰ ਜਿਉਂਦੇ ਹੋਏ। ਪਹਿਲਾਂ ਤਾਂ ਉਹ ਗੱਲ ਸਿੱਧੀ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂ ਛੱਡਿਆ ਸਾਨੂੰ? ਪਰ ਪਿਤਾ ਜਵਾਬ ਦੇਣ ਦੀ ਬਜਾਏ ਚੁੱਪ ਰਹਿੰਦਾ ਹੈ। ਉਸਦੀ ਚੁੱਪ ਹੋਰ ਗੁੱਸਾ ਦਿਵਾਉਂਦੀ ਹੈ। ਉਹ ਉੱਠ ਕੇ ਜਾਣ ਲੱਗਦੀ ਹੈ, ਪਰ ਪਿਤਾ ਦਾ ਇੱਕ ਹੱਥ ਉਸਦੇ ਹੱਥ ਨੂੰ ਫੜ ਲੈਂਦਾ ਹੈ। ਉਹ ਮੁੜ ਕੇ ਦੇਖਦੀ ਹੈ, ਉਸਦੇ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਹਨ। ਨਾ ਗੁੱਸੇ ਦੇ, ਨਾ ਦਰਦ ਦੇ, ਸਗੋਂ ਉਸ ਇਕੱਲੇਪਣ ਦੇ ਜੋ ਉਹਨਾਂ ਸਾਰਿਆਂ ਸਾਲਾਂ ਵਿੱਚ ਉਸਨੇ ਅੰਦਰ ਹੀ ਅੰਦਰ ਭੁਗਤਿਆ। ਉਹ ਦੱਸਦਾ ਹੈ ਕਿ ਉਸਨੇ ਘਰ ਇਸ ਲਈ ਛੱਡਿਆ ਕਿਉਂਕਿ ਉਸਨੂੰ ਲੱਗਿਆ ਕਿ ਉਹ ਅਸਫਲ ਹੈ, ਕਿ ਉਹ ਘਰ ਵਾਲਿਆਂ ਨੂੰ ਕੁਝ ਨਹੀਂ ਦੇ ਸਕੇਗਾ, ਕਿ ਉਸਦੀ ਹੋਂਦ ਹੀ ਬੋਝ ਹੈ। ਉਹ ਦੱਸਦਾ ਹੈ ਕਿ ਉਸਨੇ ਕਿੰਨੀਆਂ ਰਾਤਾਂ ਸੜਕਾਂ ਤੇ ਕੱਟੀਆਂ, ਕਿੰਨੇ ਕੰਮ ਕੀਤੇ, ਕਿੰਨੀਆਂ ਵਾਰੀ ਉਹ ਮਰਨਾ ਚਾਹਿਆ, ਪਰ ਹਰ ਵਾਰ ਉਸਦੀ ਧੀ ਦਾ ਚਿਹਰਾ ਉਸਨੂੰ ਜਿਉਂਦਾ ਰੱਖਦਾ ਰਿਹਾ। ਇਹ ਸਭ ਸੁਣ ਕੇ ਧੀ ਦਾ ਗੁੱਸਾ ਇੱਕ ਵਿਰਲਾਪ ਵਿੱਚ ਬਦਲ ਜਾਂਦਾ ਹੈ। ਉਹ ਰੋਂਦੀ ਹੈ, ਉਹ ਆਪਣੇ ਪਿਤਾ ਦੇ ਸਾਹਮਣੇ ਬਹੁਤ ਛੋਟੀ ਹੋ ਜਾਂਦੀ ਹੈ। ਪਲ ਪਲ ਬਦਲਦਾ ਹੈ। ਉਹ ਉੱਠਦੀ ਹੈ, ਪਹਿਲਾਂ ਥੋੜੀ ਝਿਜਕਦੀ ਹੈ, ਫਿਰ ਇੱਕ ਛੋਟਾ ਜਿਹਾ ਕਦਮ, ਫਿਰ ਦੌੜਦੀ ਹੈ, ਦੌੜ ਕੇ ਆਪਣੇ ਪਿਤਾ ਦੀ ਬਾਹ ਵਿੱਚ ਜਾ ਡਿੱਗਦੀ ਹੈ। ਇਹ ਦਰਿਸ਼ ਡਰਾਮੇ ਦਾ ਸਭ ਤੋਂ ਭਾਵੁਕ ਤੇ ਸਭ ਤੋਂ ਮਾਰਕ ਹੈ। ਇੱਥੇ ਕੋਈ ਸ਼ਬਦ ਨਹੀਂ, ਕੋਈ ਡਾਇਲਾਗ ਨਹੀਂ, ਸਿਰਫ ਦੋ ਜਿਸਮ, ਦੋ ਜ਼ਖਮ, ਦੋ ਅਸ਼ਕ ਇੱਕ ਦੂਜੇ ਨੂੰ ਫੜੀ ਬੈਠੇ ਹਨ। ਇਹ ਗਲੇ ਦਾ ਉਹ ਸਾਦਾ ਪਰ ਗਹਿਰਾ ਅਹਿਸਾਸ ਹੈ, ਜਿਸ ਵਿੱਚ ਸਾਰੇ ਸਾਲਾਂ ਦੀ ਉਦਾਸੀ, ਗੁੱਸਾ, ਅਧੂਰਾਪਨ ਸਭ ਕੁਝ ਘੁਲ ਜਾਂਦਾ ਹੈ। ਡਰਾਮੇ ਦੀ ਕਹਾਣੀ ਭਾਵੇਂ ਛੋਟੀ ਹੈ, ਪਰ ਇਸ ਦੀਆਂ ਪਰਤਾਂ ਬਹੁਤ ਡੂੰਘੀਆਂ ਹਨ। ਸਤਾਤੇ ਇਹ ਇੱਕ ਧੀ ਅਤੇ ਪਿਤਾ ਦੇ ਮਿਲਾਪ ਦੀ ਕਹਾਣੀ ਹੈ, ਪਰ ਅੰਦਰ ਅੰਦਰ ਇਹ ਕਹਾਣੀ ਹੈ ਉਹਨਾਂ ਸਾਰਿਆਂ ਲੋਕਾਂ ਦੀ, ਜਿਨ੍ਹਾਂ ਨੂੰ ਕਦੇ ਆਪਣੇ ਮਾਂ-ਪਿਓ ਦਾ ਪਿਆਰ ਨਹੀਂ ਮਿਲਿਆ। ਇਹ ਕਹਾਣੀ ਹੈ ਉਸ ਪੀੜ੍ਹੀ ਦੀ, ਜਿਸਨੇ ਮਾਨਸਿਕ ਸਿਹਤ ਨੂੰ ਕਮਜ਼ੋਰੀ ਸਮਝਿਆ ਅਤੇ ਆਪਣੇ ਦਰਦ ਨੂੰ ਘਰ ਵਿੱਚ ਹੀ ਦਬ ਕੇ ਰੱਖਿਆ। ਪਿਤਾ ਦਾ ਕਿਰਦਾਰ ਭਾਵੇਂ ਡਰਾਮੇ ਵਿੱਚ ਦੇਰ ਨਾਲ ਆਉਂਦਾ ਹੈ, ਪਰ ਉਸਦੀ ਮੌਜੂਦਗੀ ਹਰ ਦਰਿਸ਼ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਉਹ ਉਹਨਾਂ ਮਾਪਿਆਂ ਦੀ ਨੁਮਾਇੰਦਗੀ ਕਰਦਾ ਹੈ ਜੋ ਆਪਣੇ ਬੱਚਿਆਂ ਤੋਂ ਦੂਰ ਹੋ ਗਏ, ਪਰ ਉਹਨਾਂ ਦੀ ਯਾਦ ਵਿੱਚ ਰੋਜ਼ ਮਰਦੇ ਰਹੇ। ਅਦਾਕਾਰੀ ਦੀ ਗੱਲ ਕਰੀਏ ਤਾਂ ਧੀ ਦੇ ਕਿਰਦਾਰ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ। ਉਸਦੀਆਂ ਅੱਖਾਂ ਨੇ ਪੂਰਾ ਡਰਾਮਾ ਆਪਣੇ ਉੱਪਰ ਚੁੱਕ ਲਿਆ ਹੈ। ਉਸਦੇ ਗੁੱਸੇ ਵਿੱਚ ਵੀ ਇੱਕ ਕਚਰਾਟ ਹੈ, ਉਸਦੇ ਸਵਾਲਾਂ ਵਿੱਚ ਵੀ ਇੱਕ ਨਮੀ ਹੈ। ਉਹ ਬਹੁਤ ਜ਼ਿਆਦਾ ਬੋਲਦੀ ਨਹੀਂ, ਪਰ ਜੋ ਬੋਲਦੀ ਹੈ, ਹਰ ਸ਼ਬਦ ਦਿਲ ਵਿੱਚ ਉਤਰਦਾ ਹੈ। ਪਿਤਾ ਦਾ ਕਿਰਦਾਰ ਉਸ ਮਰਦ ਦੀ ਬੁਲੰਦੀ ਨੂੰ ਤੋੜਦਾ ਹੈ ਜੋ ਸਮਾਜ ਵਿੱਚ ਹਮੇਸ਼ਾ ਮਜ਼ਬੂਤ ਰਹਿਣ ਲਈ ਬਣਿਆ ਹੁੰਦਾ ਹੈ। ਇੱਕ ਦਰਿਸ਼ ਵਿੱਚ ਜਦੋਂ ਉਹ ਆਪਣੇ ਹੱਥ ਫੈਲਾਉਂਦਾ ਹੈ, ਤਾਂ ਉਹ ਉਹੀ ਹੱਥ ਹੁੰਦੇ ਹਨ ਜੋ ਕਦੇ ਆਪਣੀ ਧੀ ਨੂੰ ਚੂਲਾ ਚਲਾਉਂਦੇ ਸਨ, ਉਹੀ ਹੱਥ ਜਿਨ੍ਹਾਂ ਤੇ ਕਦੇ ਉਸਦਾ ਸਾਰਾ ਸੰਸਾਰ ਟਿਕਿਆ ਹੁੰਦਾ ਸੀ। ਹੁਣ ਉਹ ਹੱਥ ਕੰਬਦੇ ਹਨ, ਪਰ ਫਿਰ ਵੀ ਉਨੀ ਤਾਕਤ ਰੱਖਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਿਰਦਾਰ ਅਸਲੀ ਤਜਰਬਿਆਂ ਤੋਂ ਪ੍ਰੇਰਿਤ ਹਨ। ਡਰਾਮੇ ਦਾ ਸੰਵਾਦ ਬਹੁਤ ਘੱਟ ਹੈ, ਪਰ ਜੋ ਕੁਝ ਕਿਹਾ ਗਿਆ ਹੈ, ਉਹ ਹੀਰਾ ਬਣ ਕੇ ਨਿਖਰਦਾ ਹੈ। ਇੱਕ ਲਾਈਨ ਮੈਨੂੰ ਖਾਸ ਤੌਰ ਤੇ ਯਾਦ ਹੈ, ਜਦੋਂ ਪਿਤਾ ਕਹਿੰਦਾ ਹੈ, ਮੈਂ ਤੈਨੂੰ ਛੱਡ ਕੇ ਨਹੀਂ ਗਿਆ ਸੀ, ਮੈਂ ਆਪਣੇ ਤੋਂ ਡਰ ਕੇ ਗਿਆ ਸੀ। ਇਸ ਇੱਕ ਵਾਕ ਨੇ ਸਾਰੇ ਡਰਾਮੇ ਦਾ ਭਾਰ ਆਪਣੇ ਮੋਢਿਆਂ ਤੇ ਲੈ ਲਿਆ। ਇਹ ਸੰਵਾਦ ਉਹਨਾਂ ਸਾਰੇ ਮਾਪਿਆਂ ਲਈ ਸੱਚ ਹੈ, ਜਿਹੜੇ ਅਸਫਲਤਾ, ਮਾਨਸਿਕ ਬਿਮਾਰੀ ਜਾਂ ਸਮਾਜਿਕ ਦਬਾਅ ਕਾਰਨ ਆਪਣੇ ਬੱਚਿਆਂ ਤੋਂ ਦੂਰ ਹੋ ਗਏ। ਡਰਾਮੇ ਦੇ ਨਿਰਦੇਸ਼ਨ ਤੇ ਗੌਰ ਕਰੀਏ ਤਾਂ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਾਦਗੀ ਹੈ। ਕੋਈ ਵੱਡੇ ਸੈਟ ਨਹੀਂ, ਕੋਈ ਭੜਕੀਲੇ ਕੱਪੜੇ ਨਹੀਂ। ਕੈਮਰਾ ਹਰ ਵੇਲੇ ਕਿਰਦਾਰਾਂ ਦੇ ਚਿਹਰਿਆਂ ਅਤੇ ਅੱਖਾਂ ਤੇ ਟਿਕਿਆ ਰਹਿੰਦਾ ਹੈ। ਕਲੋਜ਼-ਅਪ ਸ਼ਾਟਸ ਨੇ ਡਰਾਮੇ ਦੀ ਰੂਹ ਨੂੰ ਕੈਦ ਕਰ ਲਿਆ ਹੈ। ਜਦੋਂ ਧੀ ਦੇ ਹੱਥ ਕੰਬਦੇ ਹਨ, ਤਾਂ ਕੈਮਰਾ ਉਹਨਾਂ ਹੱਥਾਂ ਤੇ ਹੁੰਦਾ ਹੈ। ਜਦੋਂ ਪਿਤਾ ਦੀ ਠੋਡੀ ਹਿਲਦੀ ਹੈ, ਤਾਂ ਉਸ ਤੇ ਫੋਕਸ ਹੁੰਦਾ ਹੈ। ਸੰਗੀਤ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ, ਅਤੇ ਜਦੋਂ ਕੀਤੀ ਗਈ ਹੈ, ਤਾਂ ਉਹ ਸਿਰਫ ਪਿਆਨੋ ਦੇ ਕੁਝ ਨੋਟ ਹਨ, ਕਾਫੀ ਨਹੀਂ, ਬਹੁਤ ਜ਼ਿਆਦਾ ਵੀ ਨਹੀਂ। ਬਿਲਕੁਲ ਸਹੀ ਮਾਤਰਾ ਵਿੱਚ। ਰੌਸ਼ਨੀ ਡਰਾਮੇ ਵਿੱਚ ਇੱਕ ਹੋਰ ਕਿਰਦਾਰ ਵਾਂਗ ਹੈ। ਸ਼ੁਰੂਆਤ ਵਿੱਚ ਧੀ ਦੇ ਦ੍ਰਿਸ਼ਾਂ ਵਿੱਚ ਠੰਡੇ, ਨੀਲੇ ਅਤੇ ਸਲੇਟੀ ਸ਼ੇਡ ਹਨ, ਜੋ ਉਸ ਦੇ ਅੰਦਰਲੇ ਖਲਾ ਨੂੰ ਦਰਸਾਉਂਦੇ ਹਨ। ਜਿਉਂ-ਜਿਉਂ ਉਹ ਪਿਤਾ ਦੇ ਨੇੜੇ ਆਉਂਦੀ ਹੈ,
ਰੌਸ਼ਨੀ ਹੌਲੀ-ਹੌਲੀ ਗਰਮ ਰੰਗਾਂ ਵਿੱਚ ਬਦਲਦੀ ਜਾਂਦੀ ਹੈ। ਅੰਤ ਦਾ ਗਲੇ ਲੱਗਣ ਦਾ ਦ੍ਰਿਸ਼ ਸੁਨਹਿਰੀ ਰੋਸ਼ਨੀ ਵਿੱਚ ਨਹਾਇਆ ਹੁੰਦਾ ਹੈ, ਜਿਵੇਂ ਕੋਈ ਸੂਰਜ ਡੁੱਬਣ ਤੋਂ ਪਹਿਲਾਂ ਆਖਰੀ ਕਿਰਨਾਂ ਦੇ ਰਿਹਾ ਹੋਵੇ, ਜਾਂ ਕੋਈ ਅਜਿਹਾ ਸੂਰਜ ਜੋ ਹਨੇਰੇ ਵਿੱਚ ਡੁੱਬਦੇ-ਡੁੱਬਦੇ ਵੀ ਕੋਈ ਆਸ ਦੇ ਜਾਂਦਾ ਹੈ। ਡਰਾਮੇ ਦਾ ਸਮਾਂ ਸੀਮਾ ਵੀ ਬਹੁਤ ਮਹੱਤਵਪੂਰਨ ਹੈ। 30 ਤੋਂ 35 ਮਿੰਟਾਂ ਦੀ ਇਹ ਛੋਟੀ ਜਿਹੀ ਕਹਾਣੀ ਦਰਸ਼ਕ ਨੂੰ ਇੰਨਾ ਜਕੜ ਕੇ ਰੱਖਦੀ ਹੈ ਕਿ ਅੰਤ ਵਿੱਚ ਅੱਖਾਂ ਤਰ ਹੋ ਜਾਂਦੀਆਂ ਹਨ। 1 ਘੰਟੇ ਦਾ ਡਰਾਮਾ ਹੋਰ ਵੀ ਵੇਰਵੇ ਦੇ ਸਕਦਾ ਸੀ, ਪਰ ਫਿਰ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਸੀ। 30 ਮਿੰਟਾਂ ਵਿੱਚ ਇਸ ਨੇ ਜੋ ਸੰਘਣਾ ਅਹਿਸਾਸ ਦਿੱਤਾ ਹੈ, ਉਹ ਘੱਟ ਸਮੇਂ ਦੀ ਇੱਕ ਵੱਡੀ ਜਿੱਤ ਹੈ। ਇਹ ਡਰਾਮਾ ਦਿਖਾਉਂਦਾ ਹੈ ਕਿ ਵਧੀਆ ਕਹਾਣੀ ਲਈ ਲੰਮਾ ਸਮਾਂ ਨਹੀਂ, ਸਗੋਂ ਸੋਚੀ ਸਮਝੀ ਕਹਾਣੀ ਚਾਹੀਦੀ ਹੈ। ਇਸ ਡਰਾਮੇ ਵਿੱਚ ਇੱਕ ਵੀ ਬੇਲੋੜਾ ਦ੍ਰਿਸ਼ ਨਹੀਂ ਹੈ। ਹਰ ਦ੍ਰਿਸ਼ ਅੱਗੇ ਦੀ ਕਹਾਣੀ ਲਈ ਜ਼ਰੂਰੀ ਹੈ। ਹਰ ਪਾਤਰ ਜਾਂ ਤਾਂ ਦਰਦ ਵਧਾਉਂਦਾ ਹੈ, ਜਾਂ ਮੁਕਤੀ ਦਾ ਰਾਹ ਦਿਖਾਉਂਦਾ ਹੈ। ਇਸ ਡਰਾਮੇ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਕਿਸੇ ਇੱਕ ਪਾਤਰ ਨੂੰ ਗਲਤ ਸਾਬਤ ਨਹੀਂ ਕਰਦਾ। ਪਿਤਾ ਦੂਰ ਹੋਇਆ, ਪਰ ਇਸ ਨੂੰ ਇੱਕ ਕਾਇਰਤਾ ਜਾਂ ਬੇਪਰਵਾਹੀ ਵਜੋਂ ਪੇਸ਼ ਨਹੀਂ ਕੀਤਾ ਗਿਆ। ਉਸਦੇ ਕੋਲ ਆਪਣੀ ਅਸਫਲਤਾ ਦਾ ਡਰ ਸੀ, ਅਤੇ ਇਸ ਡਰ ਕਾਰਨ ਉਸਨੇ ਉਹ ਗਲਤੀ ਕਰ ਦਿੱਤੀ। ਪਰ ਉਸਨੇ ਆਪਣੀ ਗਲਤੀ ਮੰਨੀ, ਅਤੇ ਉਸ ਗਲਤੀ ਨੂੰ ਸੁਧਾਰਨ ਲਈ ਉਹ ਆਪਣੇ ਗੁਰੂਰ ਨੂੰ ਤੋੜ ਕੇ ਧੀ ਦੇ ਸਾਹਮਣੇ ਆ ਖੜ੍ਹਾ ਹੋਇਆ। ਧੀ ਦੇ ਗੁੱਸੇ ਨੂੰ ਵੀ ਨਿਆਂ ਮਿਲਦਾ ਹੈ। ਉਹ ਬਿਲਕੁਲ ਸਹੀ ਸੀ ਆਪਣੇ ਗੁੱਸੇ ਵਿੱਚ, ਪਰ ਉਹ ਇੰਨੀ ਸਿਆਣੀ ਸੀ ਕਿ ਇਹ ਸਮਝ ਸਕੀ ਕਿ ਗੁੱਸੇ ਨਾਲ ਸਿਰਫ ਹੋਰ ਦੂਰੀਆਂ ਵਧਦੀਆਂ ਹਨ। ਅਖੀਰ 'ਚ ਜਦੋਂ ਉਹ ਦੌੜਦੀ ਹੈ ਤਾਂ ਉਹ ਦੌੜ ਗੁੱਸੇ ਨੂੰ ਪਿੱਛੇ ਛੱਡਣ ਦੀ ਦੌੜ ਹੈ। ਸਮਾਜਿਕ ਤੌਰ ਤੇ ਇਹ ਡਰਾਮਾ ਇੱਕ ਬਹੁਤ ਮਹੱਤਵਪੂਰਨ ਸੁਨੇਹਾ ਦਿੰਦਾ ਹੈ। ਸਾਡੇ ਸਮਾਜ ਵਿੱਚ ਆਦਮੀਆਂ ਨੂੰ ਰੋਣਾ, ਕਮਜ਼ੋਰ ਹੋਣਾ, ਆਪਣੇ ਅੰਦਰਲੇ ਜਜ਼ਬਾਤ ਨੂੰ ਦੱਸਣਾ ਮਨਾ ਹੈ। ਮਰਦ ਨਹੀਂ ਰੋਂਦਾ ਇਹ ਇੱਕ ਜ਼ਹਿਰੀਲਾ ਸੁਨੇਹਾ ਹੈ, ਜਿਸ ਨੇ ਪੀੜ੍ਹੀਆਂ ਨੂੰ ਆਪਣੇ ਦਰਦ ਨਾਲ ਇਕੱਲੇ ਹੀ ਮਰਨ ਲਈ ਛੱਡ ਦਿੱਤਾ ਹੈ। ਇਹ ਡਰਾਮਾ ਉਸ ਮੂਰਤੀ ਨੂੰ ਤੋੜਦਾ ਹੈ। ਪਿਤਾ ਦਾ ਰੋਣਾ ਇੱਕ ਮਹਾਕਾਵਿ ਹੈ। ਉਹ ਰੋ ਕੇ ਸਾਫ਼ ਕਰ ਦਿੰਦਾ ਹੈ ਕਿ ਉਹ ਵੀ ਇੱਕ ਇਨਸਾਨ ਹੈ, ਉਸਨੇ ਵੀ ਗਲਤੀਆਂ ਕੀਤੀਆਂ, ਉਹ ਵੀ ਡਰਦਾ ਸੀ, ਉਹ ਵੀ ਆਪਣੀ ਧੀ ਨੂੰ ਮਿਲਣ ਲਈ ਸਾਲਾਂ ਤਰਸਦਾ ਰਿਹਾ। ਇਹ ਦ੍ਰਿਸ਼ ਹਰ ਉਸ ਆਦਮੀ ਲਈ ਖੁੱਲ੍ਹੇ ਦਰਵਾਜ਼ੇ ਵਰਗਾ ਹੈ, ਜਿਸਨੇ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਆਪਣੇ ਅੰਦਰ ਹੀ ਇੱਕ ਕਬਰ ਬਣਾ ਲਈ। ਅਜਿਹੇ ਦ੍ਰਿਸ਼ ਕੁਝ ਹੀ ਡਰਾਮੇ ਲਿਖ ਪਾਉਂਦੇ ਹਨ। ਇੱਕ ਹੋਰ ਪਹਿਲੂ ਹੈ ਔਰਤਾਂ ਦੀ ਆਵਾਜ਼। ਧੀ ਨੇ ਹੀ ਪਹਿਲ ਕੀਤੀ। ਜਦੋਂ ਪਿਤਾ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ, ਤਾਂ ਧੀ ਨੇ ਪੁੱਛਿਆ। ਧੀ ਨੇ ਐਲਾਨ ਕੀਤਾ ਕਿ ਉਹ ਦਰਦ ਨੂੰ ਹੁਣ ਨਹੀਂ ਢੋ ਸਕਦੀ। ਭਾਰਤੀ ਅਤੇ ਪੰਜਾਬੀ ਸੰਦਰਭ ਵਿੱਚ ਔਰਤਾਂ ਨੂੰ ਅਕਸਰ ਘਰ ਵਿੱਚ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਪਰ ਇਹ ਡਰਾਮਾ ਉਸ ਰਵਾਇਤ ਨੂੰ ਤੋੜਦਾ ਹੈ। ਇਹ ਦਿਖਾਉਂਦਾ ਹੈ ਕਿ ਜਜ਼ਬਾਤਾਂ ਦਾ ਇਜ਼ਹਾਰ ਲਿੰਗ ਨਹੀਂ ਦੇਖਦਾ, ਨਾ ਹੀ ਦਰਦ ਦੇਖਦਾ ਹੈ, ਨਾ ਹੀ ਪਿਆਰ। ਡਰਾਮੇ ਵਿੱਚ ਕੁਝ ਪਲ ਇੱਦਾਂ ਦੇ ਹਨ ਜੋ ਬਹੁਤ ਘੱਟ ਲੇਖਕ ਲਿਖ ਪਾਉਂਦੇ ਹਨ। ਜਿਵੇਂ ਕਿ ਜਦੋਂ ਧੀ ਪਿਤਾ ਨੂੰ ਪੁੱਛਦੀ ਹੈ, ਤੁਸੀਂ ਮੈਨੂੰ ਜਨਮਦਿਨ ਤੇ ਕਦੇ ਫੋਨ ਕਿਉਂ ਨਹੀਂ ਕੀਤਾ? ਪਿਤਾ ਦਾ ਜਵਾਬ ਹੈ, ਤੂੰ ਦੱਸ ਕਿ ਜਨਮਦਿਨ ਕਿਹੜਾ ਦਿਨ ਹੁੰਦਾ ਹੈ? ਇਹ ਸਵਾਲ ਲਗਭਗ ਇੱਕ ਕਬਰ ਵਿੱਚ ਦੇਣ ਵਾਲਾ ਹੈ। ਉਹ ਨਹੀਂ ਜਾਣਦਾ ਕਿ ਉਸਦੇ ਲਹੂ ਦਾ ਲਹੂ ਦੁਨੀਆ ਵਿੱਚ ਕਿਹੜੇ ਦਿਨ ਆਇਆ ਸੀ। ਉਹ ਸ਼ਰਮਿੰਦਾ ਹੁੰਦਾ ਹੈ, ਉਸਦਾ ਸਿਰ ਝੁਕ ਜਾਂਦਾ ਹੈ। ਉਹ ਨਹੀਂ ਦੱਸ ਸਕਦਾ ਕਿ ਉਹ ਹਰ ਸਾਲ ਉਸ ਦਿਨ ਉਸੇ ਬੱਸ ਸਟੈਂਡ ਤੇ ਬੈਠਾ ਰੋਂਦਾ ਸੀ, ਉਸੇ ਰੁੱਖ ਹੇਠਾਂ ਜਿੱਥੇ ਉਹਨਾਂ ਨੇ ਆਖਰੀ ਵਾਰੀ ਇਕੱਠੇ ਆਈਸਕ੍ਰੀਮ ਖਾਧੀ ਸੀ। ਪਰ ਇਹ ਗੱਲਾਂ ਉਹ ਕਹਿ ਨਹੀਂ ਸਕਦਾ। ਇਹ ਡਰਾਮਾ ਸਿਰਫ ਦਿਖਾਉਂਦਾ ਨਹੀਂ, ਸਗੋਂ ਦਿਲਾਂ ਨੂੰ ਛੂਹਦਾ ਹੈ। ਇਸ ਦਾ ਲੇਖਣ ਪਿਆਰ ਨਾਲ ਕੀਤਾ ਗਿਆ ਹੈ। ਹਰ ਜਗ੍ਹਾ ਇਹ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਆਪਣੇ ਅੰਦਰ ਕਿਤੇ ਨਾ ਕਿਤੇ ਇਹੀ ਦਰਦ ਝੱਲਿਆ ਹੈ। ਇਹ ਡਰਾਮਾ ਇੱਕ ਸਮੂਹਿਕ ਸੱਚ ਨੂੰ ਛੂਹ ਲੈਂਦਾ ਹੈ। ਪੰਜਾਬ ਵਿੱਚ, ਜਿੱਥੇ ਪ੍ਰਵਾਸ ਦਾ ਦਰਦ, ਅਰਥ ਵਿਵਸਥਾ ਦਾ ਦਬਾਅ ਅਤੇ ਪੀੜ੍ਹੀਆਂ ਵਿਚਕਾਰਲੀਆਂ ਅਣਖਾਈਆਂ ਡੂੰਘੀਆਂ ਹੋ ਰਹੀਆਂ ਹਨ, ਇਹ ਡਰਾਮਾ ਇੱਕ ਦਰਪਣ ਵਾਂਗ ਹੈ। ਬਹੁਤ ਸਾਰੇ ਬੱਚੇ ਅੱਜ ਵੀ ਆਪਣੇ ਪਿਤਾ ਦਾ ਪਿਆਰ ਨਹੀਂ ਮਹਿਸੂਸ ਕਰ ਪਾਉਂਦੇ, ਭਾਵੇਂ ਉਹ ਪਿਤਾ ਉਹਨਾਂ ਦੇ ਸਾਹਮਣੇ ਖੜ੍ਹਾ ਹੀ ਕਿਉਂ ਨਾ ਹੋਵੇ। ਬਹੁਤ ਸਾਰੇ ਪਿਤਾ ਆਪਣੇ ਬੱਚੇ ਦਾ ਪਿਆਰ ਲੈਣ ਲਈ ਤਰਸਦੇ ਹਨ, ਪਰ ਆਪਣੇ ਗੁਰੂਰ ਜਾਂ ਸ਼ਰਮ ਕਾਰਨ ਮਿਲ ਨਹੀਂ ਪਾਉਂਦੇ। ਇਹ ਡਰਾਮਾ ਰੌਣਕਾਂ ਤੋਂ ਉੱਤਰ ਕੇ ਅਸਲੀਅਤ ਤੱਕ ਪਹੁੰਚਦਾ ਹੈ। ਡਰਾਮੇ ਦਾ ਅੰਤ ਨਿਸ਼ਚਿਤ ਤੌਰ ਤੇ ਉੱਚਾ ਹੈ, ਪਰ ਇਹ ਝੂਠਾ ਨਹੀਂ ਲੱਗਦਾ। ਧੀ ਪਿਤਾ ਦੇ ਘਰ ਨਹੀਂ ਆ ਜਾਂਦੀ, ਪਿਤਾ ਕੋਲ ਵਾਪਸ ਨਹੀਂ ਚਲਾ ਜਾਂਦਾ। ਉਹ ਚਲੇ ਜਾਂਦੇ ਹਨ, ਪਰ ਇੱਕ ਵਾਅਦੇ ਨਾਲ ਕਿ ਉਹ ਦੁਬਾਰਾ ਮਿਲਣਗੇ, ਉਹ ਗੱਲ ਕਰਨਗੇ, ਅਤੇ ਉਹ ਦਰਦ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਢੋਣਗੇ। ਇਹ ਅੰਤ ਸੱਚਾ ਹੈ। ਡਰਾਮਾ ਇਹ ਨਹੀਂ ਕਹਿੰਦਾ ਕਿ ਸਭ ਕੁਝ ਠੀਕ ਹੋ ਗਿਆ। ਇਹ ਕਹਿੰਦਾ ਹੈ ਕਿ ਹੁਣ ਸ਼ੁਰੂਆਤ ਹੋਈ ਹੈ, ਅਤੇ ਇਹ ਸ਼ਾਇਦ ਸਭ ਤੋਂ ਸੁੰਦਰ ਸੰਦੇਸ਼ ਹੈ। ਸਾਡੇ ਜ਼ਖਮ ਭਰਨ ਵਿੱਚ ਸਮਾਂ ਲੱਗਦਾ ਹੈ, ਪਰ ਪਹਿਲਾ ਕਦਮ, ਉਹ ਇੱਕ ਦੌੜ, ਉਹ ਇੱਕ ਗਲਵਕੜੀ ਸਭ ਕੁਝ ਠੀਕ ਕਰਨ ਦੀ ਤਾਕਤ ਰੱਖਦੀ ਹੈ। ਅਖੀਰ ਵਿੱਚ ਡਰਾਮੇ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਇਹ ਇੱਕ ਕਲਾ ਕਿਰਤ ਹੋਣ ਦੇ ਨਾਲ ਇੱਕ ਤਜਰਬਾ ਹੈ। ਤੁਸੀਂ ਇਸ ਨੂੰ ਦੇਖਦੇ ਹੋ ਤਾਂ ਲੱਗਦਾ ਹੈ ਕਿ ਕੋਈ ਤੁਹਾਡੀ ਹੀ ਕਹਾਣੀ ਸੁਣਾ ਰਿਹਾ ਹੈ।
ਕੋਈ ਉਹ ਸਭ ਕੁਝ ਭੁੱਲ ਰਿਹਾ ਹੈ ਜੋ ਤੁਸੀਂ ਸਾਲਾਂ ਤੋਂ ਆਪਣੇ ਮਾਂ-ਪਿਓ ਨੂੰ ਕਹਿਣਾ ਚਾਹੁੰਦੇ ਸੀ, ਜਾਂ ਉਹ ਸਭ ਕੁਝ ਸੁਣ ਰਹੇ ਹੋ ਜੋ ਤੁਸੀਂ ਆਪਣੇ ਬੱਚੇ ਨੂੰ ਕਦੇ ਨਹੀਂ ਕਹਿ ਸਕੇ। ਇਸੇ ਲਈ ਇਹ ਡਰਾਮਾ ਛੋਟਾ ਹੁੰਦੇ ਹੋਏ ਵੀ ਅਮਰ ਹੈ। ਇਹ ਸ਼ਬਦਾਂ ਤੋਂ ਵੱਧ, ਡਾਇਲਾਗਾਂ ਤੋਂ ਵੱਧ, ਸੀਨਾਂ ਤੋਂ ਵੱਧ ਇੱਕ ਅਹਿਸਾਸ ਹੈ। ਜਿਸ ਕਿਸੇ ਦਾ ਵੀ ਕਦੇ ਕਿਸੇ ਨਾਲ ਕੋਈ ਅਧੂਰਾ ਰਿਸ਼ਤਾ ਰਿਹਾ ਹੈ, ਉਸ ਨੂੰ ਇਹ ਡਰਾਮਾ ਰੋਣ, ਹੱਸਣ, ਮਿਲਣ, ਵਿਛੋੜਨ ਅਤੇ ਸਭ ਤੋਂ ਵੱਧ ਮਾਫ਼ ਕਰਨ ਦੀ ਤਾਕਤ ਦੇਵੇਗਾ। ਬਰਲਾਰੀ ਕੇ ਪੇਲੁਕਨ ਅਯਾ ਸਿਰਫ ਇੱਕ ਡਰਾਮਾ ਨਹੀਂ ਹੈ, ਇਹ ਉਹਨਾਂ ਸਾਰੇ ਬੱਚਿਆਂ ਦੀ ਇੱਕ ਸੰਗੀਤ ਹੈ ਜਿਨ੍ਹਾਂ ਨੇ ਆਪਣੇ ਪਿਤਾ ਦੀ ਉਡੀਕ ਵਿੱਚ ਵਰ੍ਹੇ ਬਿਤਾ ਦਿੱਤੇ। ਅਤੇ ਇਹ ਉਹਨਾਂ ਸਾਰੇ ਪਿਤਾਵਾਂ ਨੂੰ ਵੀ ਸਲਾਮ ਕਰਦਾ ਹੈ ਜੋ ਦੂਰ ਰਹਿ ਕੇ ਵੀ ਪਿਆਰ ਕਰਦੇ ਰਹੇ, ਪਰ ਇਸ ਪਿਆਰ ਨੂੰ ਸ਼ਬਦ ਦੇਣ ਦੀ ਬਜਾਏ ਉਹ ਖਾਮੋਸ਼ ਰਹੇ। ਜੇ ਇੱਕ ਡਰਾਮੇ ਤੋਂ ਇੱਕ ਸਿੱਖਿਆ ਲੈਣੀ ਹੋਵੇ ਤਾਂ ਉਹ ਇਹ ਹੈ, ਜੇ ਕੋਈ ਤੁਹਾਡਾ ਆਪਾ ਹੈ, ਜੇ ਤੁਹਾਡੇ ਅੰਦਰ ਕੋਈ ਦਰਦ ਹੈ, ਤਾਂ ਜਾਓ, ਦੌੜੋ, ਉਸ ਨੂੰ ਗਲੇ ਲਗਾਓ। ਸਮਾਂ ਬਹੁਤ ਹੱਥੋਂ ਨਾ ਨਿਕਲ ਜਾਵੇ। ਇਹ ਡਰਾਮਾ ਉਸੇ ਇੱਕ ਦੌੜ ਦਾ ਦਸਤਾਵੇਜ਼ ਹੈ।